ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੂਰੇ ਮੁਲਕ ਦੇ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੇ ਜਿਹੜੀਆਂ ਅਗਲੇ 10-12 ਸੈਕਿੰਡਸ ਦੇ ਵਿੱਚ ਪੰਜਾਬੀ ਚ ਕਹਾਂ ਤੇ ਮਸ਼ੀਨਾਂ ਦੇ ਢੱਕਣ ਖੁੱਲ ਜਾਣੇ ਨੇ। ਸੋ ਬਟਨ ਗਿਣਤੀ ਵਾਲੇ ਸ਼ੁਰੂ ਹੋ ਜਾਣੇ ਨੇ। ਸੋ ਇਹਦੇ ਨਾਲ ਹੀ ਸਾਡੇ ਲੋਕਤੰਤਰ ਦੇ ਵਿੱਚ ਅੱਜ ਇੱਕ ਹੋਰ ਇਤਿਹਾਸਿਕ ਦਿਨ ਜੁੜਨ ਵਾਲਾ ਹੈ। ਸੰਗਰੂਰ ਦੀ ਜਿਹੜੀ ਇਸ ਵਕਤ ਲੋਕ ਸਭਾ ਦੀ ਸੀਟ ਹੈ ਉਹਦੇ ਉੱਪਰ ਵੀ ਪੰਜਾਬ ਤੋਂ ਸਾਰਿਆਂ ਦੀ ਨਜ਼ਰ ਹੈ, ਦੁਨੀਆ ਭਰ ਦੇ ਪੰਜਾਬੀਆਂ ਦੀ ਨਜ਼ਰ ਹੈ। ਸੋ ਭਗਵੰਤ ਮਾਨ ਨੇ ਜਿਹੜੇ ਉਹ ਹਜੇ ਸੰਗਰੂਰ ਤੋਂ ਅੱਗੇ ਚੱਲ ਰਹੇ ਨੇ। ਸੋ ਪਹਿਲੇ ਗੇੜ ਦੇ ਵਿੱਚ ਸਖਤ ਮੁਕਾਬਲਾ ਜਿਹੜਾ ਇਹ ਹੋਇਆ ਸੰਗਰੂਰ ਦੀ ਲੋਕ ਸਭਾ ਸੀਟ ਤੋਂ। ਭਗਵੰਤ ਮਾਨ ਨੂੰ 13,000 ਵੋਟਾਂ ਪਈਆਂ ਨੇ, 13,000 ਤੋਂ ਜ਼ਿਆਦਾ। ਕੇਵਲ ਢਿੱਲੋਂ ਨੂੰ 9,000 ਤੋਂ ਜ਼ਿਆਦਾ ਦੂਜੇ ਨੰਬਰ ਤੇ ਨੇ, ਤੇ ਪਰਮਿੰਦਰ ਢੀਂਡਸਾ ਤੀਜੇ ਨੰਬਰ ਤੇ ਨੇ, 9,217 ਦੇ ਕਰੀਬ ਉਹਨਾਂ ਨੂੰ ਵੋਟਾਂ ਪਈਆਂ ਨੇ। ਸੋ ਭਗਵੰਤ ਮਾਨ ਸਭ ਤੋਂ ਜ਼ਿਆਦਾ 13,944। ਸੋ ਇਹ ਸਥਿਤੀਆਂ ਨੇ ਜਿਹੜੀਆਂ ਇਹ ਸੰਗਰੂਰ ਦੀਆਂ ਨੇ। ਸੰਗਰੂਰ ਦੀ ਲੋਕ ਸਭਾ ਦੇ ਵਿੱਚ ਪਹਿਲੇ ਗੇੜ ਦਾ ਬਹੁਤ ਸਖਤ ਮੁਕਾਬਲਾ। ਪਹਿਲੇ ਗੇੜ ਤੋਂ ਬਾਅਦ ਪਟਿਆਲਾ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਬੀਬੀ ਪ੍ਰਨੀਤ ਕੌਰ ਅੱਗੇ ਹੈ, ਔਰ ਦੂਸਰੇ ਗੇੜ ਦੇ ਵਿੱਚ ਜਿੱਦਾਂ ਜਿੱਦਾਂ ਸਾਡੇ ਕੋਲ ਨਤੀਜਾ ਆਊਗਾ ਅਸੀਂ ਸਾਂਝਾ ਵੀ ਕਰਾਂਗੇ। ਔਰ ਜਗਦੀਸ਼ ਜੀ ਮੈਂ ਤੁਹਾਡਾ ਧੰਨਵਾਦ ਕਰੂੰਗਾ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਏਕਤਾ ਪਾਰਟੀ ਦੇ ਜਿਹੜੇ ਆਗੂ ਨੇ ਕਰਨਲ ਦਰਸ਼ਨ ਸਿੰਘ ਢਿੱਲੋਂ ਸਾਹਿਬ, ਉਹ ਵੀ ਸਾਡੇ ਨਾਲ ਆ ਗਏ ਨੇ ਮੰਚ ਤੇ। ਮੈਂ ਟੈਲੀਫੋਨ ਕਾਲ ਵੀ ਲੈ ਲਵਾਂ। ਹਾਂਜੀ, ਕੌਣ ਬੋਲ ਰਹੇ ਹੋ ਜੀ? ਹੈਲੋ। ਹਾਂਜੀ ਹਾਂਜੀ ਸਰ, ਕੌਣ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਸਿੰਦਰ ਸਿੰਘ ਦੱਲਾ ਨਾਲ ਗੱਲ ਕਰਾਂਗੇ? ਹਾਂਜੀ ਹਾਂਜੀ ਸਰ, ਮੈਂ ਬੋਲ ਰਿਹਾ ਜੀ। ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ। ਹਾਂਜੀ ਠੀਕ ਹੈ ਭਾਈ। ਕਿੱਦਾਂ ਚੱਲ ਰਹੀਆਂ ਵੋਟਾਂ ਜੀ? ਦੇਖੋ ਜੀ, ਪੰਜਾਬ ਦੇ ਵਿੱਚ ਇਸ ਵਕਤ ਸਥਿਤੀਆਂ ਇਹ ਨੇ ਕਿ ਕਾਂਗਰਸ 7 ਸੀਟਾਂ ਤੇ ਹੈ, ਅਕਾਲੀ ਬੀਜੇਪੀ 5 ਸੀਟਾਂ ਤੇ ਹੈ, ਔਰ ਆਮ ਆਦਮੀ ਪਾਰਟੀ 1 ਸੀਟ ਤੇ ਅੱਗੇ ਹੈ। ਤੇ ਅੱਗੇ ਬਹਿਸ ਚੱਲਦਾ ਹੈ, ਮੋਰੇ ਬਹਿਸ ਹਟ ਗਿਆ ਪਿੱਛੇ ਜੀ? ਹਾਂਜੀ, ਹੁਣ ਰਵਨੀਤ ਸਿੰਘ ਬਿੱਟੂ ਅੱਗੇ ਚੱਲ ਰਿਹਾ ਜੀ। ਠੀਕ ਹੈ ਜੀ। ਤੇ ਬਠਿੰਡਾ ਦਾ ਜੀ? ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਅੱਗੇ ਆ ਜੀ। ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਅੱਗੇ ਨੇ। ਅੱਗੇ ਹਜੇ 700 800 ਵੋਟਾਂ ਨਾਲ ਹੈ, ਬਹੁਤੀ ਜ਼ਿਆਦਾ ਲੀਡ ਨਹੀਂ ਹੈ, ਪਰ ਸ਼ੁਰੂਆਤ ਦੇ ਵਿੱਚ ਇਹ ਅੱਗੇ ਨੇ ਜੀ। ਤੇ ਬੀਬੀ ਖਾਲੜਾ ਜੀ? ਬੀਬੀ ਖਾਲੜਾ ਜੀ ਪਿੱਛੇ ਨੇ ਜੀ। ਜਸਵੀਰ ਸਿੰਘ ਡਿੰਪਾ 5,565 ਵੋਟਾਂ ਦੇ ਨਾਲ ਅੱਗੇ ਆ ਜੀ ਹਾਲੇ। ਤੇ ਕਿੰਨੀ ਕੁ ਬੀਬੀ ਖਾਲੜਾ ਦੂਜੇ ਨੰਬਰ ਤੇ ਜਾਂ ਤੀਜੇ ਨੰਬਰ ਤੇ? ਹਾਲੇ ਬੀਬੀ ਖਾਲੜਾ ਜਿਹੜੇ ਨੇ ਉਹ ਤੀਜੇ ਨੰਬਰ ਤੇ ਨੇ ਜੀ। ਡਿੰਪਾ 12। ਠੀਕ ਹੈ ਭਾਈ ਜੀ ਜੀ। ਸੋ ਪਹਿਲੇ ਰਾਉਂਡ ਦਾ ਹਜੇ ਮੈਂ ਤੁਹਾਨੂੰ ਸਟੇਟਸ ਦੱਸਿਆ ਜੀ। ਦੂਸਰੇ ਰਾਉਂਡ ਦੇ ਵਿੱਚ ਡਿੰਪਾ ਜੀ ਮੈਂ ਅਪਡੇਟ ਹੁੰਦਾ, ਮੈਨੂੰ ਪਤਾ ਲੱਗਿਆ ਕਿ ਦੂਜੇ ਰਾਉਂਡ 'ਚ ਵੀ ਅੱਗੇ ਨੇ। ਮੈਂ ਤੁਹਾਨੂੰ ਅਪਡੇਟ ਵੀ ਕਰਦਾ ਜੀ। 12। ਠੀਕ ਹੈ ਜੀ। ਅਸੀਂ ਗ੍ਰੀਸ ਤੋਂ ਬੋਲਦੇ ਜੀ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ ਜੀ? ਗ੍ਰੀਸ ਤੋਂ ਜੀ, ਯੂਰਪ ਤੋਂ। ਯੂਰਪ ਤੋਂ, ਗ੍ਰੀਸ ਤੋਂ। ਕਿੰਨੇ ਕੁ ਪੰਜਾਬੀ ਨੇ ਜੀ ਆਪਣੇ ਇੱਥੇ ਗ੍ਰੀਸ 'ਚ? ਬਹੁਤ ਪੰਜਾਬੀ ਜੀ। ਜਿਹੜੇ ਪਿੰਡ 'ਚ ਮੈਂ ਰਹਿਣਾ ਉੱਥੇ ਤਾਂ 150 ਫੈਮਿਲੀ ਹੈ ਜੀ। ਅੱਛਾ, 150 ਫੈਮਿਲੀ ਹੈ ਜੀ ਉੱਥੇ। ਚਲੋ ਚਲੋ, ਬਹੁਤ ਬਹੁਤ ਧੰਨਵਾਦ ਜੀ। ਪੰਜਾਬ ਦੇ ਨਾਲ ਤੁਸੀਂ ਲਗਾਤਾਰ ਜੁੜੇ ਹੋਏ ਹੋ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਦਰਸ਼ਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਤੁਹਾਡੀ ਟਿੱਪਣੀ ਲੈ ਲਈਏ। ਪੀਡੀਏ ਦੀ ਪਰਫਾਰਮੈਂਸ ਨੂੰ ਕਿਵੇਂ ਵੇਖਦੇ ਹੋ? ਹਾਲੇ ਤੱਕ ਸ਼ੁਰੂਆਤ ਹੋਈ ਸੀ ਪੀਡੀਏ 'ਚ, ਲੇਕਿਨ ਦੁਬਾਰਾ ਸਥਿਤੀਆਂ ਕਾਂਗਰਸ ਤੇ ਅਕਾਲੀ ਦਲ ਵਾਲੇ ਪਾਸੇ ਨਜ਼ਰ ਆ ਰਹੀਆਂ ਨੇ ਜ਼ਿਆਦਾ। ਭਗਵੰਤ ਮਾਨ ਵੀ ਅੱਗੇ। हाँ जी हाँ बिल्कुल। हजे तक जी जो शुरुआती रुझान ने वो ट्रेडिशनल पार्टियों वाल ही ज़्यादा ने जी। बेशक फाइट है कुछ सीटां ते, पर उन्नी फाइट नहीं हुई है जिन्नी एक्सपैक्टेड सी। ते खासकर बठिंडे च राजा वड़िंग की परफॉर्मेंस बहुत वधिया आ रही है जी, क्योंकि एक बार तो हरसिमरत भी थोड़ी जी 71 वोटां ते पिछे चली गई सी, पर फिर हरसिमरत लीड कर रही है, जिन्होंने पहला सीरीयस कैंडीडेट नहीं मन्निया जा रहा सी। और उस तो बाद जो काफ़ी अच्छी उन्होंने परफॉर्मेंस दे रहे हैं उत्थे बिल्कुल टक्कर है। खडूर साहब विच डिंपा जो कांग्रेस के कैंडीडेट ने 12,000 तो उपर लीड लै चुके हैं, तो कोई डाउट ही नहीं वो जित वल वध रहे हैं। सेम पोजीशन भगवंत मान की है, वो 10,000 तो उपर लीड से चल रहे हैं। और इन्ने राउंडा च अगर 10,000 तो उपर की लीड है तो उन्होंने थोड़ा जिहा न्यूट्रलाइज करना थोड़ा थोड़ा औखा हो जाता है। पर जिथे अजे 1,000 1,200 1,500 2,000 की लीड है ਉੱਥੇ ਅਜੇ ਕੁਝ ਨਹੀਂ ਕਹਿ ਸਕਦੇ। ਬਿਲਕੁਲ ਠੀਕ ਹੈ ਜੀ। ਸੋ ਸੁਖਪਾਲ ਸਿੰਘ ਖਹਿਰਾ ਵੀ ਉੱਥੇ ਪੀਡੀਏ ਦੇ ਬਠਿੰਡੇ ਦੇ ਵਿੱਚ ਦਾਅਵੇਦਾਰ ਨੇ, ਲੇਕਿਨ ਫਿਲਹਾਲ ਸੁਖਪਾਲ ਸਿੰਘ ਖਹਿਰਾ ਪਿੱਛੇ ਚੱਲ ਰਹੇ ਨੇ, ਬੀਬੀ ਖਾਲੜਾ ਵੀ ਪਿੱਛੇ ਨੇ, ਔਰ ਡਾਕਟਰ ਧਰਮਵੀਰ ਗਾਂਧੀ ਵੀ ਫਿਲਹਾਲ ਪਿੱਛੇ ਹੋਏ ਨੇ, ਔਰ ਮੁਹੰਮਦ ਸਦੀਕ ਥੋੜੀਆਂ ਜਿਹੀਆਂ ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਫਰੀਦਕੋਟ ਤੋਂ। ਸੋ ਇਹ ਸਥਿਤੀਆਂ ਨੇ। ਗਗਨਦੀਪ ਜੀ, ਮੁੱਖ ਮੁਕਾਬਲਾ ਕਾਂਗਰਸ ਅਕਾਲੀ ਬੀਜੇਪੀ 'ਚ ਬਣਦਾ ਜਿਹੜਾ ਨਜ਼ਰ ਆ ਰਿਹਾ ਹੈ, ਇਹਨੂੰ ਕਿਵੇਂ ਵੇਖਦੇ ਹੋ? ਹਾਲਾਂਕਿ ਹਜੇ ਸਿਰਫ मैं ये मनूंगा 1 घंटा होया काउंटिंग शुरू हुई। ਡੱਲਾ ਸਾਹਿਬ ਜਿਸ ਤਰ੍ਹਾਂ ਦੇ ਇਲੈਕਸ਼ਨ ਕੰਪੇਨਿੰਗ ਦੇ ਦੌਰਾਨ ਲੋਕਾਂ ਦੇ ਰੁਝਾਨ ਦੇਖਣ ਨੂੰ ਮਿਲੇ ਸੀ ਪੀਡੀਏ ਵਾਲੇ ਪਾਸੇ ਨੂੰ, ਸੋ ਜੋ ਪਹਿਲੇ ਰੁਝਾਨ ਰਿਜ਼ਲਟ ਦੇ ਆ ਰਹੇ ਆ ਪਹਿਲੇ ਗੇੜ ਦੇ, ਉਹਦੇ ਵਿੱਚ ਕੁਝ ਐਸਾ ਦੇਖਣ ਨੂੰ ਨਹੀਂ ਮਿਲਿਆ।
ਪਰ ਭਗਵੰਤ ਮਾਨ ਜੀ ਕਿਤੇ ਨਾ ਕਿਤੇ ਆਪਣੀ ਸੀਟ ਬਚਾਉਂਦੇ ਨਜ਼ਰ ਆਉਂਦੇ ਆ। ਔਰ ਜਿਹੜਾ ਪੀਡੀਏ ਦਾ ਅਲਾਈਅੰਸ ਸੀ, ਸ਼ਾਇਦ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਚੋਂ ਟੁੱਟ ਕੇ ਪੀਡੀਏ ਬਣੀ, ਜਾਂ ਬਾਕੀ ਦੇ ਕੁਝ ਜਿਵੇਂ ਲੋਕ ਇਨਸਾਫ ਪਾਰਟੀ ਹੈ, ਜਾਂ ਸਾਡੇ ਧਰਮਵੀਰ ਗਾਂਧੀ ਜੀ ਦੀ ਪਾਰਟੀ ਹੈ, ਜਾਂ ਟਕਸਾਲੀਆਂ ਤੋਂ ਕੋਈ ਇਹਨਾਂ ਨੇ ਜੇ ਵਿੱਚੋਂ ਉਹਨਾਂ ਦੇ ਕਿਸੇ ਨੇ ਇਹਨਾਂ ਨੂੰ ਸਪੋਰਟ ਕੀਤੀ ਹੈ, ਤਾਂ ਉਹ ਮੈਨੂੰ ਲੱਗਦਾ ਨਹੀਂ ਕਿਤੇ ਜ਼ਿਆਦਾ ਸਕਸੈਸ ਹੋ ਸਕਿਆ। ਕਿਉਂਕਿ ਬਾਹਰੋਂ ਵੀ ਸਾਡੇ ਐਨਆਰਆਈ ਵੀਰਾਂ ਨੇ ਕਾਲਿੰਗ ਤੇ ਕਈਆਂ ਨੇ ਕਿਹਾ ਕਿ ਇਹਨਾਂ ਦੀ ਜਿਹੜੀ ਆਪਸੀ ਖਿੱਚ ਧੂ ਸੀ, ਜਾਂ ਆਪਸੀ ਜਿਹੜੀ ਇਹਨਾਂ ਦੀ ਇੱਕ ਸਟੇਟਸ ਵਾਲੀ ਡਿਗਨਿਟੀ ਵਾਲੀ ਗੱਲ ਸੀ, ਉਹਨੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ, ਜਿਹਦੇ ਕਰਕੇ ਮੈਨੂੰ ਲੱਗਦਾ ਵੀ ਜ਼ਿਆਦਾ ਵੋਟਰ ਹੈ ਜਿਹੜਾ ਉਹ ਪੀਡੀਏ ਦੇ ਹੱਕ 'ਚ ਭੁਗਤ ਨਹੀਂ ਸਕਿਆ। ਜੀ ਦਰਸ਼ਨ ਸਿੰਘ ਜੀ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹਨਾਂ ਦੀ ਗੱਲ ਸਹੀ ਹੈ ਵੀ ਜ਼ਿਆਦਾ ਵੋਟਰ ਨਹੀਂ ਭੁਗਤਦਾ ਨਜ਼ਰ ਆਉਂਦਾ, ਪਰ ਮੈਨੂੰ ਲੱਗਦਾ ਇਹ ਪਹਿਲਾ ਰਾਉਂਡ ਹੈ, ਕਿਉਂਕਿ ਹਜੇ ਬਹੁਤ ਸਾਰੇ ਹਲਕੇ ਜੀ ਬਿਲਕੁਲ ਇੰਪੈਕਟ ਜ਼ਰੂਰ ਨਜ਼ਰ ਆ ਰਿਹਾ। ਪਰ ਇੱਕ ਜੋ ਮਿਸਟੇਕ ਪੀਡੀਏ ਦੀ ਸਾਈਡ ਤੋਂ ਹੋਈ ਹੈ ਕਿ ਪੀਡੀਏ ਦੇ ਜਿੰਨੇ ਵੀ ਲੀਡਰ ਇਕੱਠੇ ਹੋਏ ਉਹ ਸਾਰੇ ਹੀ ਆਪ ਇਲੈਕਸ਼ਨ ਲੜ ਰਹੇ ਸੀ ਜੀ, ਇਸ ਕਰਕੇ ਉਹ ਆਪਦੀ ਸੀਟ ਤੇ ਸੀਮਿਤ ਹੋ ਗਏ। ਪੀਡੀਏ ਇੱਕ ਐਜ਼ ਅ ਸਟਾਰ ਪ੍ਰਚਾਰਕ ਕੋਈ ਵੀ ਕੈਂਡੀਡੇਟ ਨਹੀਂ ਸੀ ਜਿਹੜਾ ਦੂਜਿਆਂ ਦੀ ਕਨਸਟੀਟੂਐਂਸੀ 'ਚ ਜਾ ਕੇ ਰੋਡ ਸ਼ੋਅ ਕਰਦਾ ਜਾਂ ਕੁਝ ਕਰਦਾ। ਸਾਰੇ ਆਪਦੀ ਸੀਟ ਤੇ ਕਨਸੈਂਟਰੇਟ ਹੋਣ ਨਾਲ ਉਹ ਇੱਕ ਆਈਸੋਲੇਟਡ ਪਾਕਟ 'ਚ ਲੜ ਰਹੇ ਸੀ ਬਜਾਏ ਇੱਕ ਕੰਬਾਈਨਡ ਫਰੰਟ ਦੇ। ਉਹ ਇੱਕ ਮਿਸਟੇਕ ਸੀ, ਕਿਉਂਕਿ ਇਹਨਾਂ ਕੋਲੇ ਬੀਜੇਪੀ, ਕਾਂਗਰਸ, ਅਕਾਲੀ ਦਲ ਬੜੇ ਸਟਾਰ ਪ੍ਰਚਾਰਕ ਸੀ ਜਿਹੜੇ ਦੂਜੀ ਕਨਸਟੀਟੂਐਂਸੀ ਤੇ ਜਾ ਰਹੇ ਸੀ, ਖਾਸ ਕਰ ਬੀਜੇਪੀ ਕੋਲੇ, ਤੇ ਉਹਨਾਂ ਦਾ ਤਾਂ ਪੂਰਾ ਦਮ ਲੱਗਿਆ ਹੋਇਆ ਸੀ। ਪਰ ਬੀਜੇਪੀ ਤੋਂ ਜੋ ਅਕਾਲੀ ਦਲ ਤੋਂ ਨਾਰਾਜ਼ਗੀ ਸੀ ਲੋਕਾਂ ਦੀ, ਉਹ ਹਜੇ ਵੀ ਖੁੱਲ ਕੇ ਸਾਹਮਣੇ ਆ ਰਹੀ ਹੈ ਤੇ ਕਾਂਗਰਸ ਨੂੰ ਇਹਦਾ ਵੱਡਾ ਫਾਇਦਾ ਮਿਲ ਰਿਹਾ ਹੈ। ਪੀਡੀਏ ਇੱਕ ਅਪੋਰਚੁਨਿਟੀ ਸੀ ਤੇ ਉਹਨਾਂ ਕੋਲੇ, ਪਰ ਉਹ ਉਨੀ ਕੈਂਪੇਨ ਜਿਹੜੀ ਹੈ ਇੰਟੈਂਸਿਵ ਨਹੀਂ ਕਰ ਸਕੇ। ਖਾਸ ਕਰ ਸਟਾਰ ਪ੍ਰਚਾਰਕ ਉਹਨਾਂ ਕੋਲੇ ਕੋਈ ਵੀ ਨਹੀਂ ਸੀ ਜੋ ਸਾਰੀਆਂ ਕਨਸਟੀਟੂਐਂਸੀਆਂ ਤੇ ਇਨਫਲੂਐਂਸ ਕਰਦਾ ਬਜਾਏ ਆਪਦੀ ਕਨਸਟੀਟੂਐਂਸੀ ਤੇ। ਇੱਕ ਚੀਜ਼ ਜੋ ਭਗਵੰਤ ਮਾਨ ਪਹਿਲਾਂ ਡਾਊਨ ਨਜ਼ਰ ਆਉਂਦੇ ਸੀ, ਪਰ ਉਹਨਾਂ ਨੇ ਗਰਾਊਂਡ ਲੈਵਲ ਤੇ ਮਿਹਨਤ ਬਹੁਤ ਕੀਤੀ ਹੈ। ਪਹਿਲਾਂ ਵੀ ਆਪਾਂ ਕਹਿ ਰਹੇ ਸੀ ਵੀ ਸਿਰਫ ਆਪ ਦੀ ਜੋ ਕੰਟੈਸਟ ਹੈ ਉਹ ਸਿਰਫ ਇੱਕੋ ਸੀਟ ਤੇ ਹੈ, 12 ਸੀਟਾਂ ਤੇ ਕੋਈ ਕੰਟੈਸਟ ਨਹੀਂ ਹੈ। 12 ਸੀਟਾਂ ਤੇ ਪਾਰਟੀ ਆਲਮੋਸਟ ਬਿਲਕੁਲ ਸਾਫ਼ ਹੈ ਤੇ ਜ਼ਮਾਨਤਾਂ ਹੀ ਜ਼ਬਤ ਹੋਣਗੀਆਂ, ਉਹ ਨਜ਼ਰ ਆ ਰਿਹਾ, ਉਹ ਕਿਤੇ ਵੀ ਨਹੀਂ ਹਨ। ਭਗਵੰਤ ਮਾਨ ਇੱਕ ਚੰਗੇ ਵਕਤਾ ਵੀ ਨੇ ਤੇ ਚੰਗੇ ਕੰਮ ਵੀ ਕੀਤੇ ਨੇ ਪਾਰਲੀਮੈਂਟ ਦੇ, ਉਸ ਤੇ ਲੋਕਾਂ ਨੂੰ ਨਾਰਾਜ਼ਗੀ ਨਹੀਂ ਹੈ। ਉਹਨਾਂ ਦੇ ਖਿਲਾਫ ਨਾਰਾਜ਼ਗੀ ਸਿਰਫ ਇਹੀ ਸੀ ਵੀ ਉਹਨਾਂ ਨੇ ਜੋ ਲੋਕ ਲਹਿਰ ਸੀ ਤੀਜੇ ਮੋਰਚੇ ਦੀ, ਉਸ ਨੂੰ ਬਰਬਾਦ ਕੀਤਾ ਆਪਦੇ ਸੀਐਮ ਦੇ ਐਂਬੀਸ਼ਨ ਕਰਕੇ ਕੇਜਰੀਵਾਲ ਨੇ। ਇਹ ਨਾਰਾਜ਼ਗੀ ਦਾ ਪੱਖ ਸੀ ਤੇ ਔਰ ਕਿਤੇ ਨਾ ਕਿਤੇ ਉਹ ਕੈਂਪੇਨ ਦੇ ਦੌਰਾਨ ਲੋਕਾਂ 'ਚ ਦੁਬਾਰੇ ਕਨੈਕਟ ਕਰਕੇ ਇਹ ਪੱਖ ਨੂੰ ਥੋੜਾ ਬਹੁਤ ਢਿੱਲਾ ਪਾ ਗਏ ਨੇ ਔਰ ਉਹਨਾਂ ਜਿੱਤ ਵੱਲ ਵਧ ਰਹੇ ਨੇ। ਜੀ ਹਰਸ਼ ਜੀ ਥੋੜੀ ਟਿੱਪਣੀ ਜ਼ਰੂਰ ਲੈਣੀ ਚਾਹੂੰਗਾ। ਮੈਂ ਡੱਲਾ ਸਾਹਿਬ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਸੀ ਵੀ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦਾ ਸਿੱਧਾ ਮੁਕਾਬਲਾ ਕਾਂਗਰਸ ਦੇ ਨਾਲ ਹੈ, ਔਰ ਹੁਣ ਦੇ ਜਿਹੜੇ ਸ਼ੁਰੂਆਤੀ ਰੁਝਾਨ ਹੈ ਉਹਨਾਂ ਤੋਂ ਲਗਭਗ ਇਹ ਗੱਲ ਤੈਅ ਹੋ ਰਹੀ ਹੈ। ਲੁਧਿਆਣੇ ਵਿੱਚ ਸਿਮਰਜੀਤ ਬੈਂਸ ਅੱਛੀ ਪੋਜੀਸ਼ਨ ਦੇ ਵਿੱਚ ਹੈ, ਉਹ ਪੀਡੀਏ ਕਰਕੇ ਨਹੀਂ ਹੈ ਜੀ। 2012 ਵਿੱਚ ਵੀ ਆਜ਼ਾਦ ਐਮਐਲਏ ਜਿੱਤੇ ਸੀ, ਉਹਨਾਂ ਦਾ ਇੱਕ ਪਰਸਨਲ ਵੋਟ ਬੈਂਕ, ਇੱਕ ਪਰਸਨਲ ਕਹਿ ਲਓ ਜੇ ਫੈਨ ਫੋਲੋਇੰਗ ਵੀ ਲੁਧਿਆਣੇ 'ਚ ਹੈ, ਜਿਹਦੇ ਬੇਸ ਦੇ ਉੱਤੇ ਉਹ ਅੱਜ ਲੁਧਿਆਣੇ ਦੇ ਸ਼ਹਿਰ ਦੇ ਵਿੱਚ ਅੱਛੀਆਂ ਖਾਸੀਆਂ ਵੋਟਾਂ ਲੈ ਕੇ ਜਾ ਰਹੇ ਆ। ਔਰ ਇਹੀ ਚੀਜ਼ ਭਗਵੰਤ ਮਾਨ ਦੇ ਨਾਲ ਵੀ ਮੈਂ ਮੰਨਦਾ ਵੀ ਸ਼ਾਇਦ ਉਹਨਾਂ ਦੀ ਪਰਸਨਲ ਫੈਨ ਫੋਲੋਇੰਗ ਹੈ ਔਰ ਥੋੜੇ ਉਹਨਾਂ ਦੇ ਜਿਹੜੇ ਕੰਮ ਕੀਤੇ ਆ ਉਸ ਕਰਕੇ ਉਹ ਮੁਕਾਬਲੇ 'ਚ ਹੈ। ਬਾਕੀ ਪੀਡੀਏ ਦੇ ਜਿਹੜੇ ਵੀ ਉਮੀਦਵਾਰ ਪੰਜਾਬ 'ਚ ਜਿੱਥੇ ਵੀ ਖੜੇ ਸੀ, ਖਾਸ ਕਰ ਸੁਖਪਾਲ ਸਿੰਘ ਖਹਿਰਾ ਜਿਹੜੇ ਆਪਣੇ ਆਪ ਨੂੰ ਸਭ ਤੋਂ ਵੱਡਾ ਲੀਡਰ ਮੰਨਦੇ ਆ ਪੰਜਾਬ ਦੇ, ਮੈਂ ਦੇਖ ਰਿਹਾ ਮੈਂ ਵੀ ਟ੍ਰੈਂਡਾਂ ਦੇ ਵਿੱਚ ਥੋੜੀ ਬਹੁਤ ਨਹੀਂ ਬਹੁਤ ਜ਼ਿਆਦਾ ਪਿੱਛੇ, ਜਿੱਥੇ ਦੂਜੇ ਉਮੀਦਵਾਰ 30,000 ਵੋਟਾਂ ਤੱਕ ਪਹੁੰਚੇ ਹੋਏ ਆ ਤੇ ਉਹ ਹਜੇ 3,000 ਦਾ ਅੰਕੜਾ ਵੀ ਨਹੀਂ ਟੱਪ ਸਕੇ ਆ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਆ। ਸੋ ਮੈਂ ਲੱਗ ਰਿਹਾ ਵੀ ਉਹਨਾਂ ਦੇ ਜਿਹੜੀਆਂ ਗੱਲਾਂ ਸੀ, ਜਿਹੜਾ ਮੈਂ ਪਹਿਲੇ ਦਿਨ ਤੋਂ ਇਸ ਸਟੂਡੀਓ 'ਚ ਤੁਹਾਡੇ ਸਾਹਮਣੇ ਕਹਿੰਦਾ ਆ ਰਿਹਾ ਵੀ ਉਹ ਸਿਰਫ ਗੱਲਾਂ ਹਵਾ ਸੀਗੀਆਂ। ਪੰਜਾਬ ਦੇ ਲੋਕਾਂ ਨੇ, ਖਾਸ ਕਰ ਬਠਿੰਡੇ ਦੇ ਲੋਕਾਂ ਨੇ ਉਹਨਾਂ ਦੇ ਮੋਹਰ ਲਾਈ ਆ ਔਰ ਉਹ ਬਹੁਤ ਪਿੱਛੇ ਜਾ ਰਹੇ ਆ। ਜੇ ਭਗਵੰਤ ਮਾਨ, ਸਿਮਰਜੀਤ ਬੈਂਸ ਔਰ ਕਿਤੇ ਥੋੜਾ ਬਹੁਤ ਧਰਮਵੀਰ ਗਾਂਧੀ ਜੇ ਕਿਤੇ ਵੋਟਾਂ ਲੈ ਕੇ ਜਾ ਰਹੇ ਆ ਤੇ ਉਹ ਸਿਰਫ ਉਹਨਾਂ ਦੇ ਆਪਣੇ ਪਰਸਨਲ ਫੈਨ ਫੋਲੋਇੰਗ ਕਰਕੇ ਆ। ਔਰ ਜਿਹੜਾ ਇਹ ਪੀਡੀਏ ਦਾ 6-7 ਪਾਰਟੀਆਂ ਦਾ ਇੱਕ ਗਠਬੰਧਨ ਬਣਾ ਕੇ ਇੱਕ ਵੱਡੀਆਂ ਗੱਲਾਂ ਕੀਤੀਆਂ ਗਈਆਂ ਸੀ, ਉਹ ਪੂਰੀ ਤਰ੍ਹਾਂ ਢੇਰ ਹੋ ਗਈਆਂ ਔਰ ਇਹ ਹੋਣਾ ਹੀ ਸੀ। ਔਰ ਅਕਾਲੀ ਭਾਜਪਾ ਨਹੀਂ, ਪਰ ਮੈਨੂੰ ਲੱਗਦਾ ਹਜੇ ਪੀਡੀਏ ਨੂੰ ਇੱਕੋ ਦਮ ਢੇਰ ਤਾਂ ਨਹੀਂ ਮੰਨ ਲੈਣਾ ਚਾਹੀਦਾ। ਹਰਸ਼ ਜੀ, ਦਰਸ਼ਨ ਸਿੰਘ ਜੀ, ਮੈਂ ਕਹਿ ਰਿਹਾ ਐਜ਼ ਏ ਪਾਰਟੀ ਪੀਡੀਏ ਨਹੀਂ ਕੁਝ ਵੀ ਕਰ ਪਾਏ। ਐਜ਼ ਏ ਪਾਰਟੀ ਜਿਹੜੇ ਕੈਂਡੀਡੇਟ ਜੋ ਵੋਟਾਂ ਲਿਜਾ ਰਹੇ ਆ ਉਹ ਸਿਰਫ ਆਪਣੇ ਪਰਸਨਲ ਵੋਟ ਬੈਂਕ ਜਾਂ ਆਪਣੇ ਪਰਸਨਲ ਆਧਾਰ ਦੇ ਉੱਤੇ ਸੀਮਿਤ ਹੈ। ਸੋ ਉਹ ਨਿੱਜੀ ਪਾਰਟੀ ਦੇ ਤੌਰ ਤੇ ਮੈਂ ਕਹੂੰਗਾ ਵੀ ਪੀਡੀਏ ਕੁਝ ਵੀ ਨਹੀਂ ਕਰ ਪਾਇਆ ਪੰਜਾਬ ਜੀ। ਦਰਸ਼ਨ ਸਿੰਘ ਜੀ, ਦੇਖੋ ਪੀਡੀਏ 'ਚ ਇੱਕ ਕਮੀ ਜਿਹੜੀ ਰਹੀ ਕੋਆਰਡੀਨੇਸ਼ਨ ਦੀ ਔਰ ਏਕਤਾ ਦੀ ਰਹੀ ਹੈ। ਹੁਣ ਸੁਖਪਾਲ ਖਹਿਰਾ ਨੇ 6 ਪਾਰਟੀਆਂ ਤਾਂ ਕੋਆਰਡੀਨੇਟ ਕਰਕੇ ਜਿਨ੍ਹਾਂ ਦੀ ਵਿਚਾਰਧਾਰਾ ਵੀ ਵੱਖ-ਵੱਖ ਸੀ ਉਹ ਇਕੱਠੀਆਂ ਕਰ ਲੀਆਂ, ਪਰ ਜਦੋਂ ਗੱਲ
ਕੇਜਰੀਵਾਲ ਦੇ ਨਾਲ ਆਈ ਕਿ ਜਿਹੜੇ ਇਹਨਾਂ ਤੋਂ ਹੀ ਵੱਖ ਹੋਏ ਸੀ ਉੱਥੇ ਈਗੋ ਪ੍ਰੋਬਲਮ ਆ ਗਈ, ਉੱਥੇ ਕੋਈ ਵੀ ਕੋਆਰਡੀਨੇਸ਼ਨ ਨਹੀਂ ਹੋਈ ਕਿਉਂਕਿ ਭਗਵੰਤ ਮਾਨ ਔਰ ਕੇਜਰੀਵਾਲ ਨਹੀਂ ਚਾਹੁੰਦੇ ਸੀ ਵੀ ਇਹਨਾਂ ਨਾਲ ਅਲਾਈਅੰਸ ਹੋਵੇ। ਦੂਸਰੇ ਪਾਸੇ ਕੇਜਰੀਵਾਲ ਕਾਂਗਰਸ ਦੀਆਂ ਲੇਲੜੀਆਂ ਕੱਢਦਾ ਤੇ ਦਿੱਲੀ 'ਚ ਨਜ਼ਰ ਆਇਆ ਸਮਝੌਤਾ ਕਰ ਲਓ, ਗਠਬੰਧਨ ਕਰ ਲਓ, ਔਰ ਜਿਸ ਦਾ ਉਹ ਨੁਕਸਾਨ ਅੱਜ ਭੁਗਤ ਰਿਹਾ ਕਿਉਂਕਿ ਜਦੋਂ ਉਹ ਇਸ ਤਰ੍ਹਾਂ ਦੀਆਂ ਮਿੰਨਤਾਂ ਤਰਲੇ ਤੇ ਆ ਗਿਆ ਦਿੱਲੀ 'ਚ, ਤੇ ਅੱਜ ਦਿੱਲੀ 'ਚ ਵੀ ਉਹ ਬਿਲਕੁਲ ਸਾਫ਼ ਹੋ ਰਹੇ ਨੇ। ਸੈਟਬੈਕ ਉਹਨਾਂ ਨੂੰ ਇਹੀ ਹੋ ਰਿਹਾ ਕਿ ਜੋ ਉਹਨਾਂ ਦੀ ਇਮੇਜ ਹੈ ਉਹਦੀ ਬਹੁਤ ਬੀਟਿੰਗ ਹੋਈ ਹੈ, ਪੰਜਾਬ 'ਚ ਵੀ ਹੋਈ ਹੈ। ਪੰਜਾਬ 'ਚ ਪਾਰਟੀ ਬਿਲਕੁਲ ਸਾਫ਼ ਹੋਈ ਹੈ। ਭਗਵੰਤ ਮਾਨ ਜੇ ਜਿੱਤ ਰਹੇ ਨੇ ਆਪਦੇ ਦਮ ਤੇ ਜਿੱਤ ਰਹੇ ਨੇ। ਜੋ ਦਿੱਲੀ ਦੇ ਵਿਕਾਸ ਦੀਆਂ ਕੰਮਾਂ ਦੀਆਂ ਤਸਵੀਰਾਂ ਪੰਜਾਬ 'ਚ ਦਿਖਾਈਆਂ ਵੀ ਅਸੀਂ ਦਿੱਲੀ 'ਚ ਇਹ ਕੀਤਾ, ਦਿੱਲੀ 'ਚ ਇਹ ਕੀਤਾ, ਤੇ ਹੁਣ ਉਹ ਦਿੱਲੀ 'ਚ ਵੀ ਉਸ ਵਿਕਾਸ ਦੇ ਕੰਮਾਂ ਦਾ ਕੋਈ ਇਫੈਕਟ ਨਜ਼ਰ ਨਹੀਂ ਆ ਰਿਹਾ। ਔਰ ਉੱਥੇ ਵੀ ਬਿਲਕੁਲ ਸਾਫ਼ ਹੈ ਪਾਰਟੀ, ਇੱਥੇ ਵੀ ਸਾਫ਼ ਹੈ। ਭਗਵੰਤ ਮਾਨ ਇੱਕ ਵਨ ਮੈਨ ਸ਼ੋਅ ਬਣ ਜਾਣਗੇ ਕਿਉਂਕਿ ਉਹਨਾਂ ਦਾ ਆਪਣਾ ਅਕਸ ਕੰਮਾਂ ਬਾਰੇ ਜਾਂ ਐਜ਼ ਅ ਪਾਰਲੀਮੈਂਟਰ। ਮੈਂ ਸਨਅਤੀ ਕੇਂਦਰ ਲੁਧਿਆਣੇ ਦੀ ਗੱਲ ਕਰਦਾ। ਰਵਨੀਤ ਬਿੱਟੂ ਅੱਗੇ ਨੇ 2 ਨੰਬਰ ਤੇ ਮਹੇਸ਼ਿੰਦਰ ਗਰੇਵਾਲ ਨੇ, ਔਰ ਹਾਲ ਦੀ ਘੜੀ ਤੀਜੇ ਨੰਬਰ ਤੇ ਨੇ ਸਿਮਰਜੀਤ ਬੈਂਸ। ਸੋ ਮੁਕਾਬਲਾ ਅਕਾਲੀ ਦਲ, ਬੀਜੇਪੀ ਔਰ ਕਾਂਗਰਸ ਔਰ ਸਿਮਰਜੀਤ ਬੈਂਸ ਦੇ ਵਿੱਚ ਸਨਅਤੀ ਕੇਂਦਰ ਲੁਧਿਆਣੇ ਦੇ ਵਿੱਚ ਵੀ ਹੈ। ਸੋ ਬੜੀ ਟਫ ਫਾਈਟ ਹੈ ਜਿਹੜੀ ਕਈ ਪ੍ਰਮੁੱਖ ਸੀਟਾਂ ਦੇ ਉੱਤੇ ਉਹ ਬਣੀ ਹੋਈ ਹੈ ਪੰਜਾਬ ਦੇ ਵਿੱਚ, ਔਰ 6 ਸੀਟਾਂ ਤੇ ਕਾਂਗਰਸ, 5 ਸੀਟਾਂ ਤੇ ਅਕਾਲੀ ਬੀਜੇਪੀ, ਪੀਡੀਏ ਔਰ ਆਪ, ਇਹ ਵੀ ਲਗਾਤਾਰ ਨੇ ਜਿਹੜੇ ਇਹ ਮੁਕਾਬਲੇ ਦੇ ਵਿੱਚ ਬਣੇ ਹੋਏ ਨੇ। ਮੈਂ ਟੈਕਨੀਕਲ ਟੀਮ ਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਪੀਡੀਏ ਕਿਹੜੀ ਸੀਟ ਤੋਂ ਇਸ ਵਕਤ ਅੱਗੇ ਹੈ ਉਹ ਮੈਨੂੰ ਜ਼ਰੂਰ ਟੈਕਨੀਕਲ ਇਨਪੁਟ ਦੇ ਦੇਣ, ਔਰ ਲੇਟੈਸਟ ਪੋਜੀਸ਼ਨ ਹੈ ਜਿਹੜੀ ਉਹ ਜ਼ਰੂਰ ਅਪਡੇਟ ਕਰਨ, ਜਿਹੜਾ ਆਪਣੇ E9 ਪੰਜਾਬੀ ਦੇ ਉੱਤੇ ਵੀ ਰਿਜ਼ਲਟਸ ਜਾ ਰਹੇ ਨੇ। ਦਰਸ਼ਨ ਸਿੰਘ ਢਿੱਲੋਂ ਸਾਹਿਬ, ਆਮ ਆਦਮੀ ਪਾਰਟੀ ਤੇ ਪੀਡੀਏ ਅਗਰ ਇਕੱਠੇ ਹੁੰਦੇ, ਅਗਰ ਫਰਕ ਨਾ ਪਏ ਹੁੰਦੇ ਤੇ ਕੀ ਸਥਿਤੀਆਂ ਹੋਣੀਆਂ ਸੀ? ਉਸ ਤੋਂ ਪਹਿਲਾਂ ਮੈਂ ਟੈਲੀਫੋਨ ਕਾਲ ਜ਼ਰੂਰ ਲੈ ਲਵਾਂ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਸਰ? ਕੁਵੈਤ ਤੋਂ। ਹਾਂਜੀ ਹਾਂਜੀ ਸਰ, ਕੀ ਪੁੱਛਣਾ ਚਾਹੋਗੇ ਜੀ? ਲੁਧਿਆਣੇ ਤੋਂ ਰਵਨੀਤ ਬਿੱਟੂ ਅੱਗੇ ਨੇ ਜੀ, ਮਹੇਸ਼ਿੰਦਰ ਗਰੇਵਾਲ ਦੂਸਰੇ ਨੰਬਰ ਤੇ ਨੇ, ਸਿਮਰਜੀਤ ਬੈਂਸ ਤੀਸਰੇ ਨੰਬਰ ਤੇ ਨੇ ਹਲੇ। ਠੀਕ ਹੈ ਜੀ, ਥੋੜਾ ਹੀ ਫਰਕ ਹੈ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ, ਬਹੁਤਾ ਜ਼ਿਆਦਾ ਫਰਕ ਨਹੀਂ। ਅਪ ਡਾਊਨ ਲਗਾਤਾਰ ਹੋ ਰਹੇ ਨੇ, ਹਰ ਅੱਧੇ ਘੰਟੇ 'ਚ ਅਪ ਡਾਊਨ ਹੋ ਰਹੇ ਨੇ। ਪਰ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਨਾਲ ਰਵਨੀਤ ਬਿੱਟੂ 3500 ਸੀਟਾਂ ਤੇ ਅੱਗੇ ਨੇ, ਜਿਹੜੇ ਆਫੀਸ਼ੀਅਲ ਅਪਡੇਟ ਹੈ। ਦੂਸਰੇ ਨੰਬਰ ਤੇ ਸਿਮਰਜੀਤ ਬੈਂਸ ਜੀ, ਹੁਣ ਤੀਸਰੇ ਨੰਬਰ ਤੇ ਜੀ ਲੇਟੈਸਟ ਹੀ ਜੀ। ਇਲੈਕਸ਼ਨ ਕਮਿਸ਼ਨ ਥੋੜਾ ਜਿਹਾ ਲੇਟ ਅਪਡੇਟ ਕਰਦੇ, ਢਿੱਲੋਂ ਸਾਹਿਬ, ਹਾਂ ਥੋੜਾ ਜਿਹਾ ਲੇਟ ਅਪਡੇਟ ਕਰਦੇ ਸਰ। ਮਹੇਸ਼ਿੰਦਰ ਗਰੇਵਾਲ ਦੂਸਰੇ ਨੰਬਰ ਤੇ, ਨੰਬਰ 1 ਤੇ ਰਵਨੀਤ ਬਿੱਟੂ। ਹਾਂਜੀ ਹਾਂਜੀ ਦੱਸੋ। ਇਲੈਕਸ਼ਨ ਦੇ ਟਾਈਮ ਤੇ ਤਕਰੀਬਨ ਅਸੀਂ 22-23 ਮੁੰਡੇ ਜਿਹੜੀ ਦੇ ਹੱਕ ਜਿੱਥੇ ਆਈ, ਚਲੋ ਵੋਟ ਨਾਲ ਪ੍ਰਚਾਰ ਨਹੀਂ ਕੀਤਾ, ਚਲੋ ਅਸੀਂ ਜੀ ਅਸੀਂ ਲੁਧਿਆਣੇ ਨੂੰ ਬਿਲੋਂਗ ਕਰਦੇ ਹੀ ਸਾਡੀ ਬੈਂਸ ਸਾਹਿਬ ਨੂੰ ਪੂਰੀ ਸਪੋਰਟ ਕੀਤੀ ਹੈ ਜੀ ਜੀ। ਪਤਾ ਲੱਗ ਜੂਗੀ ਬੈਂਸ ਸਾਹਿਬ ਮੁਕਾਬਲੇ 'ਚ ਨੇ ਜੀ, ਹਜੇ ਮੁਕਾਬਲੇ 'ਚ ਨੇ, ਬਾਹਰ ਨਹੀਂ ਹੋਏ ਬੈਂਸ ਸਾਹਿਬ ਹਜੇ ਮੁਕਾਬਲੇ 'ਚ। ਪੀਡੀਏ ਪੂਰਾ ਮੁਕਾਬਲੇ 'ਚ ਹੈ, 100 150 200 ਵੋਟਾਂ ਦਾ ਫਰਕ ਹੈ ਹਲੇ। ਇਹ ਰਿਕਵਰ ਹੋ ਜਾਣੇ ਨੇ ਹਜੇ ਜਦੋਂ ਕਿਉਂਕਿ ਹਜੇ 5 ਜਿਹੇ ਇਲਾਕੇ ਨੇ ਵੱਡੇ ਪੰਜਾਬ 'ਚ, ਜਿੱਥੇ ਲੁਧਿਆਣੇ 'ਚ ਜਿੱਥੇ ਸਿਮਰਜੀਤ ਬੈਂਸ ਉਹਨਾਂ ਦਾ ਚੰਗਾ ਦਖਲ ਹੈ। ਇਹਦੇ 'ਚ ਜਗਰਾਉਂ ਹੈ, ਮੁੱਲਾਪੁਰ ਹੈ, ਦੱਖ ਹੈ, ਈਸਟ ਹੈ ਔਰ ਸਾਊਥ ਹੈ। ਉੱਥੇ ਜਾ ਕੇ ਸਿਮਰਜੀਤ ਬੈਂਸ ਕਾਫੀ ਜ਼ਿਆਦਾ ਸਖਤ ਮੁਕਾਬਲਾ ਦੇਣਗੇ ਬਾਕੀਆਂ ਨੂੰ। ਧੰਨਵਾਦ ਜੀ, ਧੰਨਵਾਦ ਜੀ। ਸੋ ਪੰਜਾਬੀ ਥਾਂ ਥਾਂ ਤੇ ਇਕੱਠੇ ਹੁੰਦੇ ਨੇ ਜਦੋਂ ਦੂਸਰੇ ਮੁਲਕ 'ਚ ਨੇ, ਤੇ ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜ਼ਰੂਰ ਲੇਟੈਸਟ ਅਪਡੇਟ ਹੈ ਜਿਹੜਾ ਉਹ ਹਾਸਲ ਕੀਤਾ ਜਾਵੇ। ਸੋ ਆਮ ਆਦਮੀ ਪਾਰਟੀ ਦੀ ਸਥਿਤੀ ਵੀ ਮੈਨੂੰ ਜ਼ਰੂਰ ਟੈਕਨੀਕਲ ਟੀਮ ਨੂੰ, ਸੁਨੀਲ ਉਹਨਾਂ ਨੂੰ ਕਹਾਂਗਾ ਮੈਂ ਕਿ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਆਪਣਾ ਜਿਹੜੀ ਇਨਫੋਰਮੇਸ਼ਨ ਹੈ ਆਪਣੀ ਟ੍ਰੈਂਡਸ ਦੀ, ਉਹਦੇ ਵਿੱਚ ਜ਼ਰੂਰ ਮੈਨੂੰ ਕਰੈਕਟ ਕਰਕੇ ਦੱਸਣ ਕਿ ਇਸ ਵਕਤ ਲੇਟੈਸਟ ਸਥਿਤੀਆਂ ਆਮ ਆਦਮੀ ਪਾਰਟੀ ਦੀਆਂ ਕੀ ਨੇ। ਸੋ ਇਸ ਵਕਤ ਪੀਡੀਏ ਪੰਜਾਬ 'ਚ ਕਿਸੇ ਸੀਟ ਤੋਂ ਲੀਡ ਨਹੀਂ ਕਰ ਰਿਹਾ। ਆਮ ਆਦਮੀ ਪਾਰਟੀ ਭਗਵੰਤ ਮਾਨ ਨੇ ਜਿਹੜੇ ਉਹ ਟ੍ਰੈਂਡਿੰਗ ਦੇ ਵਿੱਚ ਨੇ, ਉਹ ਅੱਗੇ ਚੱਲ ਰਹੇ ਨੇ, ਔਰ ਪੂਰੇ ਮੁਲਕ ਦੇ ਵਿੱਚ ਐਨਡੀਏ ਦਾ ਜਿਹੜਾ ਗੱਠਜੋੜ ਹੈ ਉਹ ਕਾਫੀ ਜ਼ਿਆਦਾ ਅੱਗੇ ਚੱਲ ਰਿਹਾ ਹੈ। ਸੋ ਇਹ ਸਿਰਫ ਰਿਜ਼ਲਟ ਨਹੀਂ ਹੈ, ਇਹ ਸਰਵੇਖਣਾਂ ਦੀ ਭਰੋਸੇਯੋਗਤਾ ਤੇ ਵੀ ਬਹੁਤ ਸਵਾਲ ਉੱਠੇ ਸੀ। ਹਾਲਾਂਕਿ ਮੈਂ ਵੀ ਇਸ ਓਪੀਨੀਅਨ ਦਾ ਸੀ ਕਿ ਸਰਵੇਖਣਾਂ ਦੇ ਮੁਤਾਬਕ ਰਿਜ਼ਲਟ ਮੈਨੂੰ ਵੀ ਨਹੀਂ ਲੱਗਦਾ ਸੀ ਕਿ ਆਏਗਾ, ਪਰ ਹਜੇ 1 ਘੰਟਾ ਹੋਇਆ, ਹਜੇ ਸਥਿਤੀਆਂ ਹੋਰ ਕਲੀਅਰ ਹੋਣਗੀਆਂ। ਸੋ 300 ਤੇ ਹਜੇ ਬੀਜੇਪੀ ਨਹੀਂ ਪਹੁੰਚੀ, ਕਾਂਗਰਸ 125 ਤੇ ਹਜੇ ਨਹੀਂ ਪਹੁੰਚੀ, ਔਰ ਅਦਰਸ ਵੀ ਹਜੇ 125 ਤੇ ਨਹੀਂ ਪਹੁੰਚੇ। ਸੋ ਫਿਲਹਾਲ ਬੀਜੇਪੀ ਅੱਗੇ ਚੱਲ ਰਹੀ ਹੈ, ਔਰ ਫਿਰੋਜ਼ਪੁਰ ਤੋਂ ਜਿਹੜੀਆਂ ਲੇਟੈਸਟ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਬਿਲਕੁਲ ਅਸੀਂ ਸਾਂਝੀਆਂ ਕਰ ਰਹੇ ਹਾਂ, ਔਰ ਬਠਿੰਡੇ ਤੋਂ ਵੀ, ਕਿਉਂਕਿ ਇਹ ਦੋਨੇ ਬੜੀਆਂ ਇੰਪੋਰਟੈਂਟ ਸੀਟਾਂ ਨੇ।
ਸੁਖਬੀਰ ਸਿੰਘ ਬਾਦਲ ਦੀ ਲੀਡ ਹੈ ਜਿਹੜੀ ਫਿਰੋਜ਼ਪੁਰ ਦੇ ਵਿੱਚ ਉਹ ਕਾਫੀ ਜ਼ਿਆਦਾ ਬਣ ਗਈ ਹੈ। ਸੋ ਫਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ ਦੀ ਲੀਡ 9000 ਵੋਟਾਂ ਦੀ ਹੋ ਗਈ ਹੈ, ਜਿਹੜੇ ਲੇਟੈਸਟ ਸਾਡੇ ਕੋਲੇ ਆંકੜੇ ਆ ਰਹੇ ਨੇ। ਢਿੱਲੋਂ ਸਾਹਿਬ, ਤੁਹਾਡੇ ਤੋਂ ਪਹਿਲਾਂ ਮੈਂ ਗਗਨਦੀਪ ਜੀ ਦੀ ਟਿੱਪਣੀ ਲੈ ਲਾਂ। ਗਗਨਦੀਪ ਜੀ, ਸ਼ੇਰ ਸਿੰਘ ਘੁਬਾਇਆ ਨੂੰ ਕੀ ਸਾਥ ਨਹੀਂ ਮਿਲਿਆ? ਕਹਿੰਦੇ ਬਹੁਤ ਸਾਰੇ ਤੁਹਾਡੇ ਕਾਂਗਰਸੀ ਨਾਲ ਨਹੀਂ ਚੱਲੇ ਉਹਨਾਂ ਦੇ। ਇਹਦਾ ਮਤਲਬ ਹੈ ਕਿ ਜਿਹੜੇ ਮੰਤਰੀ ਨੇ ਉੱਥੋਂ ਦੇ, ਉਹਨਾਂ ਦੇ ਉੱਤੇ ਵੀ ਕਾਰਵਾਈ ਤੈਅ ਹੈ ਜੇ ਸ਼ੇਰ ਸਿੰਘ ਘੁਬਾਇਆ ਹਾਰਦੇ ਨੇ ਤਾਂ। ਡੱਲਾ ਸਾਹਿਬ ਦੇਖੋ, ਕਿਤੇ ਨਾ ਕਿਤੇ ਜਿੰਨਾ ਕੁ ਉਹਨਾਂ ਨੂੰ ਕਾਂਗਰਸ 'ਚ ਆਉਣ ਦਾ ਫਾਇਦਾ ਹੋਣਾ ਹੈ, ਉਨਾ ਕੁ ਉਹਨਾਂ ਨੂੰ ਕਿਤੇ ਨਾ ਕਿਤੇ ਅਕਾਲੀ ਦਲ ਛੱਡਣ ਦਾ ਨੁਕਸਾਨ ਵੀ ਹੋਣਾ ਹੈ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਛੱਡ ਕੇ ਆਉਣ ਨਾਲ ਜਿਹੜੇ ਕੁਝ ਕਾਂਗਰਸੀ ਨਾਰਾਜ਼ ਚੱਲੇ, ਜਾਂ ਅਕਾਲੀ ਦਲ ਛੱਡ ਕੇ ਆਉਣ ਨਾਲ ਕੁਝ ਅਕਾਲੀ ਦਲ ਵਾਲੇ ਉਹਨਾਂ ਦੇ ਨਾਲ ਆਏ, ਉਹਨਾਂ ਕਰਕੇ ਵੀ ਜਿਹੜੇ ਉਹ ਏਰੀਏ ਨੂੰ ਬਿਲੋਂਗ ਕਰਨ ਵਾਲੇ ਕਾਂਗਰਸੀ ਸੀ ਉਹ ਨਾਰਾਜ਼ ਹੋਏ। ਕਿਤੇ ਨਾ ਕਿਤੇ ਉਹਦਾ ਨੁਕਸਾਨ ਕਿਸੇ ਕਾਰਨਰ ਤੋਂ ਹੋਣਾ ਹੀ ਹੋਣਾ ਹੈ। ਔਰ ਜਿਹੜੀ ਗੱਲ ਰਹੀ ਕਾਰਵਾਈ ਵਾਲੀ, ਉਸ ਦਾ ਰਿਜ਼ਲਟ ਆਉਣ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੈ ਕਿ ਕਿਹਦੇ ਕਰਕੇ ਨੁਕਸਾਨ ਹੋਇਆ। ਜੇ ਉਸ ਜ਼ਿਲ੍ਹੇ ਨਾਲ ਸੰਬੰਧਿਤ ਜਾਂ ਉਸ ਏਰੀਏ ਨਾਲ ਸੰਬੰਧਿਤ ਕਿਸੇ ਮੰਤਰੀ ਜਾਂ ਐਮਐਲਏ ਕਰਕੇ ਸ਼ੇਰ ਸਿੰਘ ਘੁਬਾਇਆ ਜੀ ਲੂਜ਼ ਕਰਦੇ ਆ ਤਾਂ ਉਹ ਤਾਂ ਗੱਲ ਪੱਕੀ ਹੈ, ਫਿਰ ਕਾਰਵਾਈ ਤਾਂ ਹੋਣੀ ਹੋਣੀ ਹੈ। ਤੁਸੀਂ ਕਿਵੇਂ ਵੇਖਦੇ ਹੋ ਜੀ ਦਰਸ਼ਨ ਸਿੰਘ ਜੀ? ਦੇਖੋ ਜੀ, ਅਸੀਂ ਪਹਿਲਾਂ ਵੀ ਕਹਿ ਚੁੱਕੇ ਵੀ ਇੱਕ ਆਪਸੀ ਸੰਧੀ ਸੀ ਬਠਿੰਡਾ ਔਰ ਉੱਥੇ ਵਾਸਤੇ ਵੀ ਤੂੰ ਮੇਰੀ ਘਰ ਵਾਲੀ ਨੂੰ ਜਿਤਾਉਣਾ ਤੇ ਮੈਂ ਤੇਰੇ ਘਰ ਵਾਲੀ ਨੂੰ ਜਿਤਾਉਣਾ, ਪਰ ਉੱਥੇ ਆ ਕੇ ਸਿੱਧੂ ਨੇ ਥੋੜਾ ਖੇਡ ਵਿਗਾੜਿਆ। ਹੁਣ ਜਿਹੜੀ ਫਿਰੋਜ਼ਪੁਰ ਦੀ ਸੀਟ ਆਪਾਂ ਉਹਦੀ ਗੱਲ ਕਰਦੇ ਹਾਂ। ਫਿਰੋਜ਼ਪੁਰ 'ਚ ਸ਼ੇਰ ਸਿੰਘ ਘੁਬਾਇਆ ਡੈਫੀਨੇਟਲੀ ਹਾਰਨਗੇ, ਕੋਈ ਸ਼ੱਕ ਨਹੀਂ ਹੈ, ਪਰ ਇੱਕ ਤਰ੍ਹਾਂ ਦੀ ਸੰਧੀ ਹੈ। ਸੁਖਬੀਰ ਬਾਦਲ ਨੇ ਕਦੇ ਵੀ ਸੈਂਟਰਲ ਪੋਲਿਟਿਕਸ 'ਚ ਨਹੀਂ ਰਹਿਣਾ। ਸਾਲ 6 ਮਹੀਨੇ ਬਾਅਦ ਉਹਨਾਂ ਨੇ ਫੇਰ ਰਿਜ਼ਾਈਨ ਕਰਕੇ ਇੱਥੇ ਐਮਐਲਏ ਹੋਣਾ ਹੈ ਤੇ ਇੱਥੇ ਹੀ ਉਹਨਾਂ ਨੇ ਸੀਐਮ ਦੀ ਲੜਾਈ ਲੜਨੀ ਹੈ। ਇਸ ਕਰਕੇ ਸ਼ੇਰ ਸਿੰਘ ਘੁਬਾਇਆ ਨੂੰ ਇੱਕੋ ਦੁਬਾਰਾ ਚਾਂਸ ਦੇਣਗੇ ਅਕਾਲੀ ਦਲ 'ਚ ਆ ਕੇ ਉੱਥੋਂ ਐਮਪੀ ਲੜਨ ਦਾ। ਦੂਸਰੀ ਗੱਲ ਜਿਹੜੀ ਬਠਿੰਡਾ ਸੀਟ ਦੀ ਹੈ, ਸਭ ਤੋਂ ਜੇ ਛੋਟੀ ਲੀਡ ਇਸ ਵੇਲੇ ਚੱਲ ਰਹੀ ਹੈ ਹਰਸਿਮਰਤ ਬਾਦਲ ਦੀ ਹੈ। ਸਾਰੀਆਂ ਕਨਸਟੀਟਿਊਐਂਸੀਆਂ 13 ਦੀਆਂ 13 ਚੋਂ ਉਹ ਤਕਰੀਬਨ 745 ਵੋਟਾਂ ਤੇ ਲੀਡ ਕਰ ਰਹੇ ਨੇ। ਪਿਛਲੀ ਵਾਰ ਉਹ ਤਕਰੀਬਨ 18000 ਤੇ ਜਿੱਤੇ ਸੀ। ਅਮਰਿੰਦਰ ਵੜਿੰਗ ਜੋ ਨੇ ਉੱਥੇ, ਰਾਜਾ ਵੜਿੰਗ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਬੜੀ ਅੱਛੀ ਇੱਕ ਟਫ ਫਾਈਟ ਦੇ ਰਹੇ ਨੇ। ਸ਼ੁਰੂ ਵਿੱਚ ਉਹਨਾਂ ਨੂੰ ਜਦੋਂ ਫੀਲਡ ਵੀ ਕੀਤਾ ਸੀ ਤੇ ਲੋਕ ਸੋਚਦੇ ਸੀ ਇੱਕ ਇਹ ਜਿਹੜੇ ਇਦਾਂ ਦੇ ਕੈਂਡੀਡੇਟ ਨੇ ਵੀ ਸ਼ਾਇਦ ਕੁਝ ਨਹੀਂ ਕਰ ਪਾਉਣਗੇ ਸਿਰਫ, ਪਰ ਇੱਕ ਉਹਨਾਂ ਨੇ ਤਗੜੀ ਫਾਈਟ ਦਿੱਤੀ। ਉਹਦਾ ਇੱਕ ਵੱਡਾ ਰੀਜ਼ਨ ਹੈ ਕਿ ਅਮਰਤਾ ਵੜਿੰਗ ਨੇ ਜਦੋਂ ਇਲੈਕਸ਼ਨ ਦੀ ਕਮਾਂਡ ਸੰਭਾਲੀ ਤੇ ਉਹਨਾਂ ਨੇ ਬਹੁਤ ਇੱਕ ਵੋਟਰਾਂ ਨਾਲ ਕਨੈਕਟ ਬਣਾਇਆ ਹੈ। ਜਿਹੜੀਆਂ ਬੇਸਿਰ ਫੈਰ ਦੀਆਂ ਗੱਲਾਂ ਕਈ ਵਾਰੀ ਉਹਨਾਂ ਨੇ ਸ਼ਮਸ਼ਾਨ ਘਾਟ 'ਚ ਮਰਨ ਨੂੰ ਜੀ ਕਰਦਾ ਜਾਂ ਕੀਤੀਆਂ, ਉਸ ਤੋਂ ਬਾਅਦ ਮੈਂ ਇੱਕ ਟੈਲੀਫੋਨ ਕਾਲ ਲੈ ਲਾਂ ਦਰਸ਼ਨ ਸਿੰਘ ਜੀ, ਤੁਹਾਡੀ ਗੱਲ ਨੂੰ ਵੀ ਫਿਰ ਨਾਲ ਮੈਂ ਅੱਗੇ ਜੋੜਦਾ। ਹਾਂਜੀ ਸਰ, ਕੌਣ ਬੋਲ ਰਹੇ ਹੋ ਜੀ? ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ ਜੀ, ਕੌਣ ਬੋਲ ਰਹੇ ਹੋ ਸਰ? ਮੈਂ ਰਾਹੁਲ ਬੋਲ ਰਿਹਾ ਸੀ ਦਿੱਲੀ ਤੋਂ। ਦਿੱਲੀ ਤੋਂ, ਹਾਂਜੀ ਹਾਂਜੀ ਰਾਹੁਲ ਜੀ। ਸਰ ਬਠਿੰਡਾ ਸੀਟ ਬਾਰੇ ਪਤਾ ਕਰਨਾ ਸੀ। ਬੀਬੀ ਹਰਸਿਮਰਤ ਕੌਰ ਬਾਦਲ ਅੱਗੇ ਹੈ ਜੀ ਉੱਥੇ। ਬੀਬੀ ਹਰਸਿਮਰਤ ਕੌਰ ਬਾਦਲ ਅੱਗੇ ਨੇ। ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਅੱਗੇ। 287 ਵੋਟਾਂ ਦੇ ਰਾਜਾ ਵੜਿੰਗ ਅੱਗੇ ਹੋ ਗਈ ਐਸ ਪਰ ਇਲੈਕਸ਼ਨ। ਹੈਲੋ, ਕਿੰਨੀਆਂ ਵੋਟਾਂ ਦੇ ਅੱਗੇ ਆ ਸਰ ਬਠਿੰਡਾ ਤੋਂ? ਬਠਿੰਡਾ ਜਿਹੜੇ ਸੁਖਬੀਰ ਬਾਦਲ ਨੇ ਉਹ 9000 ਵੋਟਾਂ ਤੋਂ ਅੱਗੇ ਨੇ। ਔਰ ਨਹੀਂ ਸਰ ਬਠਿੰਡਾ ਤੋਂ ਰਾਜਾ ਵੜਿੰਗ, ਲੇਟੈਸਟ ਦਰਸ਼ਨ ਸਿੰਘ ਢਿੱਲੋਂ ਜੀ ਸਾਨੂੰ ਅਪਡੇਟ ਕਰ ਰਹੇ ਨੇ, 287 ਵੋਟਾਂ ਤੋਂ ਰਾਜਾ ਵੜਿੰਗ ਇਸ ਵਕਤ ਬਠਿੰਡਾ ਤੋਂ ਅੱਗੇ ਨੇ। ਰਾਜਾ ਵੜਿੰਗ ਮਤਲਬ ਰਾਜਾ ਜੀ ਅੱਗੇ ਹੈ ਬਠਿੰਡਾ ਤੋਂ 200 ਵੋਟਾਂ ਤੇ। ਇਹ ਬਹੁਤ ਜ਼ਿਆਦਾ ਸਮਾਂ ਇਹ ਜਿਹੜਾ ਇਹ ਲੀਡ ਹੈ ਇਹ ਨਹੀਂ ਰਹਿੰਦੀ। ਅੱਛਾ ਤਾਂ ਸਰ ਫਾਈਨਲ ਮਤਲਬ ਕਿੰਨੇ ਵਜੇ ਪਤਾ ਲੱਗੇਗਾ? 2 ਵਜੇ ਤੱਕ, 2-3 ਵਜੇ ਤੱਕ ਸਾਰੇ ਜਿਹੜੀਆਂ VOTING ਮਸ਼ੀਨਾਂ ਨੇ ਉਹ ਕਾਊਂਟ ਹੋਣਗੀਆਂ, ਲੇਕਿਨ ਫਾਈਨਲ ਰਿਜ਼ਲਟ ਰਾਤ ਤੱਕ ਆਏਗਾ ਜੀ। ਠੀਕ ਹੈ ਸਰ, ਥੈਂਕ ਯੂ। ਸੋ ਪੰਜਾਬ ਲਈ ਦਿੱਲੀ ਵਾਲਿਆਂ ਨੂੰ ਵੀ ਜ਼ਰੂਰ ਜੀ, ਗਗਨਦੀਪ ਜੀ ਅਪਡੇਟ ਕਰਨਾ ਚਾਹੁੰਦੇ ਨੇ। ਡੱਲਾ ਸਾਹਿਬ, ਜੋ ਬਠਿੰਡੇ ਦੇ ਰੁਝਾਨ ਆ ਰਹੇ ਆ ਜੀ, ਸੁਖਪਾਲ ਸਿੰਘ ਖਹਿਰਾ ਜੀ ਮੁੱਖ ਲੀਡਰ ਸੀ ਪੀਡੀਏ ਦੇ ਜੀ, ਔਰ 51000 ਕੁਝ ਵੋਟਾਂ ਤੇ ਰਾਜਾ ਵੜਿੰਗ ਜੀ ਚੱਲ ਰਹੇ ਆ ਜੀ। ਇਲੈਕਸ਼ਨ ਕਮਿਸ਼ਨ ਦੀ ਅਫੀਸ਼ੀਅਲ ਵੈਬਸਾਈਟ ਹੈ ਦੋਸਤੋ, ਦੱਸ ਰਹੀ ਹੈ ਜੀ। ਔਰ 50830 ਵੋਟਾਂ ਦੇ ਬੀਬੀ ਹਰਸਿਮਰਤ ਕੌਰ ਬਾਦਲ ਹੈ ਜੀ। ਔਰ ਸੁਖਪਾਲ ਸਿੰਘ ਖਹਿਰਾ ਜੀ ਨੂੰ 4099 ਵੋਟਾਂ ਸਿਰਫ ਪਈਆਂ। ਕਾਂਗਰਸ ਦੇ ਔਰ ਅਕਾਲੀ ਦਲ ਦੇ ਕੈਂਡੀਡੇਟ ਦੇ ਬਦਲੇ ਉਹਨਾਂ ਨੂੰ 10% ਵੋਟ ਆਉਂਦੀ ਦਿਸਦੀ ਹੈ। ਚਲੋ, ਹਜੇ ਸ਼ਹਿਰੀ ਇਲਾਕਿਆਂ ਦੀ VOTING ਚੱਲ ਰਹੀ ਹੈ। ਖੈਰ ਲੰਬੀ ਦੇ ਵਿੱਚ ਤਾਂ ਜ਼ਰੂਰ ਅਕਾਲੀ ਦਲ ਔਰ ਕਾਂਗਰਸ ਦਾ ਜਿਹੜਾ ਹੋਲਡ ਜ਼ਿਆਦਾ ਰਹਿੰਦਾ ਹੈ, ਪਰ ਬਹੁਤ ਸਾਰੇ ਦਿਹਾਤੀ ਇਲਾਕੇ ਨੇ। ਮੈਨੂੰ ਲੱਗਦਾ ਹੈ ਕਿ PDA ਵੀ ਮੁਕਾਬਲੇ 'ਚ ਰਹੂਗੀ। ਮੈਂ ਬਾਰ-ਬਾਰ ਇਹ ਜ਼ਿਕਰ ਕਰਦਾ ਹੁੰਨਾ ਕਿ ਸਿਹਤਮੰਦ ਲੋਕਤੰਤਰ 'ਚ ਸਖਤ ਮੁਕਾਬਲਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਸਖਤ ਮੁਕਾਬਲਾ ਨਹੀਂ ਹੁੰਦਾ ਤੇ ਉਦੋਂ ਸਰਕਾਰਾਂ ਕਈ ਵਾਰ ਮਨਮਰਜ਼ੀ ਵੀ ਕਰਦੀਆਂ ਨੇ। ਹਾਂਜੀ, ਬਹੁਤ ਸਵਾਗਤ ਹੈ ਜੀ। ਮੈਂ ਇੱਕ ਸਵਾਲ ਲੈ ਲਵਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਜੀ? ਜਸਵੀਰ ਸਿੰਘ ਡਿੰਪਾ ਜੀ ਹਜੇ ਉੱਥੋਂ ਅੱਗੇ ਚੱਲ ਰਹੇ ਨੇ ਜੀ।
18,000 ਤੋਂ ਉੱਪਰ 18,000 ਤੋਂ ਜ਼ਿਆਦਾ ਦੇ ਨਾਲ ਅੱਗੇ ਹੈ ਜੀ। ਠੀਕ ਹੈ ਜੀ, ਥੈਂਕ ਯੂ ਸਰ। ਸੋ ਹੌਲੀ ਹੌਲੀ ਜਿਹੜੇ ਰਿਜ਼ਲਟ ਨੇ ਉਹ ਹੋਰ ਐਕੂਰੇਟ ਨੇ, ਜਿਹੜੇ ਉਹ ਪਹੁੰਚਣੇ ਸ਼ੁਰੂ ਹੋ ਜਾਣਗੇ। ਸੋ ਬੜਾ ਸਖਤ ਮੁਕਾਬਲਾ ਜਿਹੜਾ ਪੰਜਾਬ ਦੀਆਂ ਵੱਖ-ਵੱਖ ਸੀਟਾਂ ਤੇ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ। ਸੋ ਕਾਂਗਰਸ ਔਰ ਅਕਾਲੀ ਭਾਜਪਾ ਦੇ ਵਿਚਾਲੇ ਕਾਫੀ ਜ਼ਿਆਦਾ ਮੁਕਾਬਲਾ ਜਿਹੜਾ ਉਹ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ। ਦਰਸ਼ਨ ਸਿੰਘ ਜੀ, ਪੀਡੀਏ ਦੀ ਪਰਫਾਰਮੈਂਸ ਤੇ ਮੈਂ ਜ਼ਰੂਰ ਚਾਹੂੰਗਾ ਇੱਕ ਵਾਰ ਫੇਰ ਤੁਸੀਂ ਟਿੱਪਣੀ ਕਰੋ। ਪੀਡੀਏ ਦੀ ਜਿਹੜੀ ਪਰਫਾਰਮੈਂਸ ਹੈ ਵਾਕਈ ਉਸ ਲੈਵਲ ਤੱਕ ਜਿੰਨੀ ਐਕਸਪੈਕਟਡ ਸੀ ਨਹੀਂ ਹੈ, ਕਾਫੀ ਮਾੜੀ ਹੈ ਮੈਂ ਕਹੂੰਗਾ ਉਸ ਤੋਂ, ਕਿਉਂਕਿ ਹੁਣ ਤਾਂ ਰਿਜ਼ਲਟ ਸਾਹਮਣੇ ਆ ਗਏ ਨੇ ਤੇ ਇਸ ਚੀਜ਼ ਨੂੰ ਕੋਈ ਡਿਫੈਂਡ ਕਰਨ ਦਾ ਤੇ ਜ਼ਰੂਰਤ ਹੈ। ਉਹ ਗਲਤੀਆਂ ਜਿਹੜੀਆਂ ਮੈਂ ਪਹਿਲਾਂ ਕਹਿ ਰਿਹਾ ਵੀ ਜੇ ਤੀਜੇ ਫਰੰਟ ਨੇ ਐਗਜ਼ਿਸਟ ਕਰਨਾ ਹੈ ਤੇ ਇਹ ਆਪਸੀ ਮਤਭੇਦ ਜਿਹੜੇ ਵਨ ਮੈਨਸ਼ਿਪ ਵਾਲੇ ਨੇ ਉਹ ਭੁਲਾਉਣੇ ਪੈਣਗੇ। ਆਮ ਆਦਮੀ ਪਾਰਟੀ ਵੀ ਕਿਉਂ ਹੋਂਦ ਚ ਆਈ ਸੀ, ਕਿਉਂਕਿ ਉਦੋਂ ਇੱਕ ਲਹਿਰ ਸੀ ਉਹਨਾਂ ਦੇ ਹੱਕ 'ਚ। ਹੁਣ ਉਹ ਲਹਿਰ ਬਿਲਕੁਲ ਖਤਮ ਹੋ ਚੁੱਕੀ ਹੈ। ਦੁਬਾਰਾ ਜੋ ਇੱਕ ਲਹਿਰ ਖਤਮ ਹੁੰਦੀ ਹੈ ਉਸ ਨੂੰ ਦੁਬਾਰਾ ਰਿਵਾਈਵ ਕਰਨਾ ਬਹੁਤ ਇੱਕ ਡਿਫਿਕਲਟ ਟਾਸਕ ਹੁੰਦਾ। ਉਹ ਤੇ 400% ਐਫਰਟ ਲਾ ਕੇ ਵੀ ਉਹ ਲਹਿਰ ਰਿਵਾਈਵ ਹੁੰਦੀ। ਖਾਸ ਕਰ ਜਿਹੜਾ ਦੂਜਾ NRI ਦਾ ਸਪੋਰਟ ਹੈ, ਉਹ ਬਹੁਤ ਵੱਡੀ ਸਪੋਰਟ ਸੀ ਉਦੋਂ ਤੀਜੀ ਧਿਰ ਨੂੰ ਖੜੀ ਕਰਨ ਦੀ। NRI ਨਿਰਾਸ਼ ਨੇ ਬਿਲਕੁਲ। ਇਸ ਇਲੈਕਸ਼ਨਾਂ 'ਚ ਕੋਈ ਵੱਡਾ ਰੋਲ ਉਹਨਾਂ ਦਾ ਨਜ਼ਰ ਨਹੀਂ ਆਇਆ ਤੇ ਉਹਨਾਂ ਨੂੰ ਬੜੀ ਨਿਰਾਸ਼ਾ ਵਧੀ ਹੈ ਕਿ ਸ਼ਾਇਦ ਇੱਥੇ ਕਾਲ ਸਰ ਜ਼ਰੂਰ ਲੈ ਲਵਾਂ, ਮੇਰੇ ਕੋਲ ਇੰਟਰਨੈਸ਼ਨਲ ਕਾਲ ਹੈ। ਹੈਲੋ, ਹਾਂਜੀ ਮੈਂ ਬੋਲ ਰਿਹਾ ਸਰ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ ਹਾਂਜੀ ਨਾਗਰਾ ਸਾਹਿਬ। ਹਾਂਜੀ ਜੀ ਜੀ ਉਸ ਬੰਦੇ ਨੇ ਹਰੇਕ ਬੰਦੇ ਨੂੰ ਦੱਸਿਆ, ਹਰੇਕ ਬੰਦੇ ਨੂੰ ਜਾਗਰੂਕ ਕੀਤਾ ਜੀ ਜਿਹੜੀ ਕੁਐਸਚਨਿੰਗ ਹੋ ਰਹੀ ਹੈ ਅੱਜ ਜੀ। ਇੱਕ ਕੱਲੇ ਭਗਤ ਦੇ ਸਾਹਮਣੇ ਬੋਲੇ ਲੋਕੀ ਨਾ ਜੀ ਖੜੇ ਹੋ ਕੇ ਉਹ ਸਾਰੇ ਸਾਹਮਣੇ ਲੀਡਰ ਸਾਹਮਣੇ ਉਹ ਖੜੇ ਹੋਏ ਆ ਜੀ। ਉਹਨਾਂ ਨੂੰ ਪਤਾ ਲੱਗਾ 5 ਕਰੋੜ ਦਾ ਅੱਜ ਕੱਲ੍ਹ ਪਹਿਲਾਂ ਮੈਂ ਜਦੋਂ ਆਪਾਂ ਨਾ ਹਰੇਕ ਵਿਚਾਰ ਨੂੰ ਫੈਮਿਲੀ ਤੇ ਕਰਨਾ ਹੈ ਕੀ ਆ ਜੀ ਆਪਾਂ ਜਦੋਂ ਮੈਂ ਸਿੱਧੀ ਤਾਂ ਹੀ ਕਹਿ ਰਿਹਾ ਜੀ ਕੈਨੇਡਾ ਦੀ, ਕਿਉਂਕਿ ਆਪਾਂ ਨੂੰ ਪਿਆਰ ਹੈ ਆਈਡੀਆ ਹੈ ਜਦੋਂ ਮੈਂ ਇੱਥੇ ਹਾਂ ਕੈਨੇਡਾ ਦੀ ਜੀ ਤੇ ਮੈਂ ਕਿਹੜੀ ਕਿੰਨੀ ਪਿਆਰ ਹੈ ਸਭ ਕਰਕੇ ਆਪਾਂ ਪਿਆਰ ਹੈ ਆਪਣੇ ਦੇਸ਼ ਦਾ। ਹਾਂਜੀ ਹਾਂਜੀ ਚੰਗਾ ਕੁਝ ਹੋਊਗਾ ਉਹ ਕੁਝ ਹੋ ਸਕਦਾ ਕਿ ਆਪਾਂ ਹੀ ਕਦਾਂ ਨਹੀਂ ਚੇਂਜ ਐਦਾਂ ਦੀ ਗੱਲ ਨਹੀਂ, ਆਪਾਂ ਵੀ ਆਦਾ ਨਹੀਂ ਚੇਂਜ ਕਰਨੀ, ਆਪਾਂ ਆ ਜਾਣਾ ਹੈ ਜੀ। ਮੈਂ ਇਸ ਤੋਂ ਕੋਈ ਤੁਹਾਨੂੰ ਫਰਕ ਪੈਂਦਾ ਤਾਂ ਕਿ ਜਿਹੜੀ ਚੀਜ਼ ਨੂੰ ਇਸਲਾਮ ਨਹੀਂ ਪਾਲਾ ਕੇ ਚਾਹੁੰਦੇ ਇਸ ਗੱਲ ਦਾ ਜਵਾਬ ਦੇਣੇ ਨੇ ਜਿਹੜੇ ਤੁਹਾਡੇ ਨਾਲ ਬੈਠੇ ਆ ਨਾ ਜੀ 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 ਜੀ। ਸੋ ਮੈਨੂੰ ਲੱਗਦਾ ਹੈ ਟੈਲੀਫੋਨ ਕਾਲ ਉਹਨਾਂ ਦੀ ਡਿਸਕਨੈਕਟ ਹੋਈ ਹੈ, ਮੈਂ ਮਾਫੀ ਚਾਹੂੰਗਾ। ਟੈਲੀਫੋਨ ਹਾਂਜੀ ਗਗਨਦੀਪ ਜੀ। ਡੱਲਾ ਸਾਹਿਬ ਜੀ, ਖਡੂਰ ਸਾਹਿਬ ਦਾ ਜੇ ਰਿਜ਼ਲਟ ਦੇਖੀਏ ਜੀ ਤਾਂ ਜਸਬੀਰ ਸਿੰਘ ਡਿੰਪਾ ਜੀ 60,200 ਵੋਟਾਂ ਤੇ ਨੇ ਜੀ ਤੇ ਬੀਬੀ ਜਗੀਰ ਕੌਰ 38,400 ਵੋਟਾਂ ਤੇ ਹੈ ਜੀ। ਔਰ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ, ਜਿਨ੍ਹਾਂ ਦੀ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਪਰਿਵਾਰ ਦੀ ਪੰਜਾਬ ਲਈ ਦੇਸ਼ ਲਈ ਬੜੀ ਕੰਟਰੀਬਿਊਸ਼ਨ ਹੈ ਜੀ, ਪਰ 27,256 ਵੋਟਾਂ ਤੇ ਨੇ ਜੀ। ਕਿ ਇੱਥੇ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਕਿਤੇ ਬੀਬੀ ਖਾਲੜਾ, ਮੈਨੂੰ ਇਹ ਗੱਲ ਕਹਿਣ ਤੋਂ ਕੋਈ ਗਰੇਜ ਨਹੀਂ, ਚਾਹੇ ਮੈਂ ਕਾਂਗਰਸ ਪਾਰਟੀ ਨਾਲ ਜੁੜਿਆ, ਜੇ ਕਿਤੇ ਬੀਬੀ ਖਾਲੜਾ ਆਜ਼ਾਦ ਤੌਰ ਤੇ ਲੋਕਾਂ ਦੇ ਨੁਮਾਇੰਦੇ ਬਣ ਕੇ ਚੋਣ ਲੜਦੇ ਤਾਂ ਉਹ ਕਿਤੇ ਨਾ ਕਿਤੇ ਫਾਈਟ ਵਿੱਚ ਸੀ, ਜਿੱਤ ਵੀ ਸਕਦੇ ਸੀ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਪੀਡੀਏ ਨਾਲ ਜੁੜ ਕੇ ਲੜਨ ਦਾ ਨੁਕਸਾਨ ਹੋਇਆ ਕਿਉਂਕਿ ਸੁਖਪਾਲ ਸਿੰਘ ਖਹਿਰਾ ਜੀ ਉਹ ਤੀਜਾ ਫਰੰਟ ਬਣਾ ਨਹੀਂ ਪਾਏ ਜਿਹਦੀ ਲੋਕਾਂ ਨੇ ਆਸ ਰੱਖੀ ਸੀ ਜੀ। ਕਿਉਂਕਿ 60,000 ਵੋਟ ਔਰ 27,000 ਵੋਟ ਔਰ 38,000 ਵੋਟ, 38,000 ਔਰ 60,000 ਦੇ ਵਿੱਚ 22,000 ਵੋਟਾਂ ਦਾ ਫਰਕ ਹੈ ਪਹਿਲੇ ਗੇੜ ਦੇ ਵਿੱਚ ਸਵੇਰੇ 10 ਵਜੇ। ਔਰ ਮੈਨੂੰ ਲੱਗਦਾ ਨਹੀਂ ਕਿ ਰਿਜ਼ਲਟ ਆਉਣ ਤੱਕ ਬਾਕੀ ਦੇ ਦੋ ਕੈਂਡੀਡੇਟ ਕਿਤੇ ਜਸਬੀਰ ਸਿੰਘ ਡਿੰਪਾ ਜੀ ਦੇ ਨੇੜੇ ਤੇੜੇ ਵੀ ਨਜ਼ਰ ਆਉਣਗੇ। ਚਲੋ ਕੋਈ ਨਹੀਂ, ਆਉਣ ਵਾਲੇ ਸਮੇਂ 'ਚ ਦੇਖਦੇ ਹਾਂ। ਹਜੇ ਬਹੁਤ ਸਾਰੇ ਗੇੜਾਂ ਦੀਆਂ ਵੋਟਾਂ ਨੇ ਜਿਹੜੀਆਂ ਉਹ ਬਾਕੀ ਨੇ। ਦਰਸ਼ਨ ਢਿੱਲੋਂ ਸਾਹਿਬ, ਪੀਡੀਏ ਪੰਜਾਬ 'ਚ ਜੇ ਸੰਗਠਿਤ ਹੁੰਦਾ ਜਾਂ ਇਹ ਮੰਨ ਲਈਏ ਕਿ ਆਮ ਆਦਮੀ ਪਾਰਟੀ ਨਾਲੋਂ ਵੱਖਰਾ ਨਾ ਹੁੰਦਾ, ਫਿਰ ਸਥਿਤੀਆਂ ਪੰਜਾਬ 'ਚ ਕੀ ਰਹਿ ਸਕਦੀਆਂ ਸੀ? ਫਿਰ ਸਥਿਤੀਆਂ ਡੈਫੀਨਿਟਲੀ ਬਿਹਤਰ ਹੋਣੀਆਂ ਸੀ ਜੀ। ਪਰ ਇੱਕ ਗੱਲ ਜੋ ਗਗਨਜੀਤ ਜੀ ਨੇ ਕਹੀ, ਮੈਂ ਖਡੂਰ ਸਾਹਿਬ ਬਾਰੇ ਗੱਲ ਕਰਦਾ
ਵੀ ਦੇਖੋ ਇੱਕ ਸ਼ਹੀਦ ਦਾ ਪਰਿਵਾਰ ਹੋਣਾ ਜਾਂ ਉਹ ਕੋਈ ਕ੍ਰੈਡੀਬਿਲਟੀ ਨਹੀਂ, ਇੱਕ ਰਿਸਪੈਕਟ ਹੈ। ਇਹ ਫੈਕਟਰ ਬਹੁਤ ਵਾਰੀ ਜੋ ਹੈ ਵੋਟ ਬੈਂਕ 'ਚ ਤਬਦੀਲ ਨਹੀਂ ਹੁੰਦਾ। ਲੋਕ ਸਿੰਪਥੀ ਤਾਂ ਰੱਖਦੇ ਨੇ, ਲੋਕ ਨਾਲ ਵੀ ਆਉਂਦੇ ਨੇ, ਖੜਦੇ ਵੀ ਨੇ, ਪਰ ਉਹਨਾਂ ਨੂੰ ਉਹ ਵੋਟ ਪਾਉਣ ਵੇਲੇ ਉਹ ਟ੍ਰੈਡੀਸ਼ਨਲ ਪਾਰਟੀਆਂ ਜਾਂ ਹੋਰ ਆਪਦੀਆਂ ਜਿੱਧਰ ਲਿੰਕਿੰਗ ਆ ਉਧਰ ਚਲੇ ਜਾਂਦੇ ਨੇ। ਹੁਣ ਖਡੂਰ ਸਾਹਿਬ 'ਚ ਇਹ ਹੈ ਵੀ 9 ਦੇ 9 ਐਮਐਲਏ ਜੋ ਨੇ ਕਾਂਗਰਸ ਦੇ ਨੇ ਜੀ, ਪੂਰੀ ਕਾਂਗਰਸ ਉੱਥੋਂ ਫੁੱਲ ਮੈਜੋਰਟੀ ਨਾਲ ਜਿੱਤੀ ਹੈ, ਸਾਰੀਆਂ ਸੀਟਾਂ ਕਾਂਗਰਸ ਕੋਲੇ ਨੇ ਔਰ ਐਮਐਲਏ ਵੀ ਨੇ, ਉਹਨਾਂ ਦੇ ਸਰਪੰਚ ਦੀ ਨੇ। ਇਸ ਚੀਜ਼ ਦੇ ਜੋ ਆਪਦੇ ਪਰਸਨਲ ਰਿਲੇਸ਼ਨ ਨੇ ਜਾਂ ਐਮਐਲਏ ਦੀ ਆਪਦੀ ਰਿਸਪੈਕਟ ਹੈ ਜਾਂ ਆਪਦਾ ਕਨੈਕਟ ਹੈ ਲੋਕਾਂ ਨਾਲ, ਉਸ ਚੀਜ਼ ਦਾ ਵੋਟ ਪਾਉਣ ਵੇਲੇ ਬੜਾ ਵੱਡਾ ਫਰਕ ਪੈਂਦਾ ਹੈ। ਜੀ। ਹੁਣ ਬੀਬੀ ਜੋ ਖਾਲੜਾ ਜੀ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ, ਉਦੋਂ ਤਾਂ ਇੰਡੀਪੈਂਡੈਂਟ ਸੀ, ਉਦੋਂ ਨਾ ਕਿਸੇ ਨੇ ਵੋਟ ਪਾਈ। ਜੀ। ਇਹ ਗੱਲ ਨੂੰ ਕਨੈਕਟ ਕਰਨਾ ਵੀ ਉਹ ਪੀਡੀਏ ਕਰਕੇ ਨਹੀਂ ਜਿੱਤੇ ਤੇ ਅਦਰਵਾਈਜ਼ ਜਿੱਤ ਜਾਂਦੇ, ਅਦਰਵਾਈਜ਼ ਵੀ ਸ਼ਾਇਦ ਉਹਨਾਂ ਨੂੰ ਇੰਨੀ ਕੀ ਵੋਟ ਪੈਂਦੀ, ਹੋ ਸਕਦਾ ਦੋ ਘੱਟ ਵੀ ਪੈਂਦੀ। ਜੀ। ਤੇ ਕਿਉਂਕਿ ਦੋਨੇ ਚੀਜ਼ਾਂ, ਇੱਕ ਸਿੰਪਥੀ ਹੋਣਾ ਔਰ ਵੋਟ ਪਾਉਣਾ, ਦੋਨੇ ਅਲੱਗ-ਅਲੱਗ ਨੇ। ਜੀ ਜੀ, ਮੈਂ ਗੁਰਮ ਸਾਹਿਬ ਦੀ ਟਿੱਪਣੀ ਜ਼ਰੂਰ ਲੈ ਲਾਂ। ਗੁਰਮ ਸਾਹਿਬ ਕੋਈ ਨਹੀਂ, ਆਪਾਂ ਕਰਦੇ ਹਾਂ ਜੀ। ਗੁਰਮ ਸਾਹਿਬ, ਇਸ ਵਕਤ ਤੁਸੀਂ ਇਹਨਾਂ ਸਥਿਤੀਆਂ ਨੂੰ ਕਿਵੇਂ ਵੇਖਦੇ ਹੋ? ਬੀਬੀ ਪਰਮਜੀਤ ਖਾਲੜਾ ਔਰ ਸੁਖਪਾਲ ਖਹਿਰਾ, ਇਹਨਾਂ ਦੋਹਾਂ ਦੀ ਪਰਫਾਰਮੈਂਸ ਨੂੰ ਕਿਹੜੇ-ਕਿਹੜੇ ਫੈਕਟਰ ਪ੍ਰਭਾਵਿਤ ਕੀਤੇ ਨੇ? ਮੈਂ ਜੋ ਇਸ ਨੂੰ ਦੇਖਦਾ ਜੀ ਵੀ ਬ੍ਰਹਮਪੁਰਾ ਸਾਹਿਬ ਨਾਲ ਜਿਹੜੀ ਗੱਲਬਾਤ ਸੁਖਪਾਲ ਖਹਿਰੇ ਤੇ ਇਸ ਗਰੁੱਪ ਦੀ ਟੁੱਟੀ, ਉਹਦਾ ਸਭ ਤੋਂ ਵੱਡਾ ਕਾਰਨ ਸੀ ਖਹਿਰੇ ਨੇ 10 ਮਿੰਟ ਦੇ ਵਿੱਚ ਫੈਸਲਾ ਬੀਬੀ ਖਾਲੜਾ ਨੂੰ ਲੈ ਕੇ ਉਹਨਾਂ ਤੇ ਠੋਸਤਾ ਜੀ। ਉਹ ਕਿਤੇ ਨਾ ਕਿਤੇ ਬ੍ਰਹਮਪੁਰਾ ਨੂੰ ਸਬਲਾਈਮ ਕਰਨ ਦੀ ਕੋਸ਼ਿਸ਼ ਸੀ, ਉਹਨੂੰ ਸਨੱਬ ਕਰਨ ਦੀ ਕੋਸ਼ਿਸ਼ ਸੀ ਵੀ ਕਿਤੇ ਉਹ ਮਾਝੇ ਦਾ ਜਰਨੈਲ ਨਾ ਬਣ ਸਕੇ ਜੀ। ਇਹ ਇੱਕ ਬਹੁਤ ਵੱਡਾ ਮੁੱਦਾ ਰਿਹਾ। ਫਿਰ ਵੀ ਉਹਨਾਂ ਨੇ ਵਿਸ਼ਾਲ ਹਿਰਦੇ ਨਾਲ ਉਸ ਨੂੰ ਬੀਬੀ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ, ਆਪ ਚੋਣ ਮੁਹਿੰਮ ਚੋਂ ਹਟੇ। ਕਿਤੇ ਨਾ ਕਿਤੇ ਜੋ ਟਕਸਾਲੀ ਅਕਾਲੀ ਆਗੂਆਂ ਦਾ ਰੋਲ ਸੀ ਉਹ ਸਿਰਫ ਇਸ ਤੱਕ ਸੀ ਵੀ ਉਹ ਸਿਰਫ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦੇਖਣਾ ਚਾਹੁੰਦੇ ਸੀ। ਉਹਦੇ ਵਿੱਚ ਚਾਹੇ ਲੁਕੀ ਛਿਪੀ ਜਿੱਤ ਕਾਂਗਰਸ ਦੇ ਰੂਪ 'ਚ ਹੋਵੇ ਤੇ ਚਾਹੇ ਪੀਡੀਏ ਦੇ ਰੂਪ 'ਚ ਹੋਵੇ ਤੇ ਚਾਹੇ ਆਪ ਦੇ ਰੂਪ 'ਚ ਜੀ। ਇਹ ਇਸ ਸੰਦਰਭ ਦੇ ਵਿੱਚ ਮੇਰੀ ਜਾਤੀ ਰਾਏ ਔਰ ਮੇਰੀ ਟਿੱਪਣੀ ਇਹੀ ਬਣਦੀ ਆ ਵੀ ਕਿਤੇ ਨਾ ਕਿਤੇ ਜਿਹੜੀ ਚੂਕ ਆ ਉਹ ਪੀਡੀਏ ਦੀ ਤਰਫ ਤੋਂ ਬਹੁਤ ਵੱਡੇ ਪੱਧਰ ਤੇ ਹੋਈ ਆ, ਉਹ ਲੋਕਾਂ ਦੀ ਨਬਜ਼ ਨਹੀਂ ਪਛਾਣ ਸਕੇ। ਜੀ। ਦਰਸ਼ਨ ਸਿੰਘ ਢਿੱਲੋਂ ਸਾਹਿਬ। ਬਿਲਕੁਲ ਜੀ, ਇਸ ਵੇਲੇ ਦੇ ਹਾਲਾਤ ਦੇਖ ਕੇ ਲੱਗਦਾ ਵੀ ਪੀਡੀਏ ਸਿਰਫ ਫਾਈਟ 'ਚ ਆਇਆ ਤਾਂ ਇੱਕੋ ਹੀ ਸੀਟ ਹੈ ਉਹ ਲੁਧਿਆਣਾ, ਜਿੱਥੇ 5000 ਵੋਟ ਤੋਂ ਸਿਮਰਜੀਤ ਬੈਂਸ ਪਿੱਛੇ ਨੇ ਜੀ, ਰਵਨੀਤ ਬਿੱਟੂ ਤੋਂ। ਬਾਕੀ ਕਿਸੇ ਵੀ ਜਗ੍ਹਾ ਆਪਾਂ ਦੇਖੀਏ ਵੀ ਉਹ ਜਿੱਤਣ ਦੇ ਜਾਂ ਸੈਕੰਡ ਨੰਬਰ ਤੇ ਆਉਣ ਦੇ ਨੇੜੇ ਤੇੜੇ ਨਹੀਂ ਨੇ। ਤੇ ਬਿਲਕੁਲ ਕੋਈ ਨਾ ਕੋਈ ਮਿਸਟੇਕ ਹੋਈ ਹੈ। ਉਹ ਬਾਅਦ 'ਚ ਕਿੰਨੀ ਵੋਟ ਪਰਸੈਂਟੇਜ ਪਈ ਹੈ, ਕਿਸ ਇਲਾਕੇ 'ਚੋਂ ਵੱਧ ਪਈ ਹੈ ਜਾਂ ਕਿਸ ਇਲਾਕੇ 'ਚੋਂ ਕਿਸ ਫੈਕਟਰ ਕਰਕੇ ਨਹੀਂ ਪਈ ਹੈ, ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਪਰ ਜੋ ਹਾਲਾਤ ਇਸ ਵੇਲੇ ਨਜ਼ਰ ਆ ਰਹੇ ਨੇ, ਬਿਲਕੁਲ ਉਹਦੇ 'ਚ ਪੀਡੀਏ ਨੂੰ ਕੋਈ ਹੰਗਾਰਾ ਨਹੀਂ ਮਿਲਿਆ ਜਿਸ ਤਰ੍ਹਾਂ। ਚਲੋ ਮੈਂ ਟੈਲੀਫੋਨ ਕਾਲ ਵੀ ਨਾਲ ਲੈ ਲਵਾਂ ਜੀ। ਹੈਲੋ। ਹਾਂਜੀ ਜੁਗਰਾਜ ਜੀ, ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਰਿਜ਼ਲਟ ਜਿਹੜੇ ਸਰ ਨੇ ਉਹ ਸ਼ਾਮ ਨੂੰ 8 ਵਜੇ ਤੱਕ ਐਕਸਪੈਕਟਡ ਨੇ। 8-9 ਵਜੇ ਤੱਕ ਫਾਈਨਲ ਰਿਜ਼ਲਟ ਆਉਣੇ ਸ਼ੁਰੂ ਹੋਣਗੇ। ਜੀ ਜੀ। ਦੂਜੇ ਨੰਬਰ ਤੇ ਰਹੀ ਗੱਲ ਪੀਡੀਏ ਆਮ ਪਾਰਟੀ ਜਿਹੜੀ ਇਕੱਠੀ ਹੁੰਦੀ, ਸਾਨੂੰ ਇਹਨਾਂ ਤੋਂ ਬਹੁਤ ਆਸਾਂ ਸੀਗੀਆਂ ਜੀ। ਬਾਕੀ ਸਾਰਾ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਹਾਲਾਤ ਬਹੁਤ ਉਹ ਹੋਏ ਪਏ ਆ ਜੀ। ਜੀ। ਚਲੋ ਅਸੀਂ ਸੌਂਦੇ ਹਾਂ, ਫਿਰ ਸਵੇਰੇ ਉੱਠ ਕੇ ਦੇਖਦੇ ਹਾਂ ਜੀ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਸਰ? ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਜੀ? ਕੈਨੇਡਾ ਤੋਂ ਜੀ ਸਰ। ਕੈਨੇਡਾ ਤੋਂ। ਬਿਲਕੁਲ ਜੀ, ਰਾਤ ਦੇ 12:30 ਹੋ ਗਏ, ਇਸੇ ਕਰਕੇ ਥੋੜੀ ਜਿਹੀ ਕਾਲ ਕੈਨੇਡਾ ਤੋਂ ਘਟੀ ਹੈ। ਵੈਸੇ ਟੈਲੀਫੋਨ ਲਗਾਤਾਰ ਆ ਰਹੇ ਸਾਨੂੰ। ਜਦੋਂ ਨੂੰ ਤੁਸੀਂ ਉੱਠੋਗੇ ਪੂਰਾ ਨਤੀਜਾ ਲੈ ਕੇ ਅਸੀਂ ਤੁਹਾਨੂੰ ਲਾਈਵ ਮਿਲਾਂਗੇ ਜੀ। ਜੀ ਜੀ, ਥੈਂਕ ਯੂ। ਮੈਂ ਆਪ ਕਾਂਗਰਸ ਨੂੰ ਵੋਟ ਪਾ ਕੇ ਆ ਸੀਗਾ, ਜੀ। ਇਹਨਾਂ ਤੋਂ ਬਹੁਤ ਆਸਾਂ ਸੀਗੀਆਂ ਜੀ। ਇਹੀ ਗੱਲ ਪੀਡੀਆ ਜਿੱਦਾਂ ਆਮ ਪਾਰਟੀ ਇਕੱਠੀ ਹੁੰਦੀ ਜੀ, ਵਧੀਆ ਗਾਰਾ ਮਿਲਦਾ ਸੀ ਇਹਨਾਂ ਨੂੰ ਪੰਜਾਬ 'ਚ। ਜੀ, ਜੇ ਇਕੱਠੇ ਹੁੰਦੇ ਤੇ ਵਧੀਆ ਹੋ ਸਕਦਾ ਸੀ ਜੀ। ਹਾਂ ਜੀ ਜੀ ਸਰ ਜੀ, ਥੈਂਕ ਯੂ। ਚਲੋ ਧੰਨਵਾਦ ਸਰ, ਧੰਨਵਾਦ ਜੀ। ਜੀ ਗਗਨਦੀਪ ਜੀ। ਡੱਲਾ ਸਾਹਿਬ ਫਤਿਹਗੜ੍ਹ ਸਾਹਿਬ ਸੀਟ ਤੋਂ ਡਾਕਟਰ ਅਮਰ ਸਿੰਘ 38600 ਵੋਟਾਂ ਔਰ ਦਰਬਾਰਾ ਸਿੰਘ ਗੁਰੂ ਜੀ 32300 ਵੋਟ ਔਰ ਮਨਵਿੰਦਰ ਸਿੰਘ ਗੈਸਪੁਰਾ ਜਿਹੜੇ ਪੀਡੀਏ ਦੇ ਉਮੀਦਵਾਰ ਸੀ ਔਰ ਸਿਮਰਜੀਤ ਬੈਂਸ ਸੀ ਜਿਹਦੇ ਬਹੁਤ ਨੇੜਲੇ ਸਾਥੀਆਂ ਚੋਂ ਹੈ, ਉਹ ਤੀਜਾ ਹਿੱਸਾ ਵੋਟ ਵੀ ਜਿਹੜਾ ਨੰਬਰ 1 ਕੈਂਡੀਡੇਟ ਆ ਉਹ ਤੋਂ ਨਹੀਂ ਲਿਜਾ ਪਾ ਰਹੇ। 12800 ਵੋਟਾਂ ਤੇ ਨੇ, ਤਕਰੀਬਨ 13000 ਦੇ ਕਰੀਬ। ਸੋ ਇਹ ਜਿਹੜੇ ਪੀਡੀਏ ਦੇ ਉਮੀਦਵਾਰ ਤੀਜੇ ਚੌਥੇ ਨੰਬਰ ਤੇ ਡੱਲਾ ਸਾਹਿਬ ਆ ਰਹੇ ਆ ਜੀ, ਇਹ ਜਿਹੜੀਆਂ ਗੱਲਾਂ ਬਾਹਰੋਂ ਵੀ ਵੀਰ ਬਾਰ-ਬਾਰ ਕਹਿ ਰਹੇ ਆ ਔਰ ਮੇਰੇ ਵੱਡੇ ਵੀਰ ਨੇ ਦਰਸ਼ਨ ਸਿੰਘ ਢਿੱਲੋਂ ਜੀ ਕੋਈ ਮੈਂ ਸੁਨੇਹਾ ਵੀ ਦੇ ਦਿਆਂ। ਮੇਰੀ ਜਗ੍ਹਾ ਤੇ 10-15 ਮਿੰਟ ਲਈ ਜਗਦੀਸ਼ ਸਿੰਘ ਸੰਧੂ ਸਾਹਿਬ ਸਾਡੇ ਨੇ, ਜਗਦੀਸ਼ ਸੰਧੂ ਸਾਹਿਬ,
ਉਹ ਮੇਰੀ ਜਗ੍ਹਾ ਤੇ 10 ਮਿੰਟ ਆਉਣਗੇ ਔਰ 10 ਮਿੰਟ ਮੈਂ 10 ਮਿੰਟ ਲਈ ਮੈਨੂੰ ਇਜਾਜ਼ਤ ਚਾਹੀਦੀ ਹੋਏਗੀ, ਬ੍ਰੇਕ ਕਹਿ ਲਓ, ਪਰ ਅਸੀਂ ਸ਼ੋਅ ਨਹੀਂ ਬੰਦ ਕਰਨਾ। ਜਗਜੀਤ ਸੰਧੂ ਤੋਂ ਬਾਅਦ 10 ਮਿੰਟ ਬਾਅਦ ਹੀ ਮੈਂ ਤੁਹਾਡੇ ਨਾਲ ਦੁਬਾਰਾ ਉਪਲਬਧ ਹੋਵਾਂਗਾ। ਕੁਝ ਟੈਕਨੀਕਲ ਨੈਸੈਸਿਟੀ ਹੈ ਜਿਹਦੇ ਕਰਕੇ ਇਸ ਵਕਤ ਮੇਰੀ ਜਗ੍ਹਾ ਦੇ ਉੱਤੇ ਜਗਜੀਤ ਸੰਧੂ ਆਣਗੇ। ਮੇਰੇ ਸਾਥੀ ਪੱਤਰਕਾਰ ਨੇ, ਉਹ ਵੀ ਬੜੇ ਸੂਝਵਾਨ ਨੇ, ਸੋ ਜ਼ਰੂਰ ਗੱਲਬਾਤ ਨੂੰ ਅੱਗੇ ਵਧਾਉਣਗੇ। ਹਾਂਜੀ, ਹੁਣ ਤੁਸੀਂ ਆਪਣੀ ਗੱਲ ਦੱਸੋ। ਮੈਂ ਕਹਿ ਰਿਹਾ ਸੀ ਕਿਤੇ ਨਾ ਕਿਤੇ ਜਿੱਦਾਂ ਵੱਡੇ ਵੀਰ ਨੇ, ਮੇਰੇ ਮੇਰੇ ਤੋਂ ਵੱਧ ਤਜਰਬੇਕਾਰ ਨੇ ਦਰਸ਼ਨ ਸਿੰਘ ਢਿੱਲੋਂ ਜੀ, ਇਹਨਾਂ ਨੇ ਬਹੁਤ ਆਪਣਾ ਸਮਾਂ, ਬਹੁਤ એનર્ਜੀ ਆਮ ਆਦਮੀ ਪਾਰਟੀ ਨੂੰ ਵੀ ਦਿੱਤੀ ਔਰ ਉਸ ਤੋਂ ਬਾਅਦ ਬਹੁਤ ਸਮਾਂ ਹੁਣ ਇਹ ਪੀਡੀਏ ਨੂੰ ਵੀ ਦੇ ਰਹੇ ਨੇ। ਪਰ ਕਿਤੇ ਨਾ ਕਿਤੇ ਜਿਹੜੀ ਗੱਲ ਬਾਹਰੋਂ ਵੀ ਤੇ ਕਿਤੇ ਨਾ ਕਿਤੇ ਉਹ ਤੀਜਾ ਫਰੰਟ ਬਣਾ ਨਹੀਂ ਪਾਏ ਜਾਂ ਤੀਜੇ ਫਰੰਟ ਵਾਲੇ ਲੀਡਰ ਇਕੱਠੇ ਹੋ ਕੇ ਉਹ ਸੁਨੇਹਾ ਪੰਜਾਬ ਨੂੰ ਦੇ ਨਹੀਂ ਪਾਏ ਜਿਹਦੀ ਲੋੜ ਸੀ। ਤਾਂ ਕਰਕੇ ਜਿਹੜੇ ਪੀਡੀਏ ਦੇ ਉਮੀਦਵਾਰ ਆ ਉਹ ਪਛੜ ਰਹੇ ਨੇ ਮੇਰੇ ਹਿਸਾਬ ਨਾਲ, ਮੈਨੂੰ ਲੱਗਦਾ। ਦੇਖੋ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਉਹ ਯੂਨਿਟੀ ਜੋ ਹੈ ਨਹੀਂ ਬਣ ਪਾਈ। ਪਰ ਕਈ ਵਾਰੀ ਦੇਖੋ ਹੁਣ ਯੂਪੀ 'ਚ ਡਿਫਰੈਂਟ ਆਈਡੀਓਲੋਜੀ ਵਾਲੇ ਫਿਰ ਸਮਾਜਵਾਦੀ ਪਾਰਟੀ ਔਰ ਬੀਐਸਪੀ ਇਕੱਠੇ ਹੋ ਗਏ ਨੇ, ਤੇ ਹੋ ਸਕਦਾ ਇਹ ਸੈਟਬੈਕ ਇੱਕ ਚੰਗਾ ਹੀ ਸਾਬਿਤ ਹੋਵੇ ਆਮ ਆਦਮੀ ਪਾਰਟੀ ਔਰ ਪੀਡੀਏ ਲਈ, ਕਿਉਂਕਿ ਹੁਣ ਇਹਨਾਂ ਨੇ ਸਭ ਨੇ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਆਪਦੀ ਈਗੋ ਦੇ ਹਿਸਾਬ ਨਾਲ ਜੋ ਵੀ ਕਰਨਾ ਸੀ ਉਹ ਕਰਕੇ ਦੇਖ ਲਿਆ। ਔਰ ਇੱਕ ਚੀਜ਼ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ, ਸਿਵਾਏ ਏਕਤਾ ਤੋਂ ਇਹਨਾਂ ਕੋਲੇ ਕੋਈ ਰਸਤਾ ਨਹੀਂ ਹੈ। ਇਹ ਚੀਜ਼ ਕੇਜਰੀਵਾਲ ਨੂੰ ਟੌਪ ਤੋਂ ਸਮਝਣੀ ਚਾਹੀਦੀ ਹੈ ਵੀ ਅੱਜ ਜੇ ਪੰਜਾਬ 'ਚੋਂ ਆਮ ਆਦਮੀ ਪਾਰਟੀ ਦਾ ਸਫਾਇਆ ਹੋਇਆ ਉਹ ਉਹਨਾਂ ਦੀਆਂ ਨੀਤੀਆਂ ਕਰਕੇ ਹੋਇਆ, ਉਹਨਾਂ ਦੀ ਈਗੋ ਕਰਕੇ ਹੋਇਆ। ਕਿਉਂਕਿ ਕਦੇ ਵੀ ਉਹਨਾਂ ਨੇ ਕੋਈ ਬੰਦਾ ਪਾਰਟੀ ਛੱਡ ਕੇ ਜਾ ਰਿਹਾ ਉਹ ਇਹੀ ਗੱਲ ਕਹੀ ਹੈ ਵੀ ਜਾਣਦੇ ਹੋ ਜੀ ਉਹ ਤਾਂ ਲਾਲਚੀ ਸੀ, ਉਹ ਤਾਂ ਪਾਰਟੀ 'ਚ ਸੀਟ ਦੇ ਲਾਲਚ ਲਈ ਆਇਆ ਸੀ। ਜਦੋਂ ਕਿ 2 ਕਾਉਂਸਲਰ ਵੀ ਜੇ ਰੁੱਸ ਗਏ ਸੀ ਬਠਿੰਡੇ 'ਚ, ਪ੍ਰਕਾਸ਼ ਸਿੰਘ ਬਾਦਲ ਆਪ ਉਹਨਾਂ ਨੂੰ ਮਨਾਉਣ ਗਏ, ਤੇ ਇਸ ਤਰ੍ਹਾਂ ਕਾਂਗਰਸ 'ਚ ਵੀ ਲੋਕ ਜਿਹੜੇ ਰੁੱਸੇ ਹੋਏ ਸੀ ਉਹਨਾਂ ਨੂੰ ਮਨਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਪੁਰਾਣੇ ਸਾਰੇ ਲੀਡਰਾਂ ਨੂੰ ਇਕੱਠੇ ਕਰਨ ਦੀ। ਪਰ ਆਮ ਆਦਮੀ ਪਾਰਟੀ ਨੇ ਕਦੇ ਵੀ ਇਹ ਕੋਸ਼ਿਸ਼ ਨਹੀਂ ਕੀਤੀ, ਬਲਕਿ ਬਿਲਕੁਲ ਜਿਨ੍ਹਾਂ ਤੇ ਕੋਈ ਉਮੀਦ ਨਹੀਂ ਸੀ, ਜਿਸ ਤਰ੍ਹਾਂ ਹੁਣ ਫਤਿਹਗੜ੍ਹ ਸਾਹਿਬ 'ਚੋਂ ਕੈਂਡੀਡੇਟ ਲੈ ਕੇ ਆਏ ਨੇ, ਉਹਦੀ ਪਹਿਲਾਂ ਤੋਂ ਕੋਈ ਉਮੀਦ ਹੀ ਨਹੀਂ ਸੀ ਵੀ ਉਹ ਕੈਂਡੀਡੇਟ ਕਿਤੇ ਫਾਈਟ 'ਚ ਵੀ ਹੋਏਗਾ, ਜਿੱਤਣਾ ਤੇ ਦੂਰ ਦੂਰ ਦੀ ਗੱਲ ਹੈ। ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ, ਔਰ ਉਹਨਾਂ ਨੇ ਇੱਕ ਹਵਾ ਬਣਾਈ ਸੀ ਜੋ ਆਪਦੀ ਸਿਰਫ ਸੋਸ਼ਲ ਮੀਡੀਆ ਤੇ। ਹੁਣ ਇਹ ਆਪਾਂ ਦੇਖ ਲਿਆ ਵੀ ਸੋਸ਼ਲ ਮੀਡੀਆ ਦੀ ਹਵਾ ਜਿਹੜੀ ਹੈ, WhatsApp, Facebook, ਪੋਸਟਾਂ, ਵੀਡੀਓ, ਇਹ ਮੈਨੇਜ ਨੇ, ਇੱਕ ਮੀਡੀਆ ਮੈਨੇਜਮੈਂਟ ਹੈ, ਕੰਪਨੀਆਂ ਦੁਆਰਾ ਕੀਤੀ ਜਾਂਦੀ ਹੈ। ਤੁਸੀਂ ਕਿਸੇ ਨੂੰ ਵੀ ਵੱਡਾ ਲੀਡਰ ਪ੍ਰੋਜੈਕਟ ਕਰ ਸਕਦੇ ਹੋ, ਪਰ ਅਸਲ ਲੈਵਲ ਤੇ ਜੋ ਗਰਾਊਂਡ ਤੇ ਵਰਕ ਕਰਦੇ ਨੇ ਔਰ ਗਰਾਊਂਡ ਤੇ ਜੋ ਕਨੈਕਟ ਹੈ ਲੋਕਾਂ ਦਾ, ਉਹੀ ਮੈਟਰ ਕਰਦਾ ਹੈ। ਕਿਉਂਕਿ ਹਰਸਿਮਰਤ ਬਾਦਲ ਜੋ ਹੁਣ ਫੇਰ ਦੁਬਾਰਾ ਇੱਕ ਵਾਰੀ ਲੀਡ ਲੈ ਗਈ ਹੈ, 1400-1500 ਵੋਟਾਂ ਦੀ ਲੀਡ ਲੈ ਗਈ ਹੈ, ਸੀਟ ਫਲਕਚੁਏਟ ਹੋ ਰਹੀ ਹੈ ਉੱਪਰ ਨੀਚੇ, ਪਰ ਟਫ ਫਾਈਟ ਉੱਥੇ ਦੇ ਰਹੇ ਨੇ। ਰਾਜਾ ਵੜਿੰਗ ਵੀ ਇੱਕ ਗਰਾਊਂਡ ਦੇ ਨੇਤਾ ਨੇ, ਉਹਨਾਂ ਦਾ ਵੱਡਾ ਪੁਆਇੰਟ ਹੈ ਇੱਕ ਗਰਾਊਂਡ ਦੇ ਨੇਤਾ ਨੇ ਉਹ, ਔਰ ਉਹਨਾਂ ਦੇ ਪੂਰੇ ਪਰਿਵਾਰ ਨੇ, ਖਾਸ ਕਰ ਅੰਮ੍ਰਿਤਾ ਵੜਿੰਗ ਨੇ ਬਹੁਤ ਵਧੀਆ ਜੋ ਲੋਕਾਂ ਨਾਲ ਕਨੈਕਟ ਕੀਤਾ ਹੈ, ਇੱਕ ਬਹੁਤ ਸੂਝਵਾਨ ਨੇ, ਔਰ ਉਹਨਾਂ ਦੀਆਂ ਸਪੀਚਾਂ ਜਿਹੜੀਆਂ ਵਾਕਈ ਸੁਣਨ ਲਾਇਕ ਨੇ, ਔਰ ਕਿਤੇ ਵੀ ਸਵਾਲਾਂ ਤੋਂ ਨਹੀਂ ਉਹ ਭੱਜੇ। ਅੱਜ ਨੇਤਾਵਾਂ ਨੂੰ ਜਿੱਥੇ ਮਾਰ ਪੈਂਦੀ ਹੈ ਉਹ ਹੈ ਵੀ ਜਦੋਂ ਲੋਕ ਸਵਾਲ ਪੁੱਛਦੇ ਨੇ ਉਹ ਭੱਜਦੇ ਨੇ, ਪਰ ਡਟ ਕੇ ਉਹਨਾਂ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ ਤੇ ਡਟ ਕੇ ਖੜੇ ਨੇ। ਇਸ ਚੀਜ਼ ਦਾ ਫਾਇਦਾ ਉਹਨਾਂ ਨੂੰ ਮਿਲ ਰਿਹਾ ਹੈ। ਬਾਕੀ ਬਹੁਤ ਕੁਝ ਸਿੱਖਣਾ ਪਏਗਾ ਪੀਡੀਏ ਐਜ਼ ਏ ਹੋਲ ਸਾਰਿਆਂ ਨੂੰ, ਤੇ ਆਮ ਆਦਮੀ ਪਾਰਟੀ ਨੂੰ ਇਸ ਤੋਂ ਸਬਕ ਸਿੱਖਣਾ ਪਏਗਾ। ਹਾਂਜੀ, ਥੈਂਕ ਯੂ ਸਰ। ਡੱਲਾ ਸਾਹਿਬ, ਢਿੱਲੋਂ ਸਾਹਿਬ, ਬਠਿੰਡਾ ਸੀਟ ਦੇ ਜੋ ਲੇਟੈਸਟ ਰੁਝਾਨ ਨੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ 65,458 ਵੋਟਾਂ ਰਾਜਾ ਵੜਿੰਗ ਜੀ ਨੂੰ ਮਿਲ ਰਹੀਆਂ ਔਰ 66,500 ਦੇ ਕਰੀਬ ਬੀਬੀ ਹਰਸਿਮਰਤ ਕੌਰ ਬਾਦਲ ਚੱਲ ਰਹੇ ਹੈ ਔਰ ਆਮ ਆਦਮੀ ਪਾਰਟੀ 23,700 ਵੋਟਾਂ ਤੇ ਹੈ। ਸੁਖਪਾਲ ਸਿੰਘ ਖਹਿਰਾ ਜੀ ਨੂੰ 5,124 ਵੋਟਾਂ ਮਿਲ ਰਹੀਆਂ। ਕਹਿਣ ਦਾ ਮੇਰਾ ਭਾਵ ਕੀ ਹੈ ਕਿ ਜੋ ਨੰਬਰ 1 ਕੈਂਡੀਡੇਟ ਚੱਲ ਰਿਹਾ ਬੀਬੀ ਹਰਸਿਮਰਤ ਕੌਰ ਬਾਦਲ ਔਰ ਉਹਨਾਂ ਦੇ ਨੇੜੇ ਹੀ 700-800 ਫਰਕ ਦੇ ਨਾਲ ਰਾਜਾ ਵੜਿੰਗ ਜੀ ਚੱਲ ਰਹੇ ਹੈ ਔਰ ਆਮ ਆਦਮੀ ਪਾਰਟੀ ਵੀ 6-7 ਗੁਣਾ ਵੋਟ ਸੁਖਪਾਲ ਸਿੰਘ ਖਹਿਰਾ ਜੀ ਤੋਂ ਲੈ ਕੇ ਜਾ ਰਹੀ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਵੋਟਰ ਹੈ ਉਹ ਸੁਖਪਾਲ ਖਹਿਰਾ ਜੀ ਦੀ ਕਾਰਜਸ਼ੈਲੀ ਨੂੰ ਪਸੰਦ ਨਹੀਂ ਕਰ ਰਿਹਾ, ਨਾ ਹੀ ਬਾਹਰ ਬੈਠੇ ਜਿਹੜੇ ਐਨਆਰਆਈ ਵੀਰ ਨੇ ਉਹ ਸੁਖਪਾਲ ਸਿੰਘ ਖਹਿਰਾ ਜੀ ਦੀ ਕਾਰਜਸ਼ੈਲੀ ਨੂੰ ਪਸੰਦ ਕਰ ਰਹੇ ਆ। ਮੈਨੂੰ ਬਾਕੀ ਦੇ ਜਿਹੜੇ ਪੀਡੀਏ ਦੇ ਉਮੀਦਵਾਰ ਹੈ, ਚਾਹੇ ਉਹ ਬੀਬੀ ਖਾਲੜਾ ਜੀ ਨੇ ਸਤਿਕਾਰਯੋਗ, ਚਾਹੇ ਮੇਰੇ ਵੀਰ ਸਿਮਰਜੀਤ ਬੈਂਸ ਜੀ ਹੈ, ਚਾਹੇ ਮਾਸਟਰ ਬਲਦੇਵ ਜੀ ਨੇ ਜਾਂ ਹੋਰ ਕੈਂਡੀਡੇਟ ਨੇ, ਉਹਨਾਂ ਤੋਂ ਵੀ ਸੁਖਪਾਲ ਸਿੰਘ ਖਹਿਰਾ ਜੀ ਦੀ ਵੋਟ ਘਟ ਰਹੀ ਹੈ ਬਹੁਤ ਜ਼ਿਆਦਾ। ਇਹਦਾ ਕਾਰਨ ਕਿਤੇ ਨਾ ਕਿਤੇ ਮੈਨੂੰ ਐ ਲੱਗਦਾ ਵੀ ਪੰਜਾਬ ਦਾ ਵੋਟਰ ਔਰ ਐਨਆਰਆਈ ਵੀਰ ਉਹ ਸੁਖਪਾਲ ਸਿੰਘ ਖਹਿਰਾ ਨੂੰ ਤੀਜੇ ਫਰੰਟ ਨੂੰ ਡੈਮੇਜ ਕਰਨ ਵਾਲਾ ਮੰਨ ਕੇ ਚੱਲ ਰਹੇ ਹੈ ਵੀ ਕਿਤੇ ਨਾ ਕਿਤੇ ਸੁਖਪਾਲ ਖਹਿਰੇ ਨੇ ਤੀਜੇ ਫਰੰਟ ਨੂੰ ਡੈਮੇਜ ਕੀਤਾ, ਤਾਂ ਹੀ ਉਹਨਾਂ ਦੀ ਵੋਟ ਇੰਨੀ ਘਟ ਰਹੀ ਹੈ।
ਸੋ ਜਿੰਨਾ ਜ਼ਿਆਦਾ ਆਪਾਂ ਐਕਸਪੈਕਟ ਕੀਤਾ ਸੀ ਕਿ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਵੋਟਾਂ ਮਿਲਣਗੀਆਂ, ਉਹਨਾਂ ਜ਼ਿਆਦਾ ਰੁਝਾਨ ਦੇ ਵਿੱਚ ਉਹਨਾਂ ਜ਼ਿਆਦਾ ਉਹਨਾਂ ਨੂੰ ਤਰਜੀਹ ਨਹੀਂ ਦਿੱਤੀ ਸਾਡੇ ਵੋਟਰਸ ਨੇ। ਸੋ ਮੈਂ ਸਵਾਲ ਕਰਨਾ ਚਾਹਾਂਗਾ ਗੁਰਮ ਸਾਹਿਬ ਨੂੰ। ਇੱਕ ਤਾਂ ਪੀਡੀਏ ਦਾ ਮੇਜਰ ਫੈਕਟਰ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਅਲਾਈਅੰਸ ਆ ਨਹੀਂ ਹੋ ਸਕਿਆ, ਉਹਦੇ ਬਹੁਤ ਸਾਰੇ ਕਾਰਨ ਰਹੇ। ਸੋ ਗੁਰਮ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਉਹਦੇ ਕੀ ਕਾਰਨ ਰਹੇ ਨੇ ਜਿਹੜਾ ਐਕਸਪੈਕਟਿਡ ਰਿਜ਼ਲਟ ਹੈ ਉਹ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਕੈਂਡੀਡੇਟਸ ਦੇ ਲਈ ਰੁਝਾਨ ਦੇ ਵਿੱਚ ਨਹੀਂ ਆ ਰਿਹਾ? ਕੀ ਕਾਰਨ ਦੇਖਦੇ ਹੋ? ਮੈਂ ਜੋ ਕਾਰਨ ਦੇਖਦਾ ਜੀ, ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਵੀ ਸੁਖਪਾਲ ਖਹਿਰੇ ਨੂੰ ਬਠਿੰਡੇ ਦੀ ਚੁਣੌਤੀ ਨੂੰ ਸਵੀਕਾਰ ਕਰਨਾ ਜੀ। ਇਹ ਸੁਸਾਈਡਲ ਅਟੈਂਪਟ ਸੀ। ਜਿਸ ਇਨਸਾਨ ਨੇ ਪੰਜਾਬ ਦੀ ਰਾਜਨੀਤੀ 'ਚ ਛਾਉਣਾ ਹੋਵੇ ਜਾਂ ਪੰਜਾਬ ਦੀ ਸੇਧ ਦੇਣੀ ਹੋਵੇ, ਕਦੇ ਵੀ ਉਹਨੂੰ ਕਿਸੇ ਦੇ ਘਰ 'ਚ ਜਾ ਕੇ ਲੜਾਈ ਨਹੀਂ ਲੜਨੀ ਚਾਹੀਦੀ। ਦੇਖੋ, ਹਰਸਿਮਰਤ ਬਾਦਲ ਪਿਛਲੇ 5 ਸਾਲਾਂ ਤੋਂ ਉੱਥੋਂ ਦੀ ਯੂਨੀਅਨ ਮਿਨਿਸਟਰ ਸੀ ਤੇ ਬਾਦਲ ਪਰਿਵਾਰ ਦਾ ਗੜ੍ਹ ਹੋਣਾ ਔਰ ਬਠਿੰਡੇ ਦੀ ਕਾਇਆ ਕਲਪ ਜੋ 10 ਸਾਲ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ, ਉਹਨੂੰ ਦੇਖਦੇ ਹੋਏ ਬਠਿੰਡੇ ਦੇ ਲੋਕ ਕਾਫੀ ਤਰੀਕੇ ਨਾਲ ਆਸਵੰਦ ਸੀ ਵੀ ਅਸੀਂ ਜੇ ਬਾਦਲ ਪਰਿਵਾਰ ਨੂੰ ਇੱਥੋਂ ਹਰਾਉਨੇ ਆ ਤਾਂ ਆਪ ਦੀ ਕਿਤੇ ਨਾ ਕਿਤੇ ਆਪ ਦੀ ਡਿਵੈਲਪਮੈਂਟ ਦਾ ਨੁਕਸਾਨ ਕਰਾਂਗੇ। ਇਹ ਚੀਜ਼ਾਂ ਦੇਖਦੇ ਹੋਏ ਦੂਜੀ ਸਰਕਾਰੀ ਧਿਰ ਕਾਂਗਰਸ ਨੂੰ ਦੇਖਦੇ ਹੋਏ ਵੀ ਜਾਂ ਕੁਝ ਲੋਕ ਜਿਹੜੇ ਰਵਾਇਤੀ ਬਾਦਲਾਂ ਦੇ ਵਿਰੋਧੀ ਸੀ, ਉਹਨਾਂ ਨੇ ਆਪਣੇ ਆਪ ਨੂੰ ਕਾਂਗਰਸ ਦੇ ਵੱਲ ਤੋਰ ਲਿਆ ਔਰ ਜਿਹੜੇ ਬਾਦਲਾਂ ਦੀ ਡਿਵੈਲਪਮੈਂਟ ਦੇ ਹੱਕ ਦੇ ਲੋਕ ਸੀ ਉਹਨਾਂ ਨੇ ਆਪਣੇ ਆਪ ਨੂੰ ਹਰਸਿਮਰਤ ਨਾਲ ਤੋਰ ਲਿਆ। ਇਹੀ ਇੱਕ ਕਾਰਨ ਆ ਵੀ ਜੋ ਖਹਿਰਾ ਸਾਹਿਬ ਨੇ ਉੱਥੇ ਆਪਣੀ ਕੋਈ ਵੀ ਛਾਪ ਨਹੀਂ ਛੱਡ ਸਕੇ। ਜੇ ਉਹ ਖਾਲੀ ਮੈਦਾਨ 'ਚ ਰਹਿੰਦੇ ਤਾਂ ਪੰਜਾਬ ਦਾ ਰਿਜ਼ਲਟ ਕੁਝ ਹੋਰ ਹੁੰਦਾ। ਪਰ ਇੱਕ ਕਾਰਨ ਆ, ਲੜਾਈ ਹਮੇਸ਼ਾ ਰਵਾਇਤੀ ਪਾਰਟੀਆਂ ਦੀ ਸੀ। ਤੀਜੀ ਧਿਰ ਉਦੋਂ ਹੀ ਖਤਮ ਹੋ ਗਈ ਸੀ ਜਦ ਉਹ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਇੱਕ ਫਰੰਟ ਨਹੀਂ ਬਣਾ ਸਕੇ। ਉਦੋਂ ਹੀ ਪੰਜਾਬ ਦੇ ਲੋਕਾਂ ਨੇ ਤੈਅ ਕਰ ਲਿਆ ਸੀ ਵੀ ਇਹਨਾਂ ਨੂੰ ਸੁਣਾਂਗੇ ਜ਼ਰੂਰ। ਵੋਟਾਂ 'ਚ ਤਬਦੀਲੀ ਕੀ ਹੋਣੀ ਆ ਉਹ ਅਖੀਰਲੇ ਦਿਨ ਤੇ ਫੈਸਲਾ ਕਰਾਂਗੇ। ਉਹਦਾ ਫੈਸਲਾ ਤੁਹਾਡੇ ਸਾਹਮਣੇ ਆ ਰਿਹਾ। ਤੇ ਜੇ ਅਲਾਈਅੰਸ ਹੋ ਜਾਂਦਾ ਫਿਰ ਸਿਚੁਏਸ਼ਨ ਕੁਝ ਹੋਰ? ਸਿਚੁਏਸ਼ਨ ਫਿਰ 4-4 5-5 4-4 3-3 ਜੀ। ਸੋ ਹੁਣ ਜਿਹੜੇ ਸਾਡੇ ਕੋਲ ਟ੍ਰੈਂਡਸ ਆ ਰਹੇ ਨੇ, 8 ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਹੈ, ਬੀਜੇਪੀ ਸ਼੍ਰੋਮਣੀ ਅਕਾਲੀ ਦਲ 4 ਸੀਟਾਂ ਤੇ ਅੱਗੇ ਚੱਲ ਰਹੀ ਹੈ, ਆਮ ਆਦਮੀ ਪਾਰਟੀ 1 ਸੀਟ ਤੇ ਅੱਗੇ ਚੱਲ ਰਹੀ ਹੈ। ਸੋ ਹਰ ਜੀ ਕਿਸ ਤਰ੍ਹਾਂ ਦੇਖਦੇ ਹੋ ਟ੍ਰੈਂਡਸ, ਇਹੀ ਰਹਿਣਗੇ ਜਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੂੰ ਹੋਰ ਸੀਟਾਂ ਵੀ ਮਿਲ ਸਕਦੀਆਂ ਨੇ ਇਸ ਤੋਂ ਇਲਾਵਾ? ਦੇਖੋ, ਜਿਸ ਤਰ੍ਹਾਂ ਟ੍ਰੈਂਡਸ ਆ ਰਹੇ ਆ, ਜਿੱਥੇ ਤਾਂ ਮੈਂ ਮੰਨਦਾ ਵੀ ਫਰਕ ਥੋੜਾ ਵੈ, ਉੱਥੇ ਤਾਂ ਸ਼ਾਇਦ ਕੋਈ ਫਰਕ ਹੋ ਸਕਦਾ ਹੈ ਜੀ। ਲੇਕਿਨ ਜਿੱਦਾਂ ਸਮਾਂ ਵੱਧਦਾ ਜਾਏਗਾ, ਜੇ ਗੈਪ ਵੱਧਦਾ ਗਿਆ ਤੇ ਦੁਬਾਰਾ ਕਿਸੇ ਵੀ ਕੈਂਡੀਡੇਟ ਲਈ ਉਹਨੂੰ ਰਿਵਾਈਵ ਕਰਨਾ ਮੁਸ਼ਕਲ ਹੋ ਜਾਂਦਾ ਹੈ ਜੀ। ਸੋ ਮੈਂ ਮੰਨ ਕੇ ਅਸੀਂ ਚੱਲਦੇ ਆ ਵੀ ਜੇ 4 ਸੀਟਾਂ ਦੇ ਅੱਗੇ ਜਾਂਦੇ ਆ, ਸ਼ਾਇਦ ਇਹਦੇ ਤੇ ਇੱਕਾ ਦੁੱਕਾ ਕੋਈ ਫਰਕ ਪਵੇ, ਲੇਕਿਨ ਲਗਭਗ ਸਥਿਤੀ ਇਹ ਰਹਿਣ ਵਾਲੀ ਹੈ ਜੀ। ਮੋٹے ਤੌਰ ਤੇ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਉਹ ਸਾਹਮਣੇ ਆ ਰਿਹਾ। ਅਸੀਂ ਥੋੜਾ ਪਿੱਛੇ ਚੱਲ ਰਹੇ ਹਾਂ ਇੱਥੇ ਕਾਂਗਰਸ ਤੋਂ, ਲੇਕਿਨ ਜਿਹੜੀ ਪੀਡੀਏ ਦੀ ਗੱਲਬਾਤ ਸੀ ਉਹ ਬਿਲਕੁਲ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤੀ ਹੈ। ਔਰ ਜਿਹੜੇ ਪੀਡੀਏ ਦੇ ਖੈਰਖਵਾ ਬਣਦੇ ਸੀ, ਇਸ ਪੰਜਾਬ ਦੇ ਖੈਰਖਵਾ ਬਣ ਆਪਣੇ ਆਪ ਨੂੰ ਪੇਸ਼ ਕਰਦੇ ਸੀ, ਉਹ ਸਭ ਤੋਂ ਜ਼ਿਆਦਾ ਇਲੈਕਸ਼ਨਾਂ 'ਚ ਜੇ ਮਾੜਾ ਹਾਲ ਹੋਇਆ ਨਾ ਤੇ ਉਸ ਨੇਤਾ ਦਾ ਹੋਇਆ। ਕਾਨੂੰਨ ਦੇ ਵਿੱਚ ਸਾਰੇ ਜਾਣਦੇ ਆ ਵੀ ਅਸਤੀਫਾ ਇੱਕ ਲਾਈਨ 'ਚ ਲਿਖਣਾ ਹੁੰਦਾ ਵਾ। ਵਿਧਾਨ ਸਭਾ 'ਚ ਲੰਬਾ ਚੌੜਾ ਅਸਤੀਫਾ ਦੇ ਕੇ ਮੈਨੂੰ ਲੱਗਦਾ ਅੱਜ ਸਮੇਂ ਦੇ ਵਿੱਚ ਮੈਨੂੰ ਲੱਗ ਰਿਹਾ ਵੀ ਜਿਹੜਾ ਅਸਤੀਫਾ ਸੀ ਸ਼ਾਇਦ ਇਸੇ ਕਰਕੇ ਗੋਲ ਕਰਕੇ ਦਿੱਤਾ ਗਿਆ ਸੀ ਤਾਂ ਕਿ ਉਹ ਨਾ ਹੀ ਦਿੱਤਾ ਜਾਵੇ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਸੀਗਾ ਵੀ ਜ਼ਮੀਨ ਤੇ ਮੇਰੀ ਹਕੀਕਤ ਕੀ ਹੈ। ਜਿੱਥੇ ਆਮ ਆਦਮੀ ਪਾਰਟੀ ਵੀ 25,000 ਪਲੱਸ ਕਰ ਗਈ ਹੈ ਬਠਿੰਡੇ ਦੇ ਵਿੱਚ, ਹਾਲਾਂਕਿ ਬਾਕੀ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਹਾਲਾਤ ਕੋਈ ਵਧੀਆ ਨਹੀਂ ਹੈ, ਉੱਥੇ ਸੁਖਪਾਲ ਖਹਿਰਾ ਹੋਣੀ ਬਹੁਤ ਪਿੱਛੇ ਚੱਲ ਰਹੇ ਆ। ਤੇ ਉਹਨਾਂ ਦੇ ਜਿਹੜੇ ਹੋਰ ਪੀਡੀਏ ਦੇ ਕੈਂਡੀਡੇਟ ਸੀ, ਖਾਲੜਾ ਮੈਡਮ ਸੀ, ਉਹ ਬਹੁਤ ਅੱਛੇ ਵੋਟਾਂ ਦੇ ਨਾਲ ਚੱਲ ਰਹੇ ਆ। ਹਾਲਾਂਕਿ ਲੀਡਿੰਗ ਪੋਜੀਸ਼ਨ 'ਚ ਨਹੀਂ ਹੈ, ਲੇਕਿਨ ਵੋਟਾਂ ਉਹ ਵੀ ਅੱਛੀਆਂ ਲੈ ਰਹੇ ਆ। ਸੋ ਇਸ ਸਾਰੇ ਪੰਜਾਬ ਦੇ ਸਿਨੈਰੀਓ ਦੇ ਵਿੱਚ ਇਹ ਸਮਝ ਕੇ ਆਉਂਦਾ, ਦੇਖਣ ਜਾਂਦਾ, ਔਰ ਮੇਰੇ NRI ਵੀਰ ਵੀ ਉੱਥੇ ਬੈਠੇ ਦੇਖ ਰਹੇ ਹੋਣਗੇ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪੰਜਾਬ ਦਾ ਖੈਰਖਵਾ ਮੰਨਦੇ ਸੀ, ਸੁਖਪਾਲ ਖਹਿਰਾ ਵਰਗੇ, ਉਹਨਾਂ ਦੀ ਪੋਜੀਸ਼ਨ ਗਰਾਊਂਡ ਦੇ ਉੱਤੇ ਸਭ ਤੋਂ ਮਾੜੀ ਹੈ। ਔਰ ਭਾਰਤੀ ਜਨਤਾ ਪਾਰਟੀ ਆਪਣੀ 3 ਸੀਟਾਂ ਚੋਂ 2 ਸੀਟਾਂ ਜਿੱਤ ਕੇ ਆ ਰਹੀ ਹੈ, ਹਾਲਾਂਕਿ ਹਰਦੀਪ ਪੁਰੀ ਪਿੱਛੇ ਚੱਲ ਰਹੇ ਆ। ਸੋ ਮੈਨੂੰ ਉਮੀਦ ਹੈ ਵੀ ਬੀਜੇਪੀ ਆਪਣੀਆਂ 2 ਸੀਟਾਂ ਤਾਂ ਪੂਰੀ ਤਰ੍ਹਾਂ ਜਿੱਤ ਕੇ ਆਈ। ਹਰਸਿਮਰਤ ਜੀ ਵੀ ਅੱਗੇ ਚੱਲ ਰਹੇ ਆ, 4 ਸੀਟਾਂ ਤੇ ਅਸੀਂ ਲੀਡ ਕਰ ਰਹੇ ਹਾਂ, ਸ਼ਾਇਦ ਇੱਕ ਅੱਧੀ ਸੀਟ ਤੇ ਕਿਤੇ ਹੋਰ ਸੀ ਜੀ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਟ੍ਰੈਂਡਸ ਦੇ ਵਿੱਚ 8 ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਹੈ, 4 ਤੇ ਬੀਜੇਪੀ ਸ਼੍ਰੋਮਣੀ ਅਕਾਲੀ ਦਲ। ਸੋ ਇਹ ਜਿਹੜੇ ਟ੍ਰੈਂਡਸ ਨੇ, ਇਹ ਸ਼ੁਰੂਆਤੀ ਟ੍ਰੈਂਡਸ ਨੇ। ਬਹੁਤ ਸਾਰੀਆਂ ਅਜਿਹੀਆਂ ਸੀਟਾਂ ਵੀ ਹੋਣਗੀਆਂ ਜਿਨ੍ਹਾਂ ਦੇ ਵਿੱਚ ਫਾਸਲਾ ਜਾਂ ਜਿਹੜਾ ਸਾਡਾ ਗੈਪ ਆ ਉਹ ਬਹੁਤ ਘੱਟ ਹੋਊਗਾ।
ਸੋ ਤਰੀਕੇ ਸਾਹਿਬ ਤੁਸੀਂ ਕਿੱਦਾਂ ਦੇਖਦੇ ਹੋ ਕਿ ਜਿਨ੍ਹਾਂ ਸੀਟਾਂ ਤੇ ਗੈਪ ਬਹੁਤ ਘੱਟ ਆ ਉਹਨਾਂ ਦਾ ਟ੍ਰੈਂਡ ਬਦਲ ਸਕਦਾ, ਕਿਸ ਤਰ੍ਹਾਂ ਬਦਲ ਸਕਦਾ, ਕੀ ਰੁਝਾਨ ਆ ਸਕਦੇ ਆ ਵੀ? ਦੇਖੋ ਸਰ, ਮੈਂ ਜੋ ਸੋ ਤਰੀਕੇ ਸਾਹਿਬ ਜਾਣਾ ਚਾਹੁੰਦੇ ਨੇ, ਹੁਣ ਸ਼ਾਇਦ ਉਹਨਾਂ ਨੂੰ ਕੋਈ ਕੰਮ ਹੈ, ਸੋ ਥੋੜੀ ਦੇਰ ਦੇ ਲਈ ਤੁਸੀਂ ਤਰੀਕੇ ਸਾਹਿਬ ਤੁਸੀਂ ਜਾ ਸਕਦੇ ਹੋ ਜੀ। ਸੋ ਸ਼ੁਰੂਆਤੀ ਟ੍ਰੈਂਡਸ ਦੇ ਤੌਰ ਤੇ ਅਸੀਂ ਦੇਖ ਰਹੇ ਹਾਂ ਕਾਂਗਰਸ 8 ਸੀਟਾਂ ਤੇ ਅੱਗੇ ਚੱਲ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ 4 ਸੀਟਾਂ ਤੇ ਅੱਗੇ ਚੱਲ ਰਹੀ ਹੈ, ਪੀਡੀਏ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਫਿਲਹਾਲ ਕਿਸੇ ਵੀ ਸੀਟ ਤੇ ਅੱਗੇ ਨਹੀਂ ਚੱਲ ਰਿਹਾ, ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਤੇ ਅੱਗੇ ਚੱਲਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ। ਜੇ ਅਸੀਂ ਪੂਰੇ ਇੰਡੀਆ ਦੇ ਟ੍ਰੈਂਡਸ ਦੇਖੀਏ ਤਾਂ ਬੀਜੇਪੀ ਐਨਡੀਏ ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ ਹੈ ਜਿਹੜੀ ਉਹ 312 ਸੀਟਾਂ ਤੇ ਅੱਗੇ ਚੱਲ ਰਹੀ ਹੈ, ਕਾਂਗਰਸ ਸਿਰਫ 115 ਸੀਟਾਂ ਤੇ, ਜਿਵੇਂ ਕਿ ਪਹਿਲਾਂ ਰੁਝਾਨਾਂ ਦੇ ਵਿੱਚ ਵੱਖੋ ਵੱਖਰੇ ਟੀਵੀ ਚੈਨਲਾਂ ਦੇ ਵਿੱਚ ਦਿਖਾਇਆ ਜਾ ਰਿਹਾ ਸੀ, 115 ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਅਦਰ ਜਿਹੜੇ ਉਹ ਚੱਲ ਰਹੇ ਨੇ 104 ਸੀਟਾਂ ਦੇ। ਸੋ ਸਾਡੇ ਵਿੱਚ ਨਵੇਂ ਮਹਿਮਾਨ ਆ ਚੁੱਕੇ ਨੇ ਸਾਡੇ ਪੈਨਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ, ਸੋ ਸਵਾਗਤ ਹੈ ਉਹਨਾਂ ਦਾ ਬਹੁਤ-ਬਹੁਤ। ਸੋ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਜਿਹੜੇ ਗੈਸਟ ਆਏ ਨੇ ਉਹਨਾਂ ਦਾ ਸਵਾਗਤ ਕਰਦਾ ਪੈਨਲ ਦੇ ਵਿੱਚ, ਤੇ ਉਹਨਾਂ ਤੋਂ ਸਭ ਤੋਂ ਪਹਿਲਾ ਸਵਾਲ ਇਹੀ ਸਰ, ਤੁਸੀਂ ਆਏ ਹੋ, ਤੁਹਾਡੇ ਤੋਂ ਪੁੱਛਦੇ ਹਾਂ ਕਿ ਫਿਲਹਾਲ ਜਿਹੜੀ ਸਿਚੁਏਸ਼ਨ ਹੈ 8 ਸੀਟਾਂ ਦੇ ਅੱਗੇ ਚੱਲ ਰਹੀ ਹੈ, ਕਿਵੇਂ ਦੇਖਦੇ ਹੋ ਸਰ? ਦੇਖੋ ਜਿਹੜੇ ਸ਼ੁਰੂਆਤੀ ਰੁਝਾਨ ਆ ਰਹੇ ਆ, ਜੀ। ਸਭ ਤੋਂ ਪਹਿਲਾਂ ਜੇ ਆਪਾਂ ਸੈਂਟਰ ਦੀ ਗੱਲ ਕਰੀਏ 312 ਕਿੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਾਂਗਰਸ ਵੱਲੋਂ ਜੀ ਵੀ GST ਟੈਕਸ ਲਾਤਾ ਜੀ, ਨੋਟਬੰਦੀ ਦਾ ਨੁਕਸਾਨ ਹੋ ਗਿਆ ਜੀ, ਜੀ ਇਸ ਵਾਰ ਬੀਜੇਪੀ ਨੂੰ ਲੋਕ ਮੂੰਹ ਨਹੀਂ ਲਾਉਣਗੇ। ਬਿਲਕੁਲ ਉਹਦਾ ਬਿਲਕੁਲ ਕਰਾਰਾ ਜਵਾਬ ਦਿੱਤਾ ਲੋਕਾਂ ਨੇ। ਜੀ। ਲੋਕਾਂ ਨੇ ਵਚਨਬੱਧਤਾ ਦਿਖਾਈ ਆ ਜੀ ਬੀਜੇਪੀ ਦੇ ਪ੍ਰਤੀ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਥੇ ਕਾਂਗਰਸ ਦੇ ਲੀਡਰ ਇਹ ਗੱਲ ਕਹਿ ਰਹੇ ਸੀ, ਜਾਂ ਹੋਰ ਜਿਹੜੇ ਕਈ ਦਲ ਸੀ ਨਵੇਂ PDA ਲਾ ਲਓ ਜਾਂ ਹੋਰ ਸਾਰੇ ਇਕੱਠੇ ਹੋ ਕੇ ਵੀ ਅਕਾਲੀ ਦਲ ਦਾ ਗਰਾਊਂਡ ਹੈ ਨਹੀਂ, ਜੀ ਤੁਸੀਂ ਦੇਖੋ ਵੀ 13 ਦੀ 13 ਸੀਟਾਂ ਤੇ ਜੇ ਕੋਈ ਲੜਾਈ ਦੇ ਰਿਹਾ ਤਾਂ ਅਕਾਲੀ ਦਲ ਦੇ ਰਿਹਾ, ਜੀ ਜੇ ਫਾਈਟ ਚੱਲ ਰਹੀ ਹੈ ਤਾਂ ਅਕਾਲੀ ਦਲ ਕਾਂਗਰਸ ਚੱਲ ਰਹੀ ਹੈ, ਬਾਕੀ ਸਾਰੇ ਦਲਾਂ ਦਾ ਸਫਾਇਆ ਹੋ ਚੁੱਕਾ ਹੈ। ਇਹ ਕਲੀਅਰ ਕੱਟ ਆ ਐਂਡ ਤੱਕ ਆਉਂਦੇ ਇੱਕ ਤਾਂ ਇਹ ਕਲੀਅਰ ਹੋ ਗਿਆ ਵੀ ਜਿਹੜਾ ਮਿਸ਼ਨ 13 ਕਾਂਗਰਸ ਦਾ ਸੀਗਾ ਉਹ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਵਾ, ਜੀ ਕਿਉਂਕਿ ਰੁਝਾਨਾਂ ਤੋਂ ਪਹਿਲਾਂ ਹੀ ਇਹ ਬਹਾਨੇ ਲੱਭਣ ਲੱਗ ਗਏ ਸੀ ਵੀ ਨਵਜੋਤ ਸਿੱਧੂ ਜ਼ਿੰਮੇਵਾਰ ਆ ਜੀ, ਫਲਾਣਾ ਜ਼ਿੰਮੇਵਾਰ ਆ, ਬਿਲਕੁਲ। ਉਹ ਤੋਂ ਦਿਖਾਈ ਦੇਣ ਲੱਗ ਗਿਆ ਸੀਗਾ ਵੀ ਇਹ ਹਾਰ ਵੱਲ ਵੱਧ ਰਹੇ ਆ। ਜੀ ਤੇ ਐਂਡ ਤੱਕ ਆਉਂਦੇ ਇੱਕ ਬਹੁਤ ਸਨਮਾਨਜਨਕ ਸਥਿਤੀ ਨਾਲ ਅਕਾਲੀ ਦਲ ਤੇ ਬੀਜੇਪੀ ਜਿੱਤੂਗੀ ਪੰਜਾਬ ਦੇ ਵਿੱਚ, ਤੇ ਕਾਂਗਰਸ ਨੂੰ ਮੂੰਹ ਤੋੜਵਾ ਜਵਾਬ ਮਿਲੇਗਾ। ਜੀ ਢਿੱਲੋਂ ਸਾਹਿਬ, ਮੈਂ ਤੁਹਾਨੂੰ ਸਵਾਲ ਕਰਨਾ ਚਾਹੂੰਗਾ, ਆਮ ਆਦਮੀ ਪਾਰਟੀ ਫਿਲਹਾਲ ਸਿਰਫ ਇੱਕ ਸੀਟ ਤੇ ਜਿਹੜੀ ਲੀਡ ਦਿਖਾਈ ਜਾ ਰਹੀ ਆ, ਸੋ ਵਿਰੋਧੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਸੀਟ ਤੇ ਲੀਡ ਆ ਉਹ ਭਗਵੰਤ ਮਾਨ ਦੀ ਆਪਣੀ ਪਰਸਨੈਲਿਟੀ ਕਰਕੇ, ਆਮ ਆਦਮੀ ਪਾਰਟੀ ਦੀਆਂ ਵੋਟਾਂ ਕਰਕੇ ਨਹੀਂ ਹੈਗੀ, ਕਿਵੇਂ ਦੇਖਦੇ ਹੋ? ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਹਿਲਾਂ ਤੋਂ ਹੀ ਪਤਾ ਸੀ ਵੀ ਆਮ ਆਦਮੀ ਜਿਹੜੀ ਫਾਈਟ 'ਚ ਹੈ ਉਹ ਇੱਕੋ ਹੀ ਸੀਟ ਤੇ ਹੈ ਜੀ ਔਰ ਉਹੀ ਮੈਟਰ ਕਰਦੀ ਹੈ, ਉਹੀ ਉਹਨਾਂ ਦੀ ਇੱਕ ਪ੍ਰੈਸਟੀਜ ਦੀ ਸੀਟ ਸੀ ਔਰ ਉਹਦੇ ਤੇ ਜਿਹੜੀ ਭਗਵੰਤ ਮਾਨ ਦੇ ਆਪਦੇ ਕੀਤੇ ਹੋਏ ਕੰਮ ਐਜ਼ ਏ MP ਬਹੁਤ ਵਧੀਆ ਨੇ, ਫੰਡਾਂ ਦੀ ਯੂਟਿਲਾਈਜੇਸ਼ਨ ਬਹੁਤ ਵਧੀਆ ਹੋਈ ਹੈ ਤੇ ਲੋਕਾਂ ਨਾਲ ਕਨੈਕਟ ਬੈਠਣਾ, ਸੱਥਾਂ 'ਚ ਮਿਲਣਾ ਔਰ ਇੱਕ ਪਰਸਨਲ ਕੰਟੈਕਟ ਵੀ ਜਿੱਦਾਂ MP ਨੂੰ ਹਰੇਕ ਹੀ ਬੰਦਾ ਜਾਣਦਾ ਤੇ ਉਹ ਭਗਵੰਤ ਮਾਨ ਦਾ ਬਹੁਤ ਵਧੀਆ ਸੀ। ਪਰ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਅਗੇਂਸਟ ਇੱਕੋ ਹੀ ਚੀਜ਼ ਸੀ ਵੀ ਜੋ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਬਰਬਾਦੀ ਕੀਤੀ ਹੈ ਜਾਂ ਉਹਦਾ ਲੋਅਰ ਕੀਤਾ ਹੈ, ਉਹਦਾ ਸਾਰਾ ਕੈਡਰ ਨੂੰ ਖਤਮ ਕੀਤਾ ਹੈ ਆਪਦੀ CM ਦੀ ਚਾਹ ਕਰਕੇ ਕੇਜਰੀਵਾਲ ਦੇ ਨਾਲ ਮਿਲ ਕੇ, ਉਸ ਦੇ ਦੋਸ਼ੀ ਭਗਵੰਤ ਮਾਨ ਸੀ ਸਾਰੇ ਕੇਡਰ ਦੇ ਵਿੱਚ ਔਰ ਉਸੇ ਦਾ ਉਹਨਾਂ ਨੂੰ ਨੁਕਸਾਨ ਉਠਾਉਣਾ ਪਿਆ। ਕਈ ਵਿਰੋਧਤਾ ਵੀ ਹੋਈ, ਕਾਲੀਆਂ ਝੰਡੀਆਂ ਵੀ ਦਿਖਾਈਆਂ, ਪਰ ਹੌਲੀ ਹੌਲੀ ਕਿਉਂਕਿ ਇੱਕ ਲੀਡਰ ਨੇ ਵੀ ਕਾਲੀਆਂ ਝੰਡੀਆਂ ਜਾਂ ਕੁਐਸਚਨਾਂ ਤੋਂ ਭੱਜਦੇ ਰਹੇ, ਭਗਵੰਤ ਮਾਨ ਦੀ ਇਹ ਖਾਸੀਅਤ ਸੀ ਉਹ ਭੱਜੇ ਨਹੀਂ, ਉਹਨਾਂ ਨੇ ਰੁਕ ਕੇ ਉਹਨਾਂ ਨਾਲ ਸਵਾਲ ਕੀਤੇ, ਸਵਾਲਾਂ ਦੇ ਜਵਾਬ ਦਿੱਤੇ ਨੇ ਔਰ ਇਸ ਦਾ ਵਾਕਈ ਉਹਨਾਂ ਨੂੰ ਫਾਇਦਾ ਵੀ ਮਿਲਿਆ ਹੈ ਔਰ ਅੱਜ ਉਹ ਆਪਦੀ ਸੀਟ ਕੰਫਰਟੇਬਲ ਮਾਰਜਨ ਨਾਲ ਫੇਰ ਕੱਢ ਰਹੇ ਨੇ। ਉਹਨੇ ਮਾਰਜਨ ਨਾਲ ਨਹੀਂ ਕੱਢ ਪਾਉਣਗੇ ਇਹ ਪਹਿਲਾਂ ਤੋਂ ਹੀ ਪਤਾ ਸੀ, ਸਿਰਫ ਇੱਕ ਇਹ ਸੀ ਵੀ ਉਹ ਫਾਈਟ 'ਚ ਸੀ, ਪਰ ਹੁਣ ਫਾਈਟ 'ਚ ਸੀਟ 20,000 ਦੀ ਲੀਡ ਲੈ ਚੁੱਕੇ ਨੇ, ਇੱਕ ਚੰਗੇ ਮਾਰਜਨ ਨਾਲ ਸ਼ਾਇਦ ਉਹ ਆਪਦੀ ਸੀਟ ਕੱਢ ਲੈਣਗੇ। 2 ਸੀਟਾਂ ਨੂੰ ਛੱਡ ਕੇ ਲੁਧਿਆਣੇ ਵੀ ਥੋੜਾ ਬਹੁਤ ਮਾਰਜਨ ਅਜੇ ਘੱਟ ਹੈ, ਬਠਿੰਡੇ ਸਭ ਤੋਂ ਘੱਟ ਮਾਰਜਨ ਹੈ ਜੀ। ਬਠਿੰਡੇ ਇੱਕ ਪ੍ਰੈਸਟੀਜ ਸੀਟ ਹੈ ਅਕਾਲੀ ਦਲ ਵਾਸਤੇ, ਪੂਰਾ ਜ਼ੋਰ ਅਕਾਲੀ ਪਾਰਟੀ ਦਾ ਲੱਗਿਆ, ਉਹ ਸੀਟ ਦੇ ਨਤੀਜੇ ਜ਼ਰੂਰ ਹੁਣ ਲੋਕ ਦੇਖ ਰਹੇ ਨੇ। ਬਾਕੀ ਸੀਟਾਂ ਤੇ ਤਕਰੀਬਨ ਲੀਡ ਜੋ ਕੈਂਡੀਡੇਟ ਲੀਡ ਕਰ ਚੁੱਕੇ ਨੇ ਉਹਨਾਂ ਦੇ ਹੱਕ 'ਚ ਹੀ ਵੱਧਦੀ ਹੈ, ਚਾਹੇ ਉਹ ਸਰੀਦੇਵ ਹੋਵੇ, ਚਾਹੇ ਸੋਮ ਪ੍ਰਕਾਸ਼ ਹੋਣ, ਜਾਂ ਬਾਕੀ ਜਗ੍ਹਾ ਤੇ ਹੁਣ ਖਡੂਰ ਸਾਹਿਬ ਵੀ ਹੁਣ ਲੀਡ ਬਹੁਤ ਵਧੀਆ ਹੋ ਗਈ ਹੈ, ਕਾਂਗਰਸ ਦੇ ਹੱਕ 'ਚੋਂ ਸੀਟ ਨਿਕਲ ਰਹੀ ਹੈ। ਪਰ ਇੱਕ ਡਾਵਾਂਡੋਲ ਜਿੱਥੇ ਹੋ ਰਿਹਾ ਕੰਮ ਉਹ ਹੈ ਹਜੇ ਬਠਿੰਡਾ ਦੀ ਸੀਟ ਹੈ, ਜਿਸ ਨੂੰ ਟਾਰਗੇਟ ਸੁਖਪਾਲ ਖਹਿਰਾ ਨੇ ਵੀ ਉਸ ਨੂੰ ਕੀਤਾ ਸੀ, ਪਰ ਸੁਖਪਾਲ ਖਹਿਰਾ ਦੀ ਮੈਨੂੰ ਲੱਗਦਾ ਵੀ ਪਰਸਨਲ ਖਿਆਲ ਹੈ, ਬਾਕੀ ਉਹਨਾਂ ਦੀ ਸੋਚ ਹੋਵੇਗੀ ਵੀ ਇੱਕ ਜੋ ਗਲਤੀ ਕਿੰਗ ਬਣਨ ਦੀ ਕੀਤੀ
ਉਹ ਗਲਤ ਹੋਈ। ਕਿੰਗ ਮੇਕਰ ਹੋਣਾ ਚਾਹੀਦਾ ਸੀ ਉਹਨਾਂ ਨੂੰ। ਜੀ। ਆਪ ਫੀਲਡ ਹੋ ਕੇ ਜਾਂ ਆਪ ਇਲੈਕਸ਼ਨ ਲੜਨ ਦੀ ਬਜਾਏ ਉਹਨਾਂ ਨੂੰ ਇੱਕ ਬੈਕ ਐਂਡ ਤੇ ਕੋਆਰਡੀਨੇਸ਼ਨ ਦੀ, ਸਾਰੇ ਕੈਂਡੀਡੇਟਾਂ ਦੀ, ਬਾਹਰੋਂ ਸਪੋਰਟ ਦੀ ਆਰਗੇਨਾਈਜੇਸ਼ਨ ਦੇਖਣੀ ਚਾਹੀਦੀ ਸੀ। ਜੀ ਜੀ। ਹੁਣ ਉਹ ਆਪ ਕੈਂਡੀਡੇਟ ਹੋਣ ਕਰਕੇ ਸਿਰਫ ਬਠਿੰਡੇ 'ਚ ਵੱਜੇ ਗਏ, ਸਿਮਰਜੀਤ ਬੈਂਸ ਆਪ ਕੈਂਡੀਡੇਟ ਹੋਣ ਕਰਕੇ ਲੁਧਿਆਣੇ 'ਚ ਵੱਜੇ ਗਏ, ਡਾਕਟਰ ਗਾਂਧੀ ਪਹਿਲਾਂ ਹੀ ਪਟਿਆਲੇ 'ਚ ਵੱਜੇ ਗਏ। ਤੇ ਕੋਈ ਵੀ ਕੈਂਡੀਡੇਟ ਐਜ ਅ ਸਟਾਰ ਪ੍ਰਚਾਰਕ ਉਹਨਾਂ ਕੋਲੇ ਸਾਰੀਆਂ ਕੰਸਟੀਟੂਐਂਸੀਆਂ ਨੂੰ ਕਵਰ ਕਰਨ ਵਾਲਾ ਨਹੀਂ ਸੀ। ਇੱਕ ਵੱਡਾ ਡਰਾਬੈਕ ਸੀ ਜਿਹਦੇ ਬੇਸ ਤੇ ਹੁੰਦਾ ਵੀ ਅੱਜ ਫਲਾਣਾ ਸਟਾਰ ਪ੍ਰਚਾਰਕ ਇਸ ਪਾਰਟੀ ਦਾ ਆ ਰਿਹਾ ਤੇ ਇੱਕ ਵੱਡਾ ਰੋਡ ਸ਼ੋਅ ਕੱਢਿਆ ਜਾਏਗਾ। ਉਹ ਕਿਸੇ ਵੀ ਥਾਵੇਂ ਇਹਨਾਂ ਦੀ ਸੀਟ ਤੇ ਨਹੀਂ ਸੀ। ਕੈਂਡੀਡੇਟ ਆਪਦੀ ਸੀਟ ਤੇ ਸੀ ਔਰ ਉਹ ਆਪ ਬੈਟਲ 'ਚ ਕੁੱਦ ਕੇ ਉਹਨਾਂ ਨੂੰ ਇੱਕ ਸਬਕ ਸਿੱਖਣਾ ਚਾਹੀਦਾ ਸੀ। ਜਦੋਂ ਭਗਵੰਤ ਮਾਨ ਜਾ ਕੇ ਲੜੇ ਸੀ ਜਾਂ ਸੁਖਬੀਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਖੜਾ ਕੀਤਾ ਸੀ, ਵੀ ਉਸ ਦਾ ਨੁਕਸਾਨ ਹੁੰਦਾ ਹੈ ਜਦੋਂ ਵੀ ਆਪਾਂ ਕਿਸੇ ਆਪਦੇ ਪੋਲੀਟੀਕਲ ਵਿਰੋਧੀ ਹੋਵੇ ਜਾਂ ਆਰਮੀ ਦੇ ਟਰਮ ਚ ਕਹੋ ਵੀ ਆਪਾਂ ਨੂੰ ਪਤਾ ਹੈ ਉੱਥੇ ਦੁਸ਼ਮਣ ਵੈਲ ਪ੍ਰੀਪੇਅਰਡ ਹੈ, ਉਹਦੀ ਸਾਰੀ ਪਲੈਨਿੰਗ ਹੈ, ਸਭ ਕੁਝ ਹੈ, ਤੁਹਾਨੂੰ ਵੇਟ ਕਰ ਰਿਹਾ ਉਹਨੂੰ ਉੱਥੇ ਜਾ ਕੇ ਹੈਡ ਔਨ ਕੋਲੀਜ਼ਨ ਕਰਨਾ ਚ ਤੁਹਾਨੂੰ ਨੁਕਸਾਨ ਜ਼ਿਆਦਾ ਉਠਾਉਣਾ ਪੈਂਦਾ ਹੈ। ਤੁਸੀਂ ਇੱਕ ਮੈਟਰ ਆਫ ਸਰਪ੍ਰਾਈਜ਼ ਜਾਂ ਇੱਕ ਸੀਟ ਉਹ ਜਿੱਥੇ ਤੁਸੀਂ ਆਪਦਾ ਬੇਸ ਬਣਾ ਸਕਦੇ ਹੋ, ਜਿੱਥੇ ਲੋਕਾਂ ਦੇ ਮੁੱਦੇ ਨਾਲ ਹਜੇ ਕਿਸੇ ਲੀਡਰ ਦਾ ਕਨੈਕਟ ਨਹੀਂ ਹੈ, ਉਹ ਚੀਜ਼ ਤੁਹਾਨੂੰ ਚੁਣਨੀ ਚਾਹੀਦੀ ਹੈ ਤੇ ਉੱਥੇ ਲੋਕਾਂ ਨਾਲ ਕਨੈਕਟ ਬਣਾਉਣਾ ਚਾਹੀਦਾ ਹੈ। ਬਠਿੰਡਾ ਇੱਕ ਗੜ੍ਹ ਸੀ ਅਕਾਲੀ ਦਲ ਦਾ, ਕੰਮ ਵੀ ਉਹਨਾਂ ਨੇ ਬਹੁਤ ਕੀਤੇ ਨੇ, ਡਿਵੈਲਪਮੈਂਟ ਵੀ ਬਹੁਤ ਕੀਤੀ ਹੈ। ਸੋ ਆਪਾਂ ਕਹਿ ਸਕਦੇ ਹਾਂ ਸੁਖਪਾਲ ਖਹਿਰਾ ਸਾਹਿਬ ਸਟ੍ਰੈਟਜੀਕਲੀ ਕਿਤੇ ਨਾ ਕਿਤੇ ਗਲਤ ਹੋ ਗਏ ਜੀ। ਸੋ ਖਬਰ ਆ ਰਹੀ ਹੈ ਕਿ ਭਗਵੰਤ ਮਾਨ 22,523 ਵੋਟਾਂ ਤੋਂ ਅੱਗੇ ਚੱਲ ਰਹੇ ਨੇ, ਵੱਡਾ ਮਾਰਜਨ ਹੈ। ਸੋ ਕਿਤੇ ਨਾ ਕਿਤੇ ਜਿਹੜਾ ਕੈਂਡੀਡੇਟ ਫਾਈਟ ਕਰ ਰਿਹਾ ਉਹਦੇ ਲਈ ਇਸ ਮਾਰਜਨ ਨੂੰ ਜਿਹੜਾ ਅੱਗੇ ਜਾ ਕੇ ਫਾਈਟ ਕਰਨਾ ਔਖਾ ਹੋ ਜਾਏਗਾ ਜਿਵੇਂ ਜਿਵੇਂ ਵੋਟਾਂ ਦੀ ਕਾਊਂਟਿੰਗ ਅੱਗੇ ਵਧ ਰਹੀ ਹੈ। ਐਨਡੀਏ 315 ਸੀਟਾਂ ਤੇ ਅੱਗੇ ਚੱਲ ਰਿਹਾ, ਮੈਜੋਰਟੀ ਵੱਲ ਜਾ ਰਿਹਾ। ਸੋ ਅੱਗੇ ਦੇ ਅੱਗੇ ਦੇਖਦੇ ਹਾਂ ਟ੍ਰੈਂਡਸ ਕਿੱਦਾਂ ਦੇ ਜਾਂਦੇ ਆ, ਐਨਡੀਏ ਦੀਆਂ ਸੀਟਾਂ ਘਟਦੀਆਂ ਜਾਂ ਵਧਦੀਆਂ। ਯੂਪੀਏ 115 ਤੇ ਅਦਰ 101 ਸੀਟਾਂ ਤੇ ਹਾਲੇ ਅੱਗੇ ਚੱਲ ਰਿਹਾ। ਗੁਰਮ ਸਾਹਿਬ, ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਬਾਰੇ ਪੁੱਛਣਾ ਚਾਹਾਂਗਾ। ਬਹੁਤ ਕੇਂਦਰ ਦੀਆਂ ਪਾਰਟੀਆਂ ਨਾਲ ਉਹਨਾਂ ਨੇ ਸਮਝੌਤਾ ਕੀਤਾ, ਬੀਐਸਪੀ ਹੋ ਗਈ, ਲੈਫਟਿਸਟ ਪਾਰਟੀਆਂ ਸਨ। ਸ਼ੁਰੂ 'ਚ ਦੇਖਿਆ ਜਾ ਰਿਹਾ ਸੀ ਵੀ ਬੀਐਸਪੀ ਦਾ ਜਿਹੜਾ ਪੂਰਾ ਦਾ ਪੂਰਾ ਵੋਟ ਹੈ ਉਹ ਪੀਡੀਏ ਵੱਲ ਕਨਵਰਟ ਹੋਊਗਾ ਤਾਂ 2 ਜਾਂ 3 ਸੀਟਾਂ ਪੀਡੀਏ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਲਿਜਾ ਸਕਦਾ ਹੈ, ਪਰ ਹਾਲੇ ਤਾਂ ਸਾਡੇ ਸੁਖਪਾਲ ਖਹਿਰਾ ਸਾਹਿਬ ਵੀ ਫਾਈਟ ਦੇ ਵਿੱਚ ਨਜ਼ਰ ਨਹੀਂ ਆ ਰਹੇ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਵੀ ਬਹੁਜਨ ਸਮਾਜ ਪਾਰਟੀ 1-2% ਦੇ ਕਰੀਬ 2.19% ਵੋਟ ਜਿਹੜੀ ਲਾਸਟ ਟਾਈਮ ਉਹਨਾਂ ਨੂੰ ਮਿਲੀ ਸੀ, ਤੇ ਕਮਿਊਨਿਸਟ ਵੋਟ ਕਿਤੇ ਨਾ ਕਿਤੇ ਕਿਸੇ ਹਲਕੇ 'ਚ 10,000, ਕਿਸੇ ਹਲਕੇ 'ਚ 15,000, ਕਿਸੇ ਹਲਕੇ 'ਚ 5,000। ਇਹ ਮੈਟਰ ਨਹੀਂ ਸੀ ਕਰਦੀਆਂ। ਮੈਟਰ ਉੱਥੇ ਕਰਦੀ ਹੈ ਜਦੋਂ ਕਨਵਰਟੀਬਿਲਿਟੀ ਆਫ ਵੋਟਸ ਤੁਹਾਡੇ ਨਾਲ ਐਨਮਾਸ ਹੋ ਰਹੀਆਂ ਹੋਣ, ਉੱਥੇ ਵਿਨਿੰਗ ਮਾਰਜਨ ਨੂੰ ਜਾਂ ਕਿਸੇ ਮਾਰਜਨ ਨੂੰ ਘਟਾਉਣ ਵਧਾਉਣ ਦੇ ਵਿੱਚ ਸਹਾਈ ਹੁੰਦੀਆਂ ਨੇ। ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਹੈ ਪੰਜਾਬ ਦਾ ਅਕਾਲੀ ਦਲ ਦੇ ਪ੍ਰਤੀ ਸਿੱਖਾਂ ਦੀ ਨਾਰਾਜ਼ਗੀ। ਉਹ ਇੱਕ ਖਲਾ ਸੀ। ਇਹਨਾਂ ਨੇ ਜਿਹੜੀ ਰਾਜਨੀਤੀ ਕੀਤੀ ਉਹ ਕੀਤੀ ਖੱਬੇ ਪੱਖੀ, ਉਹ ਕੀਤੀ ਦੂਸਰੀਆਂ ਨੈਸ਼ਨਲ ਪਾਰਟੀਆਂ ਨਾਲ ਬਣ ਕੇ, ਜਿਵੇਂ ਆਮ ਆਦਮੀ ਪਾਰਟੀ ਕਰਦੀ ਆ। ਇਹ ਚੰਗਾ ਹੁੰਦਾ ਜੇ ਇਹਨੂੰ ਇਹ ਅਕਾਲੀ ਦਲ ਦਾ ਰੰਗ ਦਿੰਦੇ, ਇਹ ਰਣਜੀਤ ਸਿੰਘ ਬ੍ਰਹਮਪੁਰੇ ਦੇ ਫੇਸ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਚੱਲਦੇ ਤਾਂ ਨਤੀਜੇ ਬਿਹਤਰ ਹੋ ਸਕਦੇ ਸੀ। ਇਹਨਾਂ ਨੇ ਉਹਨਾਂ ਨੂੰ ਨਕਾਰਨ ਦੀ ਜਿਹੜੀ ਗਲਤੀ ਕੀਤੀ ਆ ਉਹਦਾ ਖਮਿਆਜਾ ਵੀ ਇਹ ਸਿਮਟ ਕੇ ਰਹਿ ਗਏ ਨੇ। ਸੋ ਮੈਂ ਇੰਟਰੋਡਿਊਸ ਦੁਬਾਰਾ ਕਰਾਉਣਾ ਚਾਹੂੰਗਾ। ਸਾਡੇ ਜਿਹੜੇ ਮਾਹਰ ਮਹਿਮਾਨ ਸਟੂਡੀਓ ਵਿੱਚ ਮੌਜੂਦ ਨੇ, ਪ੍ਰਭਜੋਤ ਸਿੰਘ ਧਾਲੀਵਾਲ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਦਰਸ਼ਨ ਸਿੰਘ ਢਿੱਲੋਂ ਨੇ ਪੀਡੀਏ ਤੋਂ, ਹਰਸ਼ ਸ਼ਰਮਾ ਜੀ ਨੇ ਬੀਜੇਪੀ ਤੋਂ ਸਾਡੇ ਨਾਲ, ਤੇ ਹਰਪ੍ਰੀਤ ਸਿੰਘ ਗੁਰਮ ਜੀ ਨੇ ਮਾਹਰ ਰਾਜਨੀਤਿਕ ਵਿਸ਼ਲੇਸ਼ਕ ਨੇ ਸਾਡੇ ਨਾਲ। ਸੋ ਇਹ ਸਾਰੇ ਮਾਹਰ ਪੈਨਲਿਸਟ ਸਾਡੇ ਨਾਲ ਮੌਜੂਦ ਨੇ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਅੱਜ ਦੇ ਰਿਜ਼ਲਟ ਬਾਰੇ, ਇਲੈਕਸ਼ਨ ਦੇ ਰਿਜ਼ਲਟ ਬਾਰੇ। ਸੋ ਹਰਸ਼ ਜੀ, ਜਿਵੇਂ 3 ਸੀਟਾਂ ਤੋਂ ਬੀਜੇਪੀ 3 ਦੀਆਂ 3 ਸੀਟਾਂ ਤੋਂ ਦਿਖਾਇਆ ਜਾ ਰਿਹਾ ਕਿ ਫਿਲਹਾਲ ਅੱਗੇ ਚੱਲ ਰਹੀ ਹੈ। ਸੋ ਬੀਜੇਪੀ ਦੀ ਸਟ੍ਰੈਟਜੀ ਨੂੰ ਪੰਜਾਬ ਦੇ ਵਿੱਚ ਕਾਮਯਾਬ ਮੰਨਦੇ ਹੋ? ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ? ਦੇਖੋ, ਹਰ ਪਾਰਟੀ ਜਿਹੜਾ ਚੁਣਾਵ ਲੜਦੀ ਹੈ ਉਹ ਜਿੱਤਣ ਵਾਸਤੇ ਲੜਦੀ ਹੈ, ਔਰ ਭਾਰਤੀ ਜਨਤਾ ਪਾਰਟੀ ਦਾ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਉਹ ਲਗਭਗ ਉਹੀ ਮਾਹੌਲ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਵਾਸਤੇ ਸੀਗਾ। ਜਦੋਂ ਅਸੀਂ ਹੁਸ਼ਿਆਰਪੁਰ ਔਰ ਗੁਰਦਾਸਪੁਰ ਗਏ ਆ ਚੋਣਾਂ ਦੇ ਦੌਰਾਨ, ਤੇ ਲੋਕੀ ਅਸੀਂ ਜਦੋਂ ਕਹਿੰਦੇ ਸੀ ਵੀ ਸਾਡੇ ਕੈਂਡੀਡੇਟ ਸੋਮ ਪ੍ਰਕਾਸ਼ ਜੀ ਨੂੰ ਵੋਟ ਪਾਓ, ਤੇ ਅੱਗਿਓਂ ਦੀ ਵੋਟਰ ਪਲਟ ਕੇ ਜਵਾਬ ਦਿੰਦਾ ਸੀ ਵੀ ਅਸੀਂ ਤਾਂ ਪਹਿਲਾਂ ਹੀ ਮਨ ਬਣਾਈ ਬੈਠੇ ਹਾਂ ਵੀ ਅਸੀਂ ਮੋਦੀ ਜੀ ਨੂੰ ਲੈ ਕੇ ਆਵਾਂਗੇ। ਅਗਲਾ ਸਾਡੇ ਤੋਂ ਕੈਂਡੀਡੇਟ ਦਾ ਨਾਮ ਸੁਣਨ ਤੋਂ ਪਹਿਲਾਂ ਸਾਡਾ ਚੋਣ ਨਿਸ਼ਾਨ ਕਮਲ ਦਾ ਫੁੱਲ ਸਾਡੇ ਜਾਂ ਹੱਥ ਜਾਂ ਗਲੇ 'ਚ ਸਰੋਪਾ ਪਾਇਆ ਦੇਖ ਕੇ ਅਗਲਾ ਸਾਡੇ ਤੋਂ ਪਹਿਲਾਂ ਇਹ ਗੱਲ ਕਹਿੰਦਾ ਸੀ ਵੀ ਅਸੀਂ ਮੋਦੀ ਜੀ ਨੂੰ ਲਿਆਉਣ ਲਈ ਤਿਆਰ ਬੈਠੇ ਹਾਂ, ਤੁਸੀਂ ਚਿੰਤਾ ਨਾ ਕਰੋ, ਅਸੀਂ ਕਮਲ ਦੇ ਫੁੱਲ ਨੂੰ ਵੋਟ ਪਾਉਣ ਲਈ ਤਿਆਰ ਬੈਠੇ ਹਾਂ।
ਜੀ। ਸੋ ਇਹ ਨਜ਼ਰ ਆ ਰਿਹਾ ਸੀਗਾ ਵੀ ਇਹ ਜਿਸ ਤਰ੍ਹਾਂ ਦਾ ਪੂਰੇ ਦੇਸ਼ 'ਚ ਮਾਹੌਲ ਹੈ, ਇੱਕ ਅੰਡਰ ਕਰੰਟ ਹੈ ਲੋਕਾਂ ਦੇ ਵਿੱਚ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਜੀ। ਲਈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਤੈਅ ਹੀ ਸੀਗਾ ਵੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਵਧੀਆ ਪ੍ਰਦਰਸ਼ਨ ਕਰੇਗੀ। ਔਰ ਉਹ ਹੁਣ ਟ੍ਰੈਂਡਸ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਸੋਮ ਪ੍ਰਕਾਸ਼ ਜੀ ਵੀ 12-14 ਹਜ਼ਾਰ ਵੋਟ ਤੋਂ ਅੱਗੇ ਚੱਲ ਰਹੇ ਆ, ਸੰਨੀ ਦਿਓਲ ਜੀ ਕਾਫੀ ਅੱਗੇ ਚੱਲ ਰਹੇ ਆ। ਸੋ ਇਹ ਮੈਨੂੰ ਲੱਗਦਾ ਵੀ ਹੁਣ ਜਿੱਦਾਂ ਜਿੱਦਾਂ ਸਮਾਂ ਅੱਗੇ ਵਧੀ ਜਾਏਗਾ ਇਸ ਲੀਡ ਨੂੰ ਤੋੜਨਾ ਕਾਂਗਰਸ ਵਾਸਤੇ ਜਾਂ ਦੂਜੀਆਂ ਹੋਰ ਪਾਰਟੀਆਂ ਵਾਸਤੇ ਮੁਸ਼ਕਲ ਹੁੰਦਾ ਜਾਏਗਾ। ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵਧੀਆ ਪ੍ਰਦਰਸ਼ਨ ਸਾਡੀ ਉਮੀਦ ਦੇ ਮੁਤਾਬਕ ਕਰੇਗੀ। ਔਰ ਕੇਂਦਰ ਦੇ ਵਿੱਚ ਵੀ ਜੋ ਲਗਭਗ ਸਥਿਤੀ ਬਣੀ ਹੋਈ ਹੈ ਟ੍ਰੈਂਡਸ ਨੂੰ ਦੇਖ ਕੇ ਇਹ ਲੱਗ ਰਿਹਾ ਵੀ ਜਿੰਨੀ ਅੱਗੇ ਐਨਡੀਏ ਨਿਕਲ ਚੁੱਕਾ ਹੈ, ਮੈਨੂੰ ਲੱਗਦਾ ਵੀ ਹੁਣ ਯੂਪੀਏ ਦਾ ਉੱਥੇ ਤੱਕ ਪਹੁੰਚਣਾ ਜਾਂ ਐਨਡੀਏ ਨੂੰ ਪਿੱਛੇ ਕਰਨਾ ਲਗਭਗ ਮੁਸ਼ਕਲ ਹੀ, ਲਗਭਗ ਇੰਪੋਸੀਬਲ ਦੇ ਨੇੜੇ ਹੈ, ਨੀਅਰ ਟੂ ਇੰਪੋਸੀਬਲ ਹੋ ਗਿਆ। ਸੋ ਪਿਕਚਰ ਕਲੀਅਰ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਵਿੱਚ ਬੀਜੇਪੀ ਆਪਣੇ ਤੌਰ ਤੇ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਔਰ ਕੇਂਦਰ ਦੇ ਵਿੱਚ ਲਗਭਗ ਤੈਅ ਹੋ ਜੀ। ਧਾਲੀਵਾਲ ਸਾਹਿਬ, ਕਾਂਗਰਸ 13 ਦੀਆਂ 13 ਸੀਟਾਂ ਜਿੱਤਣ ਦਾ ਜਿਹੜਾ ਦਾਅਵਾ ਕਰ ਰਹੀ ਸੀ, ਪਰ ਹੁਣ ਬੀਜੇਪੀ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ 4 ਸੀਟਾਂ ਦੇ ਉੱਤੇ ਅੱਗੇ ਚੱਲ ਰਹੇ। ਕਿਸ ਤਰ੍ਹਾਂ ਦੇਖਦੇ ਹੋ ਇਸ ਦਾਅਵੇ ਨੂੰ ਤੇ ਕਿੰਨੀਆਂ ਸੀਟਾਂ ਦੀ ਉਮੀਦ ਕਰਦੇ ਹੋ ਪੰਜਾਬ ਦੇ ਵਿੱਚ? ਦੇਖੋ, ਜਦੋਂ ਕੈਪਟਨ ਸਾਹਿਬ ਨੇ ਦਾਅਵਾ ਕੀਤਾ ਸੀ 13 ਦੇ 13 ਸੀਟਾਂ ਦਾ, ਜੀ। ਚਲੋ ਅਸੀਂ ਤਾਂ ਲਗਾਤਾਰ ਕਹਿ ਹੀ ਰਹੇ ਹਾਂ, ਕਿਉਂਕਿ ਜੇ ਵਾਅਦੇ ਲੈ ਕੇ ਜੋ ਲਾਰੇ ਲਾ ਕੇ ਇਹਨਾਂ ਨੇ ਸਰਕਾਰ ਲਿਆਂਦੀ ਸੀ ਪਿਛਲੇ 2.5 ਸਾਲਾਂ ਦੇ ਵਿੱਚ, ਪੰਜਾਬ ਦੇ ਲੋਕ ਇਸ ਗੱਲ ਤੋਂ ਬਹੁਤ ਦੁਖੀ ਸੀਗੇ। ਕਿਉਂਕਿ ਨਾ ਇਹ ਜਨਤਾ ਦੇ ਵਿੱਚ ਇਹਨਾਂ ਦੇ ਮੁੱਖ ਮੰਤਰੀ ਆਏ ਤੇ ਨਾ ਇਹਨਾਂ ਦੇ ਨੁਮਾਇੰਦੇ ਆਏ, ਨਾ ਇਹਨਾਂ ਨੇ ਕੋਈ ਕੰਮ ਕੀਤਾ। ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਸੀ ਮਿਸ਼ਨ 13 ਵਾਲਾ ਜਿਹੜਾ ਹੈਗਾ ਇਹਨਾਂ ਦਾ ਫੇਲ ਆ। ਹੋਰ ਜਿਹੜੀਆਂ ਟੀਮਾਂ ਇਹਨਾਂ ਨੇ ਬਣਾਈਆਂ ਸੀਗੀਆਂ, ਭਾਵੇਂ ਕੋਈ ਦੂਜੀਆਂ ਪਾਰਟੀਆਂ ਲਾ ਲਓ, ਇਹਨਾਂ ਨੇ ਇੱਕ ਅਕਾਲੀ ਦਲ ਦਾ ਗ੍ਰਾਫ ਡਾਊਨ ਕਰਨ ਵਾਸਤੇ ਇੱਕ ਇਦਾਂ ਦਾ ਬਣਾਇਆ ਹੋਇਆ ਸੀਗਾ ਵੀ ਨਹੀਂ, ਅਕਾਲੀ ਦਲ ਬੈਕਫੁੱਟ ਤੇ ਆ ਜੀ, ਅਕਾਲੀ ਦਲ ਬੈਕਫੁੱਟ ਤੇ, ਕਾਂਗਰਸ ਅੱਗੇ ਆ। ਉਹ ਅੱਜ ਇਹ ਸਾਰਾ ਕੁਝ ਕਲੀਅਰ ਹੋਈ ਜਾ ਰਿਹਾ। ਦੇਖੋ ਜੀ, ਤੁਸੀਂ ਦੇਖ ਰਹੇ ਹੋ ਵੀ ਲੋਕ ਅਕਾਲੀ ਦਲ ਦੇ ਨਾਲ ਖੜੇ, ਲੜਾਈ ਵੀ ਅਕਾਲੀ ਦਲ ਹੀ ਦੇ ਰਿਹਾ। ਦੇਖੋ, ਇਹਨਾਂ ਨੇ 3-4 ਮਹੀਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਦੇ ਵਿੱਚ ਕਾਂਗਰਸ ਨੇ ਦਿੱਤਾ ਸੀ, ਲੇਕਿਨ ਜਦੋਂ ਅਖਬਾਰਾਂ ਜਾਂ ਹੋਰ ਮੀਡੀਆ ਰਾਹੀਂ ਦੇਖੋਗੇ ਵੀ ਇਹਨਾਂ ਨੂੰ ਵੀ ਜਦੋਂ ਗਰਾਊਂਡ ਰਿਐਲਿਟੀ ਜਲਦੀ ਹੀ ਸਮਝ ਆ ਗਈ ਸੀ। ਔਰ ਥੋੜੇ ਦਿਨਾਂ ਬਾਅਦ ਮਿਸ਼ਨ 13 ਦਾ ਨਾਰਾ ਜਿਹੜਾ ਸੀ ਉਹ ਉਸੇ ਵੇਲੇ ਗਾਇਬ ਹੋ ਗਿਆ ਸੀ, ਕਿਉਂਕਿ ਕਾਂਗਰਸ ਨੂੰ ਸਮਝ ਆ ਗਿਆ ਸੀ ਵੀ ਮਿਸ਼ਨ 13 ਇਜ਼ ਇੰਪੋਸੀਬਲ। ਸੋ ਉਹਨਾਂ ਨੂੰ ਵੀ ਪਤਾ ਸੀ ਨਾਰਾ ਜਿਨ੍ਹਾਂ ਨੇ ਨਾਰਾ ਬਣਾ ਲਿਆ ਜਾਂ ਜਿਨ੍ਹਾਂ ਨੇ ਨਾਰਾ ਸ਼ੁਰੂ 'ਚ ਲਾਇਆ, ਗਰਾਊਂਡ ਰਿਐਲਿਟੀ ਉਹਨਾਂ ਨੂੰ ਵੀ ਪਤਾ ਸੀ ਕਿ ਮਿਸ਼ਨ 13 ਇੰਪੋਸੀਬਲ ਹੈ। ਔਰ ਜਿਸ ਤਰ੍ਹਾਂ ਅਕਾਲੀ ਬੀਜੇਪੀ ਨੇ ਜਦੋਂ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਤੇ ਪੋਲੀਟੀਕਲ ਮਾਹਿਰਾਂ ਨੂੰ ਜਾਂ ਮੀਡੀਆ ਨੂੰ ਵੀ ਇਹ ਸਮਝ ਆਣੀ ਸ਼ੁਰੂ ਹੋ ਗਈ ਸੀ ਕਿ ਜਿਹੜੀ ਮਿਸ਼ਨ 13 ਵਾਲੀ ਗੱਲ ਹੈ ਉਹ ਪੂਰੀ ਤਰ੍ਹਾਂ ਗਲਤ ਹੈ। ਔਰ ਪੰਜਾਬ ਦੇ ਵਿੱਚ ਇੱਕ ਹੈਲਦੀ ਮੁਕਾਬਲਾ ਅਕਾਲੀ ਭਾਜਪਾ ਔਰ ਕਾਂਗਰਸ ਦੇ ਵਿੱਚ ਹੋਣ ਵਾਲਾ ਹੈ। ਸੋ ਮਿਸ਼ਨ 13 ਦਾ ਨਾਰਾ ਤਾਂ ਬਹੁਤ ਸਮਾਂ ਪਹਿਲਾਂ ਹੀ ਹੋ ਗਿਆ ਸੀ ਔਰ ਜ਼ਮੀਨ 'ਤੇ ਉਹਦੀ ਕੋਈ ਵੀ ਹਕੀਕਤ ਨਹੀਂ ਸੀ। ਔਰ ਅੱਜ ਮਿਸ਼ਨ 13 ਦਾ ਨਾਰਾ ਜਿਹੜਾ ਸੀ ਉਹ ਕਿਤੇ ਵੀ ਨਹੀਂ। ਔਰ ਹਾਂ, ਸਾਡੀ ਉਮੀਦ ਨਾਲੋਂ ਮੈਨੂੰ ਲੱਗ ਰਿਹਾ ਵੀ ਕੁਝ ਸੀਟਾਂ ਅਜੇ ਪੰਜਾਬ 'ਚ ਅਕਾਲੀ ਭਾਜਪਾ ਨੂੰ ਘੱਟ ਹੈ, ਲੇਕਿਨ ਜਿਸ ਤਰ੍ਹਾਂ 3-4 ਮਹੀਨੇ ਪਹਿਲਾਂ ਇਹਨਾਂ ਨੇ ਮਾਹੌਲ ਬਣਾਇਆ ਸੀ ਮਿਸ਼ਨ 13 ਦਾ, ਉਹ ਬਿਲਕੁਲ ਹੀ ਫਲॉप ਸਾਬਤ ਹੋਇਆ। ਔਰ ਜਿਹੜਾ ਪੀਡੀਏ ਨੇ ਵੀ ਇੱਕ ਗੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪੰਜਾਬ ਦੀ ਰਾਜਨੀਤੀ 'ਚ, ਉਹ ਵੀ ਪੰਜਾਬ ਦੇ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਪੂਰੀ ਤਰ੍ਹਾਂ। ਔਰ ਇੱਕ ਵਾਰੀ ਫੇਰ ਮੁਕਾਬਲਾ ਅਕਾਲੀ ਭਾਜਪਾ ਔਰ ਕਾਂਗਰਸ ਦੇ ਵਿੱਚ ਹੀ ਰਿਹਾ, ਜਿਹਦੇ ਵਿੱਚ ਅਕਾਲੀ ਭਾਜਪਾ ਇੱਕ ਜੀ ਚਲੋ ਜਗਦੀਸ਼ ਸੰਧੂ ਉਹਨਾਂ ਦੀ ਜਗ੍ਹਾ ਤੇ ਮੈਂ ਵਾਪਸ ਹਾਂ ਜੀ। ਸੋ ਸਾਰਿਆਂ ਦਾ ਮੇਰੇ ਵੱਲੋਂ ਵੀ ਮੁੜ ਤੋਂ ਸਵਾਗਤ ਹੈ। ਜਿਹੜੀਆਂ ਸਥਿਤੀਆਂ ਨੇ ਬੜੀਆਂ ਦਿਲਚਸਪ ਪੰਜਾਬ ਦੇ ਵਿੱਚ ਬਣ ਰਹੀਆਂ ਨੇ ਔਰ ਮੁੱਖ ਮੁਕਾਬਲਾ ਅਕਾਲੀ ਭਾਜਪਾ 'ਚ ਪੰਜਾਬ 'ਚ ਬਣ ਰਿਹਾ। ਹਾਲਾਂਕਿ ਪੂਰੇ ਮੁਲਕ ਦੇ ਵਿੱਚ ਜਿਹੜਾ ਮੁਕਾਬਲਾ ਹੈ ਉਹ ਵੱਖਰੇ ਤਰੀਕੇ ਨਾਲ ਚੱਲ ਰਿਹਾ। ਟੈਲੀਫੋਨ ਕਾਲਸ ਵੀ ਲਗਾਤਾਰ ਸਾਨੂੰ ਸਟੂਡੀਓ ਦੇ ਵਿੱਚ ਆ ਰਹੀਆਂ ਨੇ, ਸੋ ਮੈਂ ਵਿੱਚ ਟੈਲੀਫੋਨ ਕਾਲਸ ਵੀ ਨਾਲ ਲਵਾਂਗਾ। ਹਾਂਜੀ, ਕੌਣ ਬੋਲ ਰਹੇ ਹੋ ਜੀ? ਸਨੀ ਦਿਓਲ ਅੱਗੇ ਚੱਲ ਰਿਹਾ ਜੀ, ਗੁਰਦਾਸਪੁਰ ਹਲਕੇ ਤੋਂ ਸਨੀ ਦਿਓਲ ਸਾਹਿਬ ਅੱਗੇ ਚੱਲ ਰਹੇ ਨੇ। ਤੁਹਾਨੂੰ ਵੋਟਾਂ ਵੀ ਦੱਸ ਦਿੰਦੇ ਆ ਜੀ ਕਿ ਸਨੀ ਦਿਓਲ ਕਿੰਨੀਆਂ ਕੁ ਵੋਟਾਂ ਦੇ ਨਾਲ ਅੱਗੇ ਨੇ, ਪਰ ਗੁਰਦਾਸਪੁਰ ਹਲਕੇ 'ਚ 15,242 ਵੋਟਾਂ ਦੇ ਨਾਲ ਇਸ ਵਕਤ ਸਨੀ ਦਿਓਲ ਅੱਗੇ ਨੇ। ਥੈਂਕ ਯੂ ਜੀ। ਸੋ ਪੰਜਾਬ 'ਚ ਵੀ ਮੁਕਾਬਲਾ ਬਹੁਤ ਦਿਲਚਸਪ ਤੇ ਸਖਤ ਵੀ ਹੈ। ਕਾਂਗਰਸ ਔਰ ਅਕਾਲੀ ਭਾਜਪਾ ਦੇ ਵਿਚਾਲੇ ਪੰਜਾਬ ਦੇ ਵਿੱਚ ਇਸ ਵਕਤ ਕਾਫੀ ਜ਼ਬਰਦਸਤ ਟੱਕਰ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ। ਔਰ ਹਾਲਾਂਕਿ ਪੂਰੇ ਮੁਲਕ ਦੇ ਵਿੱਚ ਐਨਡੀਏ ਕਾਫੀ ਜ਼ਿਆਦਾ ਪ੍ਰਭਾਵੀ ਤਰੀਕੇ ਦੇ ਨਾਲ ਅੱਗੇ ਵਧਿਆ ਹੋਇਆ ਹੈ ਔਰ ਬੀਜੇਪੀ ਪੂਰੇ ਮੁਲਕ ਦੇ ਵਿੱਚ 325 ਸੀਟਾਂ ਵਾਲੇ ਪਾਸੇ ਟ੍ਰੈਂਡਸ ਦੇ ਵਿੱਚ ਅੱਗੇ ਜਾ ਰਹੀ ਹੈ। ਕਾਂਗਰਸ 110 ਦੇ ਆਸ-ਪਾਸ ਇਸ ਵਕਤ ਸਿਮਟੀ ਹੋਈ ਹੈ ਔਰ ਪੰਜਾਬ 'ਚੋਂ ਜਦੋਂ ਗੱਲ ਕਰੀਏ ਤੇ ਸਨੀ ਦਿਓਲ ਕਾਫੀ ਅੱਗੇ ਜਾ ਰਹੇ ਨੇ। ਸੋ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਕਾਂਗਰਸ 8 ਸੀਟਾਂ ਤੇ ਇਸ ਵਕਤ ਅੱਗੇ ਹੈ, ਅਕਾਲੀ ਭਾਜਪਾ 2 ਸੀਟਾਂ ਤੇ ਔਰ 1 ਸੀਟ ਦੇ ਉੱਤੇ ਆਮ ਆਦਮੀ ਪਾਰਟੀ। ਸੋ
ਸਖਤ ਮੁਕਾਬਲਾ ਰਵਨੀਤ ਬਿੱਟੂ ਦਾ ਲੁਧਿਆਣੇ ਦੇ ਵਿੱਚ ਵੀ ਚੱਲ ਰਿਹਾ ਹੈ ਸਿਮਰਜੀਤ ਬੈਂਸ ਦੇ ਨਾਲ। ਜਿਹੜਾ ਫਰਕ ਹੈ ਉਹ ਬਹੁਤਾ ਜ਼ਿਆਦਾ ਦੋਹਾਂ ਦੀਆਂ ਵੋਟਾਂ ਦੇ ਵਿੱਚ ਨਹੀਂ ਰਹਿ ਗਿਆ। ਸੋ ਰਵਨੀਤ ਬਿੱਟੂ ਔਰ ਸਿਮਰਜੀਤ ਬੈਂਸ, ਇਹਨਾਂ ਦੋਹਾਂ ਦੇ ਵਿਚਾਲੇ ਵੀ ਜਿਹੜਾ ਸਖਤ ਮੁਕਾਬਲਾ ਹੈ ਇਸ ਵਕਤ ਉਹ ਹੋ ਰਿਹਾ ਹੈ। ਸੋ 2019 ਦੀ ਨਵੀਂ ਸਰਕਾਰ ਦੀ ਗਠਨ ਦੀ ਦਿਸ਼ਾ ਦੇ ਵਿੱਚ ਅਸੀਂ ਲਗਾਤਾਰ ਅੱਗੇ ਵਧ ਰਹੇ ਹਾਂ। ਔਰ ਮੈਂ ਫਿਰ ਸਪਸ਼ਟ ਕਰਦਾ ਕਿ ਹਰ ਵਿਧਾਨ ਸਭਾ ਹਲਕੇ ਦੇ ਵਿੱਚ 5 ਜਿਹੜੀਆਂ ਵੀਵੀਪੈਟ ਪਰਚੀਆਂ ਨੇ 5 ਮਸ਼ੀਨਾਂ ਦੀਆਂ, ਉਹਨਾਂ ਦਾ ਮਿਲਾਨ ਹੋਣਾ ਹੈ। ਸੋ ਅਫੀਸ਼ੀਅਲ ਰਿਜ਼ਲਟ ਨੇ ਜਿਹੜੇ ਉਹ ਘੱਟੋ ਘੱਟ ਰਾਤ 8-9 ਵਜੇ ਤੱਕ ਜਿਹੜੇ ਰਿਜ਼ਲਟ ਨੇ ਉਹ ਸਾਨੂੰ ਮਿਲਣੇ ਸ਼ੁਰੂ ਹੋਣਗੇ। ਮੈਂ ਟੈਲੀਫੋਨ ਇੰਟਰਨੈਸ਼ਨਲ ਕਾਲ ਹੈ ਉਹ ਵੀ ਇੱਕ ਵਾਰੀ ਰਿਸੀਵ ਕਰਾਂ। ਹਾਂਜੀ, ਕੌਣ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਮੈਂ ਰਾਮ ਬੋਲਦਾ, ਸੈਨ ਫ੍ਰਾਂਸਿਸਕੋ ਕੈਲੀਫੋਰਨੀਆ, ਯੂਐਸ। ਹਾਂਜੀ ਰਾਮ ਜੀ ਕੈਲੀਫੋਰਨੀਆ ਤੋਂ ਬੋਲ ਰਹੇ ਹੋ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਢਿੱਲੋਂ ਸਾਹਿਬ, ਇਹ ਤਾਂ ਬਾਦਲਾਂ ਦੀ ਤੇ ਕੈਪਟਨ ਦੇ ਬੇੜੇ ਬਿਠਾਏ ਹੋਏ ਪੰਜਾਬ ਦੇ ਜੀ। ਚੰਗਾ ਕੈਪਟਨ ਦੀ ਰਿਜ਼ਾਈਨ ਦਵੇ ਤਾਂ ਉਧਰ ਬੀਬੀ ਵੀ ਹਾਰੇ ਜੀ, ਕਿਉਂਕਿ ਬੀਬੀ ਨੇ ਜੋ ਸਿੱਧੂ ਤੇ ਇਲਜ਼ਾਮ ਲਾਏ ਜਿਹੜੇ ਗੱਦਾਰ ਵਗੈਰਾ, ਉਹ ਜੀ। ਲੋਕਾਂ ਨੇ ਭੁੱਲੇ ਨਹੀਂ। ਜੀ ਤੇ ਮੈਂ ਚਾਹੁੰਦਾ ਕਿ ਬੀਬੀ ਹਾਰੇ ਬਹੁਤ ਬੁਰੀ ਤਰੀਕੇ ਨਾਲ ਹਾਰੇ। ਜੀ ਕੈਪਟਨ ਉਧਰ ਰਿਜ਼ਾਈਨ ਕਰੇ, ਸਿੱਧੂ ਨੂੰ ਚੀਫ ਮਿਨਿਸਟਰ ਬਣੇ, ਪੰਜਾਬ ਦਾ ਸੁਧਰ ਵੀ ਜਾਊ। ਜੀ ਚਲੋ, ਬਹੁਤ ਬਹੁਤ ਧੰਨਵਾਦ ਸਰ। ਸਾਰਿਆਂ ਨੇ ਲੋਕਤੰਤਰ 'ਚ ਹੱਕ ਹੈ ਸਭ ਨੂੰ। ਲੋਕ ਬਿਲਕੁਲ ਇਹ ਗੱਲ ਕਰ ਸਕਦੇ ਨੇ ਕਿ ਕਿਹੜਾ ਉਮੀਦਵਾਰ ਉਹ ਜੇਤੂ ਦੇਖਣਾ ਚਾਹੁੰਦੇ ਨੇ ਤੇ ਕਿਹੜਾ ਹਾਰਿਆ। ਢਿੱਲੋਂ ਸਾਹਿਬ, ਮੈਨੂੰ 40 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਜੀ। 40 ਸਾਲ ਬਾਅਦ ਵੀ ਸਾਡਾ ਪੰਜਾਬ ਕਿਉਂ ਘੁੰਮਦੀ ਹੈ। ਬਿਲਕੁਲ ਠੀਕ ਹੈ ਜੀ। ਨਹੀਂ ਟੁੱਟ ਸਕਦਾ ਸਰ, ਪੰਜਾਬ ਨਾਲ ਮੂੰਹ ਨਹੀਂ ਟੁੱਟ ਸਕਦਾ ਜਿੰਨੇ ਸਾਡੇ ਐਨਆਰਆਈ ਨੇ। ਜੀ ਸਾਡਾ ਬਲੱਡ ਪੰਜਾਬ ਦੀ ਆ ਜੀ। ਆਮ ਆਦਮੀ ਪਾਰਟੀ ਔਰ ਪੀਡੀਏ ਦਾ ਜਿਹੜਾ ਗਠਬੰਧਨ ਹੈ, ਇਸ ਗਠਬੰਧਨ ਨੂੰ ਕੀ ਜਿਹੜੇ ਐਨਆਰਆਈ ਨੇ ਜ਼ਿਆਦਾਤਰ ਕੈਲੀਫੋਰਨੀਆ ਯੂਐਸਏ 'ਚ ਕੀ ਇਕੱਠਾ ਹੀ ਦੇਖਣਾ ਚਾਹੁੰਦੇ ਨੇ ਜਾਂ ਅਲੱਗ-ਅਲੱਗ ਦੇਖਣਾ ਚਾਹੁੰਦੇ ਨੇ? ਚਲੋ ਸਾਹਿਬ, ਮੈਂ ਸੱਚੀ ਗੱਲ ਦੱਸਾਂ, ਆ ਜਿਹੜਾ ਖੈਰਾ ਸਾਹਿਬ ਹੈ ਨਾ, ਇਹ ਨਾ ਇੱਧਰ ਦਾ ਇਹ ਨਾ ਉੱਧਰ ਦਾ, ਇਹ ਥਾਲੀ ਦਾ ਬੈਂਗਣ ਜੀ। ਇਹ ਸਾਰਾ ਹੀ ਆਪਣਾ ਆਪ ਹੀ ਟੱਪਾ ਬਿਠਾ ਲਿਆ। ਚਲੋ ਇਹ ਆਤਮਾ ਦੇ ਟਿੱਕੇ ਜਾਂਦੇ ਜਾਂ ਕਾਂਗਰਸ ਦੇ ਟਿੱਕੇ ਨੂੰ ਉਦਾਂ ਹੀ ਮਿਲ ਜਾਣਾ। ਚਲੋ ਠੀਕ ਹੈ ਸਰ, ਧੰਨਵਾਦ। ਤੁਸੀਂ ਵੀ ਆਪਣੀ ਰਾਏ ਰੱਖੀ। ਥੈਂਕ ਯੂ ਜੀ। ਥੈਂਕ ਯੂ ਜੀ। ਸੋ ਸਾਰਿਆਂ ਦੀ ਆਪਣੀ ਆਪਣੀ ਰਾਏ, ਆਪਣੇ ਆਪਣੇ ਨਿੱਜੀ ਵਿਚਾਰ ਨੇ ਕਿਸੇ ਵੀ ਉਮੀਦਵਾਰ ਨੂੰ ਲੈ ਕੇ। ਔਰ ਲੋਕਤੰਤਰ 'ਚ ਮੈਨੂੰ ਲੱਗਦਾ ਹੈ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਵੀ ਬਹੁਤ ਤਕੜੇ ਵਿਅੰਗ ਅੱਜ ਕੱਲ੍ਹ ਇੱਕ ਦੂਸਰੇ ਤੇ ਕਰਦੇ ਨੇ, ਬਹੁਤ ਤਿੱਖੇ ਸ਼ਬਦ ਵਰਤਦੇ ਨੇ। ਸੋ ਜਿਹੜੇ ਆਮ ਲੋਕ ਨੇ ਉਹ ਵੀ ਗੁੱਸੇ ਦਾ ਪ੍ਰਗਟਾਵਾ ਵਿੱਚ ਕਰ ਦਿੰਦੇ ਨੇ। ਸੋ ਮੈਂ ਸਨੀ ਕੈਂਥ ਸਾਹਿਬ ਜਿਹੜੇ ਕਿ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਵੀ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਟੂਡੀਓ ਦੇ ਵਿੱਚ। ਸੋ ਕਾਂਗਰਸ ਦੇ ਨੁਮਾਇੰਦੇ ਨੇ ਸਨੀ ਕੈਂਥ ਸਾਹਿਬ, ਇਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ। ਸਨੀ ਜੀ, ਬਹੁਤ-ਬਹੁਤ ਸਵਾਗਤ ਹੈ। ਔਰ ਗੱਲਬਾਤ ਨੂੰ ਜੇ ਅੱਗੇ ਵਧਾਈਏ ਤੇ ਪੰਜਾਬ 'ਚ ਮੁੱਖ ਮੁਕਾਬਲਾ ਫਿਰ ਅਕਾਲੀ ਬੀਜੇਪੀ। ਢਾਲੀਵਾਲ ਸਾਹਿਬ, ਅਕਾਲੀ ਦਲ ਲਈ ਅੱਜ ਕਿੱਡੀ ਖੁਸ਼ੀ ਵਾਲੀ ਗੱਲ ਹੈ। ਵਿਰੋਧੀਆਂ ਨੇ ਜਿਸ ਤਰੀਕੇ ਨਾਲ ਪ੍ਰਚਾਰ ਕੀਤਾ ਸੀ, ਸਥਿਤੀਆਂ ਇਹ ਬਣ ਗਈਆਂ ਸੀ ਕਿ ਅਕਾਲੀ ਦਲ ਲਈ ਸਭ ਤੋਂ ਜ਼ਿਆਦਾ ਔਖਾ ਹੈ ਪੰਜਾਬ ਦੇ ਵਿੱਚ। ਦੇਖੋ ਜੀ, ਜਿਹੜੀ ਇਹ ਲੜਾਈ ਹੈ ਰਿਵਾਈਵਲ ਦੀ ਲੜਾਈ ਸੀਗੀ ਸਾਡੇ ਵਾਸਤੇ। ਜਿਸ ਤਰ੍ਹਾਂ ਦਾ ਪ੍ਰਚਾਰ ਮੈਂ ਸਿਰਫ ਕਾਂਗਰਸ ਨਹੀਂ ਸਾਰੀਆਂ ਪਾਰਟੀਆਂ ਨੇ ਸਾਡੇ ਖਿਲਾਫ ਕੀਤਾ ਸੀ, ਜਾਂ ਸਾਡੇ ਪ੍ਰਧਾਨ ਜੀ ਖਿਲਾਫ ਕੀਤਾ ਸੀ, ਸੁਖਬੀਰ ਜੀ ਦੀ ਪ੍ਰਧਾਨਗੀ ਤੇ ਉਹਨਾਂ ਨੇ ਕੁਐਸਚਨ ਮਾਰਕ ਲਾਏ ਸੀ ਲੋਕਾਂ ਨੇ ਵੀ ਨਹੀਂ ਜੀ ਅਕਾਲੀ ਦਲ ਤਾਂ ਬਿਲਕੁਲ ਗਰਾਊਂਡ ਤੇ ਜ਼ੀਰੋ ਆ ਜੀ, ਅਕਾਲੀ ਦਲ ਨੂੰ ਕੋਈ ਮੂੰਹ ਨਹੀਂ ਲਾ ਰਿਹਾ। ਅੱਜ ਲੋਕਾਂ ਨੇ ਸਿੱਧ ਕੀਤਾ ਇਹ ਅਕਾਲੀ ਦਲ ਦੇ ਵਰਕਰਾਂ ਵਾਸਤੇ ਬੜੀ ਜੋਸ਼ ਦਾ ਦਿਨ ਅੱਜ ਦੇ ਦਿਨ। ਇਹ ਵਰਕਰ ਜਿਹੜੇ ਅਕਾਲੀ ਦਲ ਦੇ ਬੜੇ ਜੋਸ਼ 'ਚ ਅਸੀਂ ਪ੍ਰਧਾਨ ਸਾਹਿਬ ਦੀ ਪ੍ਰਧਾਨਤਾ ਤੇ ਮੋਹਰ ਲਾਈ ਹੈ। ਹਜੇ ਤੁਸੀਂ ਹੈਗੇ ਸਿਰਫ 2 ਸੀਟਾਂ ਤੇ ਅੱਗੇ ਹੋ, 2 ਸੀਟਾਂ ਤੇ ਬੀਜੇਪੀ ਹੈ। ਅਕਾਲੀ ਦਲ 2 ਸੀਟਾਂ ਤੇ ਆਪਣੇ ਆਪ ਨੂੰ ਕਿੱਡਾ ਕੁ એનર્ਜੈਟਿਕ ਫੀਲ ਕਰ ਰਿਹਾ? ਦੇਖੋ ਜੀ, ਬੀਜੇਪੀ ਤੇ ਅਕਾਲੀ ਦਲ ਦਾ ਗਠਬੰਧਨ ਆ, ਉਹ ਤਾਂ ਜਿਹੜਾ ਹੋਇਆ ਵਿਆ ਜਿਵੇਂ 3 ਸੀਟਾਂ ਬੀਜੇਪੀ ਲੜਦੀ 10 ਸੀਟਾਂ ਅਕਾਲੀ ਦਲ ਲੜਦਾ, ਇਹ ਤਾਂ ਸ਼ੁਰੂ ਦਾ ਇਹ ਤਾਂ ਬਣੀ ਹੋਈ ਹੈ, ਇੱਕ ਰਵਾਇਤ ਬਣੀ ਹੋਈ ਆ। ਪਰ ਤੁਸੀਂ ਇਹ ਦੇਖੋ ਨਾ ਵੀ ਸਾਰੇ ਪੰਜਾਬ ਦੇ ਵਿੱਚ ਜੇ ਕੋਈ ਲੜਾਈ ਲੜ ਰਿਹਾ ਵਾ, ਅਕਾਲੀ ਦਲ ਤੇ ਬੀਜੇਪੀ ਲੜ ਰਹੀ ਹੈ। ਸਿਰਫ ਇੱਕ ਸੀਟ ਨੂੰ ਜੇ ਆਪਾਂ ਸੰਗਰੂਰ ਵਾਲੀ ਨੂੰ ਛੱਡ ਦਈਏ ਤੇ ਉਹਦੇ 'ਚ ਮੈਨੂੰ ਪਤਾ ਨਹੀਂ ਵੀ ਦੂਜੇ ਨੰਬਰ ਤੇ ਕੌਣ ਆ, ਉਹ ਤੁਸੀਂ ਸ਼ਾਇਦ ਜੇ ਦੱਸ ਦਿਓ ਕਲੀਅਰ ਕਰੋ। ਕੇਵਲ ਢਿੱਲੋਂ, 13 ਦੀਆਂ ਕੇਵਲ ਸਿੰਘ ਢਿੱਲੋਂ ਦੂਜੇ ਨੰਬਰ ਤੇ ਬਾਕੀ ਸਾਰੇ 12 ਦੀਆਂ 12 ਸੀਟਾਂ ਦੇ ਵਿੱਚ ਜੇ ਲੜਾਈ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਦੀ ਆ। ਹੋਰ ਬਾਕੀ ਜਿਹੜੇ ਦੁਸ਼ਪ੍ਰਚਾਰ ਕਰਨ ਵਾਲੇ ਸੀਗੇ ਜਾਂ ਵੈਸੇ ਹੀ ਬਸ ਫੇਸਬੁੱਕ ਵਾਲੇ ਸੀਗੇ ਜਾਂ ਕ੍ਰਾਂਤੀਕਾਰੀ ਸੀਗੇ, ਉਹ ਅੱਜ ਕਿਤੇ ਵੀ ਦਿਖਾਈ ਨਹੀਂ ਦੇ ਰਹੇ। ਜਾਂ ਤੀਜੇ ਨੰਬਰ ਤੇ ਜਾਂ ਜ਼ਮਾਨਤਾਂ ਜ਼ਬਤ ਨੇ ਉਹਨਾਂ ਦੀਆਂ, ਉਹ ਜ਼ਮਾਨਤਾਂ ਬਚਾਉਣ ਨੂੰ ਲੱਗੇ ਹੋਏ ਆ। ਇਸ ਕਰਕੇ ਅੱਜ ਸਾਡੇ ਵਾਸਤੇ ਬੜਾ ਖੁਸ਼ੀ ਵਾਲਾ ਦਿਨ ਆ ਤੇ ਸ਼ਾਮ ਤੱਕ ਤਸਵੀਰ ਹੋਰ ਵੀ ਸਾਫ਼ ਹੋਊਗੀ, ਸਾਡੇ ਪੱਖ 'ਚ ਹੋਊਗੀ ਜੀ। ਚਲੋ ਸ਼ਾਮ ਤੱਕ ਤਸਵੀਰਾਂ ਜ਼ਰੂਰ ਸਾਫ਼ ਹੋਣਗੀਆਂ। ਮੈਂ ਟੈਲੀਫੋਨ ਕਾਲ ਨਾਲ ਲੈ ਲਵਾਂ ਕਿਉਂਕਿ ਅਸੀਂ ਟੈਲੀਫੋਨ ਕਾਲ ਵੀ ਰਿਸੀਵ ਕਰ ਰਹੇ ਹਾਂ। ਕੌਣ ਬੋਲ ਰਹੇ ਹੋ ਜੀ? ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਪਰਮਜੀਤ ਸਿੰਘ ਬੋਲ ਰਿਹਾ ਜੀ, ਕਪੂਰਥਲੇ ਤੋਂ। ਹਾਂਜੀ ਪਰਮਜੀਤ ਜੀ। ਸਰ, ਮੈਂ 2-3 ਗੱਲਾਂ ਕਰੂੰਗਾ ਜੀ, ਪਲੀਜ਼
ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਨਿੱਜੀ ਟਿੱਪਣੀ ਨੇ ਕਰਿਓ ਤੇ ਤੁਹਾਡੀ ਭਾਸ਼ਾ ਮੇਰੇ ਵਾਂਗ ਮਿੱਠੀ ਹੋਣੀ ਚਾਹੀਦੀ। ਬਿਲਕੁਲ ਸਰ, ਜੋ ਰੁਝਾਨ ਆ ਰਹੇ ਆ ਇਹਦੇ ਪਿੱਛੇ ਮੋਦੀ ਜੀ ਦਾ ਬੀਜੇਪੀ ਦੇ ਨਾਲੋਂ ਜ਼ਿਆਦਾ ਯੋਗਦਾਨ ਬਕਾਊ ਤੇ ਗੋਡੀ ਮੀਡੀਆ ਦਾ ਜ਼ਿਆਦਾ ਹੈ ਜੀ ਜਿਸਨੇ ਮੋਦੀ ਦੀਆਂ ਨਾਕਾਮੀਆਂ ਨੂੰ ਪ੍ਰਾਪਤੀ ਦੇ ਬਦਲ ਕੇ ਲੋਕਾਂ ਦੇ ਸਾਹਮਣੇ ਜਾਨੀ ਕਿ ਲੋਕਾਂ ਨੂੰ ਗੁੰਮਰਾਹ ਕੀਤਾ। ਜੀ ਤੇ ਇੱਕ ਸਾਡੇ ਨਾ ਜਿਹੜੇ ਬੈਠੇ ਹੋਏ ਨੇ ਅਕਾਲੀ ਦਲ ਦੇ ਲੀਡਰ, ਉਹ ਸਰ ਬੋਲ ਰਹੇ ਨੇ ਕਿ 13 ਤੋਂ 13 ਸੀਟਾਂ ਨਾ ਲੈਣ ਕੇ ਨਾਕਾਮ ਹੋਏ ਨੇ ਕਾਂਗਰਸੀ, ਉਹ ਇਸ ਗੱਲ ਨੂੰ ਆਪਣੀ ਪ੍ਰਾਪਤੀ ਸਮਝ ਰਹੇ ਨੇ। ਜੀ ਜਦ ਕਿ ਮੈਂ ਕਹਿਣਾ ਚਾਹੁੰਦਾ ਕਿ ਉਹ ਨਾਕਾਮ ਹੋਏ ਨੇ ਜਿਹੜਾ ਅੱਜ 4 ਸੀਟਾਂ ਤੇ ਰੁਝਾਨ ਆ ਰਹੇ ਨੇ ਜੋ ਉਹਨਾਂ ਦੇ ਹੱਥ ਦੇ ਵਿੱਚ। ਜੀ ਜਦ ਕਿ ਪੰਜਾਬ ਦਾ ਪਿਛੋਕੜ ਰਿਹਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਪੰਜਾਬ 'ਚ ਉਹ ਬੁਰੀ ਤਰ੍ਹਾਂ ਲੋਕਾਂ ਦੀ ਇਲੈਕਸ਼ਨ ਦੇ ਵਿੱਚ ਪਛੜਦੀ ਆ। ਜੀ ਤੇ ਇਸ ਕਰਕੇ ਉਹਨਾਂ ਦੀ ਇਹ ਕੋਈ ਪ੍ਰਾਪਤੀ ਨਹੀਂ ਕਿ ਕਾਂਗਰਸ 13 ਤੋਂ 13 ਨਹੀਂ ਲੈ ਰਹੀ, ਉਹਨਾਂ ਦੀ ਇਹ ਨਾਕਾਮੀ ਆ ਕਿ ਉਹ 4 ਸੀਟਾਂ ਤੇ ਨੇ ਅੱਜ। ਬਹੁਤ ਬਹੁਤ ਧੰਨਵਾਦ ਸਰ ਤੁਹਾਡੇ ਇਸ ਬਿਆਨ ਸੀ, ਲੋਕੀ ਭੁੱਲੇ ਨਹੀਂ ਬੇਅਦਬੀ ਨੂੰ। ਚਲੋ ਤੇ ਬਾਕੀ ਮੈਂ ਕੋਈ ਕਾਂਗਰਸ ਦਾ ਨਹੀਂ ਕੋਈ ਵੀ, ਮੈਂ ਅਕਾਲੀ ਦਲ ਨੂੰ ਵੋਟ ਪਾਉਣਾ ਰਿਹਾ, ਪਰ ਮੈਂ ਹੁਣ ਬਦਲਿਆ ਜਦੋਂ ਤੋਂ ਇਹ ਬੇਅਦਬੀ ਹੋਈ ਸੀ, ਮੈਂ ਉਦੋਂ ਤੋਂ ਚੇਂਜ ਹੋਇਆ ਜੀ। ਜੀ ਸਾਡੇ ਜੀ ਦਾਦੇ ਪੜਦਾਦੇ ਅਕਾਲੀ ਦਲ ਨੂੰ ਵੋਟ ਪਾਉਂਦੇ ਆਏ ਆ ਤੇ ਅਸੀਂ ਵੀ ਪਾਉਂਦੇ ਸੀ। ਚਲੋ ਬਹੁਤ ਬਹੁਤ ਧੰਨਵਾਦ ਸਰ। ਤੁਹਾਡਾ ਚੈਨਲ ਜਿਹੜਾ ਆ ਉਹ ਬਿਲਕੁਲ ਨਿਸ਼ਪੱਖ ਆ, ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ। ਬਹੁਤ ਵਧੀਆ ਤੁਸੀਂ ਕੰਮ ਕਰਦੇ ਆ, ਐਸੇ ਪੱਤਰਕਾਰ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ। ਮੈਂ ਦੂਜੇ ਮੀਡੀਆ ਦੀ ਗੱਲ ਕਰ ਰਿਹਾ, ਜੋ ਨੈਸ਼ਨਲ ਮੀਡੀਆ ਆ, ਉਹਨੇ ਜੋ ਮੋਦੀ ਜੀ ਦੀ ਜਨਰਲ ਨੌਲੇਜ ਆ ਜਾਂ ਉਹਨਾਂ ਦਾ ਜੋ ਵੀ ਆ। ਬਿਲਕੁਲ ਠੀਕ ਹੈ ਜੀ, ਤੁਹਾਡੀ ਭਾਵਨਾ ਸਮਝ ਗਿਆ ਮੈਂ ਤੁਹਾਡੇ ਸਵਾਲਾਂ ਤੇ ਹੁਣ ਅਸੀਂ ਚਰਚਾ ਵੀ ਅੱਗੇ ਵਧਾਵਾਂਗੇ। ਜੀ ਸਰ, ਉਹਨੂੰ ਇਸ ਤਰ੍ਹਾਂ ਦਿਖਾਇਆ ਜੋ ਉਹਨਾਂ ਦੀ ਅਨਪੜ੍ਹਤਾ ਨੂੰ ਨਹੀਂ ਸ਼ੋਅ ਹੋਣ ਦਿੱਤਾ, ਉਹ ਲੁਕੋਇਆ ਗਿਆ ਸਾਰਾ ਕੁਝ ਮੀਡੀਆ ਵੱਲੋਂ। ਚਲੋ ਤੁਹਾਡੀ ਗੱਲ ਆ ਗਈ ਸਰ, ਬਹੁਤ ਬਹੁਤ ਧੰਨਵਾਦ ਤੁਹਾਡੀਆਂ ਗੱਲਾਂ ਤੇ ਹੁਣ ਮੈਂ ਚਰਚਾ ਵੀ ਅੱਗੇ ਵਧਾਉਣਾ। ਥੈਂਕ ਯੂ ਸਰ। ਥੈਂਕ ਯੂ ਜੀ। ਮੈਂ ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਤੁਹਾਡੇ ਤੋਂ ਹੀ ਟਿੱਪਣੀ ਜ਼ਰੂਰ ਲੈਣਾ ਚਾਹੂੰਗਾ। ਜਿਵੇਂ ਹੁਣ ਸਰਦਾਰ ਜੀ ਨੇ ਫੋਨ ਕੀਤਾ ਕਪੂਰਥਲਾ ਤੋਂ, ਉਹਨਾਂ ਨੇ ਗੱਲ ਬੜੀ ਕਨਵਿੰਸਿੰਗ ਕੀਤੀ। ਆਮ ਤੌਰ ਤੇ ਟ੍ਰੈਂਡ ਇਹ ਰਹੇ ਨੇ ਪੰਜਾਬ 'ਚ ਜਿਹਦੀ ਸਰਕਾਰ ਹੁੰਦੀ ਹੈ, ਜਿਹੜੀ ਉਸ ਵੇਲੇ ਵਿਰੋਧੀ ਧਿਰ ਹੁੰਦੀ ਹੈ ਜਾਂ ਓਪੋਜੀਸ਼ਨ ਦੀ ਪਾਰਟੀ ਹੁੰਦੀ ਹੈ, ਉਹਦੀਆਂ ਸੀਟਾਂ ਜ਼ਿਆਦਾ ਹੁੰਦੀਆਂ। ਪਰ ਹੁਣ ਓਪੋਜੀਸ਼ਨ ਪੀਡੀਏ ਆਪ ਅਕਾਲੀ ਦਲ ਮਿਲਾ ਕੇ ਵੀ ਜ਼ਿਆਦਾ ਨਹੀਂ। ਇਹਦੇ ਪਿੱਛੇ ਕਾਰਨ ਕੀ ਹੈ? ਅਕਾਲੀ ਦਲ ਸਿਰਫ 2 ਸੀਟਾਂ ਤੇ ਅੱਗੇ ਹੈ, ਬੀਜੇਪੀ 2 ਸੀਟਾਂ ਤੇ ਅੱਗੇ ਹੈ, ਇੱਕ ਭਗਵੰਤ ਮਾਨ। ਸੋ ਫਿਰ ਵੀ ਪੰਜਾਬ 'ਚ ਕਾਂਗਰਸ ਅੱਗੇ ਚੱਲ ਰਹੀ ਹੈ, ਇਹਦਾ ਕਾਰਨ ਕੀ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਅਕਾਲੀ ਦਲ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਹੀ ਡਿਫੈਂਸਿਵ ਤੇ ਸੀ, ਕਿਉਂਕਿ ਕਾਂਗਰਸ ਨੇ ਰਿਲੀਜੀਅਸ ਕਾਰਡ ਵੀ ਇੱਕ ਜੋ ਬਰਗਾੜੀ ਵਾਲਾ ਦੁਬਾਰਾ ਉਠਾ ਕੇ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਡਿਫੈਂਸਿਵ ਤੇ ਲਿਆਂਦਾ ਸੀ ਵੀ ਇਹਨਾਂ ਦੇ ਜ਼ਿੰਮੇਵਾਰ ਇਹ ਨੇ। ਅਕਾਲੀ ਦਲ ਹੁਣ 2 ਹੀ ਸੀਟਾਂ ਤੇ ਫਾਈਟ ਤੇ ਔਰ ਦੋਨੇ ਹੀ ਪਰਿਵਾਰਕ ਸੀਟਾਂ ਨੇ ਜਿੱਥੇ ਪਰਿਵਾਰ ਦਾ ਵਕਾਰ ਲੱਗਿਆ ਹੈ। ਅਕਾਲੀ ਦਲ ਨਾਲ ਵੱਧ ਇੱਕ ਪਰਿਵਾਰ ਦਾ ਵਕਾਰ ਉੱਥੇ ਦਾਅ ਤੇ ਲੱਗਿਆ ਹੈ। 2 ਸੀਟਾਂ ਜਿੱਥੋਂ ਲੀਡ ਕਰ ਰਹੇ ਨੇ, ਬਾਕੀ ਕਿਸੇ ਵੀ ਜਗ੍ਹਾ ਅਕਾਲੀ ਦਲ ਦੀ ਕੋਈ ਬਾਹਲੀ ਸੇ ਹੈ ਨਹੀਂ ਹੈ। ਕਾਂਗਰਸ ਵਧੀਆ ਤਰੀਕੇ ਨਾਲ ਜਿੱਤ ਹਾਸਲ ਕਰ ਰਹੀ ਹੈ ਬਹੁਤ ਸਾਰੀਆਂ ਸੀਟਾਂ ਤੇ। ਇੱਕ ਸੀਟ ਲੁਧਿਆਣੇ ਹੁਣ ਥੋੜਾ ਜਿਹਾ ਚੇਂਜ ਸਡਨਲੀ ਹੋਇਆ ਹੈ ਪਿਛਲੀ ਅਪਡੇਟ 'ਚ, ਜਿੱਥੇ 17000 ਤੱਕ ਬਿੱਟੂ ਦੀ ਲੀਡ ਪਹੁੰਚ ਗਈ ਸੀ, ਉਹ ਇੱਕਦਮ ਘਟ ਕੇ 14000 ਹੋ ਗਈ ਹੈ। ਹੋ ਸਕਦਾ ਸਿਮਰਜੀਤ ਬੈਂਸ ਨੂੰ ਕਿਸੇ ਇਲਾਕੇ 'ਚੋਂ ਚੰਗੀ ਬੜਤ ਮਿਲ ਰਹੀ ਹੈ ਤੇ ਨਤੀਜੇ ਹੋਰ ਨੇੜੇ ਤੇੜੇ ਰੱਖ ਸਕਦੇ ਨੇ। ਭਗਵੰਤ ਮਾਨ ਵਧੀਆ ਲੀਡ ਬਣਾ ਚੁੱਕੇ ਨੇ। ਅਕਾਲੀ ਦਲ ਉੱਥੇ ਸੁਖਦੇਵ ਸਿੰਘ ਢੀਂਡਸਾ ਦਾ ਬੇਟਾ ਜੋ ਲੜ ਰਿਹਾ ਸੀ ਉਹ ਕਿਤੇ ਵੀ ਨਹੀਂ ਹੈ। ਨਾਰਾਜ਼ਗੀ ਸੀ ਸੁਖਦੇਵ ਸਿੰਘ ਢੀਂਡਸਾ ਦੀ, ਉਹ ਪਾਰਟੀ ਨੂੰ ਜ਼ਰੂਰ ਉੱਥੇ ਮਹਿੰਗੀ ਪਈ ਹੈ, ਕਿਉਂਕਿ ਪਿਛਲੀ ਵਾਰੀ ਸੁਖਦੇਵ ਸਿੰਘ ਢੀਂਡਸਾ ਉੱਥੋਂ ਦੇ ਕੈਂਡੀਡੇਟ ਸੀ, ਹੁਣ ਉਹ ਇਲੈਕਸ਼ਨ ਤੋਂ ਬਾਹਰ ਰਹੇ ਨੇ। ਬਾਕੀ ਜਗ੍ਹਾ ਤੇ ਵੀ ਬੀਬੀ ਜਗੀਰ ਕੌਰ ਜੋ ਖਡੂਰ ਸਾਹਿਬ ਤੇ ਨੇ, ਬਿਲਕੁਲ ਸੈਕੰਡ ਪੋਜੀਸ਼ਨ ਤੇ ਨੈਕ ਟੂ ਨੈਕ ਨੇ ਬੀਬੀ ਖਾਲੜਾ ਨਾਲ, ਕੋਈ 1000-2000 ਵੋਟ ਦਾ ਫਰਕ। ਚਲੋ ਮੈਂ ਇੱਕ ਕਾਲ ਜ਼ਰੂਰ ਲੈ ਲਵਾਂ। ਹੈਲੋ ਹਾਂਜੀ, ਕੌਣ ਬੋਲ ਰਹੇ ਹੋ ਜੀ? ਸਰ ਮੈਂ ਗੋਬਿੰਦ ਗੱਲ ਕਰ ਰਿਹਾ ਜੀ, ਰੋਪੜ ਤੋਂ ਗੋਬਿੰਦ ਸਿੰਘ। ਹਾਂਜੀ ਗੋਬਿੰਦ ਜੀ, ਕੀ ਕਹਿਣਾ ਚਾਹੋਗੇ? ਸਰ ਮੈਂ ਇਹ ਕਹਿਣਾ ਸੀਗਾ ਕਿ ਇਲੈਕਸ਼ਨਾਂ ਦਾ ਦੌਰ ਹੈ ਤੇ ਅੱਜ ਜੋ ਰਿਜ਼ਲਟ ਆ ਰਹੇ ਨੇ ਦੇ ਹਿਸਾਬ ਦੇ ਨਾਲ ਜੋ ਪੰਜਾਬ ਦੇ ਵਿੱਚ ਕਾਂਗਰਸ ਅੱਜ ਅੱਗੇ ਆ ਰਹੀ ਹੈ ਜੀ, ਤੇ ਅਕਾਲੀ ਦਲ ਤੇ ਬੀਜੇਪੀ ਤੇ ਆਪ। ਹਾਂਜੀ, ਆਪ ਦਾ ਜਿੰਨਾ ਇੱਕ ਰੁਤਬਾ ਸੀਗਾ ਪੰਜਾਬ ਦੇ ਅੰਦਰ, ਜੋ ਉਹਨੇ ਪੰਜਾਬ ਦੇ ਆਮ ਲੋਕਾਂ ਦੇ ਮੁੱਦੇ ਲੈ ਕੇ ਉਹ ਅੱਗੇ ਆਇਆ ਲੋਕਾਂ ਦੇ ਵਿੱਚ, ਤੇ ਪੰਜਾਬ ਦੇ ਮੁੱਦਿਆਂ ਨੂੰ ਉਹਨੇ ਨੈਸ਼ਨਲ ਲੈਵਲ ਤੇ ਵੀ ਜਿਹੜਾ ਹੈ ਉਹਨੂੰ ਕੀਤਾ, ਇੰਟਰਨੈਸ਼ਨਲ ਲੈਵਲ ਐਨਆਰਆਈ ਵੀ ਸਾਡੀ ਸੰਸਥਾ ਦੇ ਨਾਲ ਉਹਨੇ ਜਿਹੜਾ ਅੱਗੇ ਲੈ ਕੇ ਆਏ ਜੀ। ਪਰ ਆਪ ਦੇ ਆਪਣੇ ਜਿਹੜੇ ਇੱਕ ਧੋਖੇਬਾਜ਼ੀ ਦੇ ਨਾਲ ਉਹਨਾਂ ਨੇ ਆਪ ਦੀ ਅੰਦਰਲੀ ਧੋਖੇਬਾਜ਼ੀ, ਉਹਨਾਂ ਨੇ ਲੋਕਾਂ ਦੇ ਨਾਲ ਵੀ ਧੋਖੇਬਾਜ਼ੀ ਕੀਤੀ ਜੀ। ਤੇ ਬੜੀ ਛੋਟੀ ਜੀ ਗੱਲ ਕਵਾਂਗਾ ਕਿ ਕਾਂਗਰਸ ਦੇ ਅੰਦਰ ਰਵਨੀਤ ਬਿੱਟੂ ਜੀ ਸੀਗੇ, ਸਾਡੇ ਹਲਕੇ ਤੋਂ ਵੀ ਇਲੈਕਸ਼ਨ ਲੜਿਆ ਉਹਨਾਂ ਨੇ, ਅਨੰਦਪੁਰ ਸਾਹਿਬ ਹਲਕੇ ਤੋਂ ਜੀ। ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਵੀ ਗਏ ਤੇ ਕਾਫੀ ਅੱਛਾ ਕੰਮ ਕੀਤਾ ਉਹਨਾਂ ਨੇ। ਇੱਕ ਅੱਛੇ ਲੀਡਰ ਨੇ, ਉਹਨਾਂ ਨੂੰ ਪਤਾ ਹੈ ਮੇਰੇ ਇਲਾਕੇ ਦੇ ਮੁੱਦੇ ਕੀ ਨੇ ਤੇ ਮੈਂ ਕਿਸ ਮੁੱਦੇ ਨੂੰ ਅੱਗੇ ਲੈ ਕੇ ਜਾਣਾ ਤੇ ਲੋਕਾਂ ਦੀਆਂ ਮੁਸ਼ਕਲਾਵਾਂ ਕੀ ਨੇ ਤੇ ਕਿਵੇਂ ਉਹਨਾਂ ਨੂੰ ਹੱਲ ਕਰਵਾਉਣਾ। ਜੀ। ਤੇ ਮੈਂ ਚਾਹਨਾ ਕਿ ਚਾਹੇ ਪਾਰਟੀ ਚਾਹੇ ਕੈਂਡੀਡੇਟ ਬੀਜੇਪੀ ਦਾ ਹੋ ਚਾਹੇ ਕੈਂਡੀਡੇਟ ਅਕਾਲੀ ਦਲ ਦਾ
ਕੈਂਡੀਡੇਟ ਆਉਂਦਾ ਜੀ ਹਰ ਕੈਂਡੀਡੇਟ ਨੂੰ ਆਪਦੇ ਹਲਕੇ ਦੇ ਮੁੱਦੇ ਪਤਾ ਹੋਣੇ ਚਾਹੀਦੇ ਨੇ ਤੇ ਉਸ ਮੁੱਦਿਆਂ ਦੇ ਉੱਤੇ ਹੀ ਹਲਕੇ ਦੇ ਮੁੱਦਿਆਂ ਤੇ ਚੋਣ ਲੜਨੀ ਚਾਹੀਦੀ, ਨਾ ਕਿ ਚਲੋ ਨੈਸ਼ਨਲ ਲੈਵਲ ਤੇ ਜੋ ਚੀਜ਼ਾਂ ਹੋਣੀਆਂ ਲੇਕਿਨ ਸਾਡੇ ਐਮਪੀ ਨੇ ਸਾਡੇ ਮੁੱਦੇ ਦੇਖਣੇ, ਸਾਡੇ ਹਲਕੇ ਦੇ ਮੁੱਦੇ ਦੇਖਣੇ ਤੇ ਉਹਨਾਂ ਨੂੰ ਸੋਲਵ ਕਰਨਾ। ਚਲੋ ਇੰਨੀ ਗੱਲ ਸੀ। ਬਹੁਤ ਬਹੁਤ ਧੰਨਵਾਦ ਸਰ, ਆਪਣਾ ਨਾਮ ਦੱਸ ਦਿਓ। ਗੋਬਿੰਦ ਗੱਲ ਕਰ ਰਿਹਾ। ਚਲੋ ਥੈਂਕ ਯੂ ਗੋਬਿੰਦ ਜੀ, ਓਕੇ ਥੈਂਕ ਯੂ ਜੀ। ਸੋ ਬੜੀਆਂ ਕਨਵਿੰਸਿੰਗ ਗੱਲਾਂ ਗੋਬਿੰਦ ਜੀ ਨੇ ਵੀ ਕੀਤੀਆਂ। ਯੂਥ ਅੱਜ ਕੱਲ ਬਹੁਤ ਸਿਆਣਾ ਵੀ ਹੋ ਗਿਆ ਹੈ, ਇਸ਼ੂਜ਼ ਨੂੰ ਲੈ ਕੇ ਉਹ ਬੜਾ ਅਵੇਅਰ ਹੈ। ਸਨੀ ਕੈਨ ਜੀ, ਕਾਂਗਰਸ ਦੀ ਪਰਫਾਰਮੈਂਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਤੀਫਾ ਦੇਣ ਦੀ ਲੋੜ ਤਾਂ ਨਹੀਂ ਕੈਪਟਨ ਨੂੰ, ਵਿਰੋਧੀ ਹੁਣ ਤਾਂ ਨਹੀਂ ਅਸਤੀਫਾ ਮੰਗਦੇ? ਦੇਖੋ ਜੀ ਬਿਲਕੁਲ ਅਸਤੀਫਾ ਦੇਣ ਦੀ ਲੋੜ ਨਹੀਂ ਪੈਣੀ। ਦੇਖੋ ਅਸਤੀਫਾ ਕਿੱਥੇ ਤੱਕ ਮੰਗਿਆ ਜਾਣਾ ਚਾਹੀਦਾ ਸੀ? ਨਹੀਂ ਅਸਤੀਫਾ ਜੇ ਅਸੀਂ ਹਾਰਦੇ ਹੋਈਏ ਫਿਰ ਅਸਤੀਫਾ ਵਾਲੀ ਗੱਲ ਅੱਗੇ ਆਵੇ ਨਹੀਂ, ਪਰ ਤੁਸੀਂ 13 ਜਿੱਤਣੀਆਂ ਸੀ, ਤੁਸੀਂ ਹਜੇ 8 ਤੇ ਲੀਡ ਹੈ, 8 ਤੇ ਲੀਡ 5 ਹਜੇ ਵੀ ਹਾਰ ਰਹੇ ਹੋ। ਦੇਖੋ ਹੌਲੀ ਹੌਲੀ ਹਲੇ ਕਾਊਂਟਿੰਗ ਚੱਲ ਰਹੀ ਹੈ, ਰਾਉਂਡਸ ਖੁੱਲ ਰਹੇ, ਇਹ ਹੌਲੀ ਹੌਲੀ ਉਤਾਰ ਚੜਾਅ ਚੱਲਦਾ ਰਹਿਣਾ। ਮੈਂ ਸਮਝਦਾ ਵੀ ਸ਼ਾਮ ਹੁੰਦੇ ਤੱਕ ਸਾਡੇ ਹੱਥ 'ਚ 13 ਸੀਟਾਂ ਜਿਹੜਾ ਆਪਾਂ ਮੰਨਣੇ ਨਹੀਂ ਕਹਿੰਦੇ ਅੱਜ, ਬਟ 13 ਦੇ ਵਿੱਚੋਂ 11 ਸੀਟਾਂ ਆਪਾਂ ਮੰਨ ਸਕਦੇ ਹਾਂ ਵੀ 13 'ਚ 11 ਸੀਟਾਂ ਅੱਜ ਕਾਂਗਰਸ ਜਿੱਤਣ ਜਾ ਰਹੀ ਹੈ। ਔਰ ਇਹਦੇ ਵਿੱਚ ਰਾਹੁਲ ਗਾਂਧੀ ਜੀ ਦੀ ਔਰ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਜਿੱਤ ਹੈਗੀ ਔਰ ਪੰਜਾਬ ਦੇ ਲੋਕਾਂ ਦੀ ਜਿੱਤ ਹੈ। ਜਿਹੜਾ ਜੇ ਉਹਨਾਂ ਨੇ ਮੈਂਡੇਟ ਦਿੱਤਾ ਤੇ ਮਤਲਬ ਕਾਂਗਰਸ ਨੇ ਕੰਮ ਕੀਤਾ ਸੀ ਤਾਂ ਹੀ ਸਾਨੂੰ ਮੈਂਡੇਟ ਦੇ ਰਹੇ ਅੱਜ ਜੀ ਕਾਂਗਰਸ ਪਾਰਟੀ। ਚਲੋ ਮੈਨੂੰ ਲੱਗਦਾ ਹੈ ਜੋ ਮੁਲਕ 'ਚ ਕਾਂਗਰਸ ਦਾ ਹਾਲ ਨਜ਼ਰ ਆ ਰਿਹਾ ਹੈ ਉਹੀ ਪੰਜਾਬ 'ਚ ਅਕਾਲੀ ਭਾਜਪਾ ਜਾਂ ਆਪ ਵਾਲਿਆਂ ਦਾ ਜਾਂ ਵਿਰੋਧੀਆਂ ਦਾ। ਸੋ ਇਹ ਥੋੜਾ ਜਿਹਾ ਮੈਂ ਫਰਕ ਮਹਿਸੂਸ ਕਰ ਸਕਦਾ। ਇਹ ਮੰਨ ਲਓ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਭਾਜਪਾ ਦੀ ਤਰ੍ਹਾਂ ਕੰਮ ਕਰ ਰਹੇ ਨੇ, ਕਿਵੇਂ ਵੇਖੋਗੇ? ਦੇਖੋ ਜੀ ਇਹ ਕਿਆਸ ਰਹੀਆਂ ਹਰ ਬੰਦੇ ਦਾ ਆਪਣਾ ਆਪਣਾ ਇੱਕ ਰੁਝਾਨ ਹੈਗਾ। ਜੇ ਮੁਲਕ ਦੇ ਵਿੱਚ ਦੇਖੋ ਅਸੀਂ ਸਮਝਦੇ ਲੋਕਾਂ ਨੇ ਜੇ ਬੀਜੇਪੀ ਨੂੰ ਮੈਂਡੇਟ ਦੇ ਰਹੇ ਆ ਤੇ ਸਮਝਦੇ ਤੁਸੀਂ 337-38 ਸੀਟਾਂ ਤੋਂ ਅੱਗੇ ਜਾ ਰਹੇ ਆ ਤੇ ਕਾਂਗਰਸ ਸਾਡੀ 150 ਸੀਟਾਂ ਦੇ ਅਸੀਂ ਮੰਨ ਕੇ ਚੱਲਦੇ ਹਾਂ ਅੱਗੇ ਜਾ ਰਹੀਆਂ। ਜੇ ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦਿੱਤਾ ਤੇ ਠੀਕ ਆ, ਅਸੀਂ ਕਬੂਲ ਕਰਦੇ ਹਾਂ। ਬਟ ਦੂਜੀ ਗੱਲ ਮੈਂ ਇੱਕ ਸਵਾਲ ਲੈ ਲਵਾਂ ਹੈਲੋ ਭਾਈ ਗੁਰਦਾਸਪੁਰ ਤੋਂ ਸੰਨੀ ਤੋਂ ਦਰਸ਼ਨ ਹੈ ਜੀ। ਕੌਣ ਬੋਲ ਰਹੇ ਹੋ ਜੀ? ਸਰ ਪਠਾਨਕੋਟ ਤੋਂ ਬੋਲ ਰਿਹਾ ਜੀ। ਪਠਾਨਕੋਟ ਤੋਂ, ਹਾਂਜੀ ਕੀ ਕਹਿਣਾ ਚਾਹੋਗੇ ਜੀ? ਸਰ ਸੰਨੀ ਤੋਂ ਸਨੀ ਦਿਓਲ ਲੀਡ ਲੈ ਕੇ ਜਾ ਰਹੇ ਨੇ ਜੀ, ਅੱਗੇ ਜਾ ਰਹੇ ਨੇ ਸਨੀ ਦਿਓਲ। ਭਗਵੰਤ ਮਾਨ 17,000 ਵੋਟਾਂ ਤੋਂ ਅੱਗੇ ਜਾ ਰਹੇ ਨੇ, 17,661 ਤੋਂ। ਸੋ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਵੀ 12-13,000 ਤੋਂ ਅੱਗੇ ਨੇ। ਸੰਨੀ ਤੋਂ ਸਰ ਕਿੰਨੇ ਵੋਟ ਆ? ਸਨੀ ਦਿਓਲ 27,900 ਵੋਟਾਂ ਨਾਲ ਸਨੀ ਦਿਓਲ ਸਾਹਿਬ ਅੱਗੇ ਚੱਲ ਰਹੇ ਆ ਜੀ। ਸੋ ਠੀਕ ਹੈ ਸਰ, ਥੈਂਕ ਯੂ ਜੀ। ਤੁਸੀਂ ਕਿਹਨਾਂ ਨੂੰ ਵੋਟ ਪਾਈ ਸੀ ਜੀ? ਸੰਨੀ ਦਿਓਲ ਨੂੰ ਪਾਈ ਸੀ ਸਰ। ਤੁਸੀਂ ਸਨੀ ਦਿਓਲ ਨੂੰ ਕੀ ਸੋਚ ਕੇ ਵੋਟ ਪਾਇਆ? ਸਰ ਦੇਖੋ ਨਵਾਂ ਬੰਦਾ ਹੈਗਾ ਸਰ, ਮੌਕਾ ਦੇਣਾ ਚਾਹੀਦਾ ਹੈਗਾ ਸਰ ਨਵੇਂ ਬੰਦੇ ਨੂੰ। ਜੀ ਠੀਕ ਹੈ ਸਰ। ਜੀ ਸਰ ਆਪਣੇ ਕਿ ਜਿਹੜਾ ਪਹਿਲਾ ਬੰਦਾ ਬਣਿਆ ਹੈਗਾ ਸਰ ਉਹਨੂੰ ਮੌਕਾ ਨਹੀਂ ਦੇਣਾ ਹੈਗਾ ਸਰ। ਜੀ ਹਾਂ ਸਰ, ਸੰਨੀ ਦਿਓਲ ਨੂੰ ਬਿਲਕੁਲ ਮੌਕਾ ਦਿਓ, ਕੰਮ ਕਰਨ ਦਾ ਮੌਕਾ ਦਿਓ ਕਿ ਕਿੱਦਾਂ ਕੰਮ ਕਰਦਾ ਹੈਗਾ ਸਰ ਅੱਗੇ ਉਹ। ਬਿਲਕੁਲ ਠੀਕ ਹੈ ਜੀ। ਸਰ ਜੀ ਓਕੇ ਸਰ, ਥੈਂਕ ਯੂ ਜੀ। ਸੋ ਨੌਜਵਾਨ ਆਪਣੀ ਸੋਚ ਦਾ ਵੀ ਪ੍ਰਗਟਾਵਾ, ਬੜੀ ਚੰਗੀ ਗੱਲ ਹੈ। ਹੋ ਸਕਦਾ ਹੈ ਸਨੀ ਦਿਓਲ ਗੁਰਦਾਸਪੁਰ 'ਚ ਵੀ ਫਿਲਮ ਇੰਡਸਟਰੀ ਦਾ ਕੋਈ ਵਿੰਗ ਖੜਾ ਕਰੇ ਜਾਂ ਉੱਥੇ ਫਿਲਮਾਂ ਦੀ ਸ਼ੂਟਿੰਗ ਹੋਣ ਲੱਗ ਜਾਏ। ਪਠਾਨਕੋਟ ਗੁਰਦਾਸਪੁਰ ਉਸ ਇਲਾਕੇ 'ਚ ਸਰਹੱਦੀ ਇਲਾਕੇ 'ਚ ਫਿਲਮਾਂ ਦੀ ਸ਼ੂਟਿੰਗ ਵੀ ਹੋ ਸਕਦੀ। ਪਰ ਕਰਦੇ ਕੀ ਨੇ ਸਨੀ ਦਿਓਲ? ਜੇ ਜਿੱਤਦੇ ਨੇ ਤਾਂ ਜ਼ਰੂਰ ਸਵਾਲ ਸਾਹਮਣੇ ਰਹੂਗਾ। ਵੈਸੇ ਹਰ ਵਾਰੀ ਮੌਕਾ ਦੇਣ ਵਾਲੇ ਵੀ ਨਵੇਂ ਆ ਜਾਂਦੇ ਨੇ ਤੇ ਮੌਕਾ ਲੈਣ ਵਾਲੇ ਵੀ ਨਵੇਂ ਆ ਜਾਂਦੇ ਨੇ। ਇਹ ਵੀ ਪਰੰਪਰਾ ਰਹੀ ਹੈ ਜਦੋਂ ਵੀ ਅਸੀਂ ਚੋਣਾਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ। ਗੁਰਮ ਸਾਹਿਬ ਕਾਫੀ ਦੇਰ ਤੋਂ ਲਗਾਤਾਰ ਸਾਡੇ ਨਾਲ ਬਰੇ ਹੋਏ ਨੇ। ਗੁਰਮ ਸਾਹਿਬ, ਨਰਿੰਦਰ ਮੋਦੀ ਦੀ ਲੀਡ ਹੈ ਹੁਣ ਤੱਕ, ਹਜੇ ਬਹੁਤ ਜ਼ਿਆਦਾ ਲੀਡ ਹੈ। ਸੰਭਾਵਿਤ ਤੌਰ ਤੇ ਜੇ ਲੀਡ ਇਹੀ ਜਿੱਤ 'ਚ ਬਦਲ ਗਈ ਤੇ ਸਰਕਾਰ ਮੋਦੀ ਨੇ ਦੁਬਾਰਾ ਬਣਾ ਲੈਣੀ। ਤੁਸੀਂ ਇਹਨਾਂ ਸਥਿਤੀਆਂ ਨੂੰ ਕਿਵੇਂ ਦੇਖਦੇ ਹੋ? ਨਰਿੰਦਰ ਮੋਦੀ ਦੀ ਜਿੱਤ ਦਾ ਕਾਰਨ ਕੀ ਰਿਹਾ? ਹਾਲਾਂਕਿ ਕੁਝ ਕਾਲਰ ਆਏ ਸੀ, ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਦਾ ਵੱਡਾ ਮੀਡੀਆ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਾ ਰਿਹਾ, ਸਵਾਲ ਨਹੀਂ ਕੀਤੇ। ਤੁਹਾਡੀ ਨਜ਼ਰ ਕੀ ਕਹਿੰਦੀ ਹੈ? ਮੇਰੀ ਨਜ਼ਰ ਇਸ ਦੇ ਉਲਟ ਹੈ। ਜਦੋਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਕੰਮ ਕਰ ਰਿਹਾ ਹੁੰਦਾ ਤਾਂ ਲੋਕਾਂ ਦੀ ਲਗਾਤਾਰ ਨਜ਼ਰ ਉਹਦੇ ਤੇ ਬਣੀ ਰਹੀ ਹੁੰਦੀ ਜੀ। ਪਹਿਲੀ ਗੱਲ ਤਾਂ 5 ਸਾਲ ਦੇ ਦਰਮਿਆਨ ਨਰਿੰਦਰ ਮੋਦੀ ਤੇ ਕੋਈ ਵੱਡਾ ਐਲੀਗੇਸ਼ਨ ਕਰਪਸ਼ਨ ਦਾ ਕਿਸੇ ਵੀ ਮੰਤਰੀ ਤੇ ਨਾ ਲੱਗਣਾ ਇੱਕ ਬਹੁਤ ਵੱਡਾ ਉਹਦੇ ਹੱਕ ਦੇ ਵਿੱਚ ਇੱਕ ਲਹਿਰ ਬਣੀ ਉਸ ਗੱਲ ਦੀ। ਜੀ। ਸੈਕੰਡ, ਇੰਟਰਨੈਸ਼ਨਲ ਲੈਵਲ ਤੇ ਉਹਦੀ ਡਿਪਲੋਮੈਸੀ ਤੇ ਪਲੱਸ ਨੈਸ਼ਨਲ ਲੈਵਲ ਤੇ ਉਹਨੇ ਦੇਸ਼ ਨੂੰ ਇਹ ਸਮਝਾ ਦਿੱਤਾ ਆਪਦੇ ਕੁਝ ਐਕਸ਼ਨਸ ਨਾਲ ਵੀ ਜੇ ਤੁਸੀਂ ਇਸ ਦੇਸ਼ ਦੀ ਇੰਟੈਗ੍ਰਿਟੀ ਤੇ ਇਸ ਦੇਸ਼ ਦੇ ਬਾਰਡਰਸ ਨੂੰ ਤੁਸੀਂ ਜਾਂ ਇਸ ਦੇਸ਼ ਦੇ ਵਿੱਚ ਜਿਹੜੀ ਅੱਤਵਾਦ ਦੀ ਸਮੱਸਿਆ ਜਾਂ ਕਿਸੇ ਹੋਰ ਚੀਜ਼ਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜੇ ਕਿਸੇ ਦੇ ਵਿੱਚ ਜੂਝਣ ਦੀ ਸਮਰੱਥਾ ਤਾਂ ਨਰਿੰਦਰ ਮੋਦੀ 'ਚ ਉਹਨੇ ਆਪਣੀ ਮਾਰਕੀਟਿੰਗ ਬੜੀ ਜ਼ਬਰਦਸਤ ਢੰਗ ਨਾਲ ਕੀਤੀ। ਜੀ। ਵਿਰੋਧੀ ਧਿਰ ਅਸਾਰੂ ਰਵੱਈਆ ਅਪਣਾਉਂਦੀ ਤਾਂ ਗੱਲ ਹੋਰ ਸੀ, ਪਰ ਵਿਰੋਧੀ ਸਿਰਫ ਇੱਕ ਗੱਲ ਤੇ ਮਹਦੂਦ ਰਹੇ। ਉਹਨਾਂ ਦਾ ਇੱਕੋ ਇੱਕ ਨਜ਼ਰੀਆ ਮੋਦੀ ਨੂੰ ਟਾਰਗੇਟ ਕਰਨਾ, ਚਾਹੇ ਉਹਦੇ ਲਈ ਸ਼ਬਦ ਮਾੜੇ ਵਰਤਣਾ,
ਚਾਹੇ ਉਹਦੀ ਕਾਰਿਆਸ਼ੈਲੀ ਤੇ ਸਵਾਲ ਉਠਾਉਣੇ, ਚਾਹੇ ਉਹਦਾ ਡਿਕਟੇਟਰਾਨਾ ਰਵੱਈਆ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰਨਾ। ਜਿੰਨੇ ਵੀ ਹਮਲੇ ਕਰਦੇ ਸੀ ਵਿਰੋਧੀ, ਉਹ ਵਿਰੋਧੀ ਉਹਦੀ ਚਾਲ 'ਚ ਖੁਦ ਫਸ ਜਾਂਦੇ ਸੀ। ਉਹ ਆਪਣੇ ਆਪ ਨੂੰ ਬੜੇ ਚਤਰਾਈ ਨਾਲ ਪਾਕ ਸਾਫ਼ ਹੋ ਕੇ ਨਿਕਲ ਜਾਂਦਾ ਸੀ। ਔਰ ਉਹਨੇ ਇਸ ਪ੍ਰਾਪਤੀਆਂ ਤੁਹਾਡੀ ਨਜ਼ਰ 'ਚ ਬੇਰੁਜ਼ਗਾਰੀ ਦੀ ਦਿਸ਼ਾ 'ਚ, ਇੰਪਲਾਇਮੈਂਟ ਦੀ ਦਿਸ਼ਾ 'ਚ, ਇੰਡਸਟਰੀ ਨਿਰਮਾਣ ਦੀ ਦਿਸ਼ਾ 'ਚ ਨਰਿੰਦਰ ਮੋਦੀ ਦਾ ਕੋਈ ਯੋਗਦਾਨ ਪੰਜਾਬ ਵਾਲੇ ਪਾਸੇ, ਜੇ ਅਸੀਂ ਪੰਜਾਬ ਦੀ ਗੱਲ ਕਰੀਏ? ਪ੍ਰਾਪਤੀਆਂ ਦੇ ਤੌਰ ਤੇ ਜੇ ਮੈਂ ਕਹਾਂਗਾ ਤਾਂ ਸਭ ਤੋਂ ਵੱਡੀ ਪ੍ਰਾਪਤੀ ਉਹਦੀ ਇੰਟਰਨੈਸ਼ਨਲ ਲੈਵਲ ਤੇ ਟ੍ਰੈਟਿਸ ਔਰ ਇੰਟਰਨੈਸ਼ਨਲ ਲੈਵਲ ਤੇ ਡਿਪਲੋਮੈਟਿਕ ਢੰਗ ਨਾਲ ਹਿੰਦੁਸਤਾਨ ਨੂੰ ਪੇਸ਼ ਕਰਨਾ ਸਭ ਤੋਂ ਵੱਡੀ ਪ੍ਰਾਪਤੀ ਆ। ਜਿੱਥੇ ਤੱਕ ਇੰਪਲੋਇਮੈਂਟ ਤੇ ਇਕਨੋਮੀ ਦੀ ਗੱਲ ਆ, 2014 ਦੀ ਇਕਨੋਮੀ ਨੂੰ ਦੇਖਦੇ ਹੋਏ ਉਹਦੇ ਡਾਟੇ ਉਹਦੇ ਹੱਕ 'ਚ ਨੇ, ਉਹਦੇ ਵਿਰੋਧ 'ਚ ਨਹੀਂ, ਪਰ ਕਾਫੀ ਕੁਝ ਕਰਨ ਵਾਲਾ ਰਹਿੰਦਾ ਸੀ। ਉਹਨੇ ਸੰਭਾਵਨਾਵਾਂ ਤਲਾਸ਼ੀਆਂ ਵੀ, ਪਰ ਬਹੁਤ ਚੀਜ਼ਾਂ ਦੀ ਕਮੀ ਰੜਕਦੀ ਆ। ਔਰ ਉਹਦੇ ਕਾਲ ਦੇ ਦਰਮਿਆਨ ਸਾਰੇ ਕੰਮ ਅੱਛੇ ਵੀ ਨਹੀਂ ਹੋਏ। ਸ਼ੁਰੂਆਤਾਂ ਹੋਈਆਂ ਨੇ, ਉਹਨਾਂ ਨੂੰ ਦਾ ਫਰੂਟ ਕੀ ਆਉਣਾ ਉਹ ਨੈਕਸਟ 5 ਇਅਰਸ ਹੀ ਦੱਸਣਗੇ। ਇਹ 5 ਸਾਲ, ਉਹਦੇ ਪਿਛਲੇ 5 ਸਾਲਾਂ ਦਾ ਲੋਖਾ ਜੇਖਾ ਜਿਹੜਾ ਉਹ ਇਸ 5 ਸਾਲ ਦੇ ਵਿੱਚ ਜਿਹੜੀਆਂ ਉਹਨਾਂ ਨੇ ਸਕੀਮਾਂ ਸਟਾਰਟ ਕਰੀਆਂ ਨੇ, ਜਾਂ ਜਿਸ ਲੈਵਲ ਦੀ ਦਿਸ਼ਾ ਦੇ ਵਿੱਚ ਉਹ ਅੱਗੇ ਵਧ ਰਿਹਾ, ਇਹਦੇ ਆਉਣ ਵਾਲੇ 2 ਸਾਲਾਂ ਦੇ ਵਿੱਚ ਪਿਕਚਰ ਸਾਹਮਣੇ ਆ ਜੂਗੀ। ਹੁਣ ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਲੈਣਾ, ਪੰਜਾਬ 'ਚ ਅਕਾਲੀ ਦਲ ਜਿਹੜੀਆਂ 4 ਸੀਟਾਂ ਦੇ ਮੁਕਾਬਲੇ 'ਚ ਹੈ 2 ਸੀਟਾਂ ਤੇ, ਕੀ ਉਹਦੇ ਪਿੱਛੇ ਵੀ ਮੋਦੀ ਦੀ ਲਹਿਰ ਹੈ ਜਾਂ ਅਕਾਲੀ ਦਲ ਦੀ ਆਪਣੀ ਕਾਬਲੀਅਤ? ਬਿਲਕੁਲ, ਸਿਰਫ ਮੋਦੀ ਦੇ ਹੱਕ ਦੇ ਵਿੱਚ ਵੋਟ ਦਾ ਪੋਲਰਾਈਜੇਸ਼ਨ ਹੋਣਾ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਬਚਾ ਰਿਹਾ, ਤਦ ਕਰਕੇ ਹੀ ਇਹ ਨੰਬਰ 2 ਆਏ ਨੇ। ਅਦਰਵਾਈਜ਼ ਇਹ ਨੰਬਰ 2 ਨਹੀਂ ਸੀ ਆਉਣੇ। ਦੇਖੋ ਕਿਤੇ ਨਾ ਕਿਤੇ ਸਾਡਾ ਟ੍ਰੈਡੀਸ਼ਨਲ ਅਕਾਲੀ ਦਲ ਦਾ ਜੋ ਅਕਾਲੀ ਦਲ ਦਾ ਵੋਟਰ ਆ, ਉਹ ਇਹਨਾਂ ਨਾਲੋਂ ਐਨੀਲੇਟ ਹੋਇਆ। ਔਰ ਦੇਖੋ ਜੀ, ਅਕਾਲੀ ਦਲ ਦੀ ਲੀਡਰਸ਼ਿਪ ਜੇ 2 ਸੀਟਾਂ ਜਿੱਤ ਵੀ ਜਾਂਦੀ ਆ, ਹਰਸਿਮਰਤ ਤੇ ਸੁਖਬੀਰ ਸਿੰਘ ਬਾਦਲ, ਇਹ ਕਦੇ ਆਪਣੀ ਜਿੱਤ ਨੂੰ ਤਸਲੀਮ ਨਾ ਕਰਨ ਵੀ ਅਸੀਂ ਜਿੱਤ ਗਏ। ਇਹਨਾਂ ਦਾ ਵਿਰੋਧ ਪੰਜਾਬ ਦੀਆਂ 11 ਸੀਟਾਂ ਤੇ ਹੋਇਆ ਜੀ। ਇਹਦਾ ਮਤਲਬ ਇਹ ਸਿਰਫ 20 ਹਲਕਿਆਂ ਤੇ ਮਹਦੂਦ ਹੋ ਗਈ ਤੇ 20 ਹਲਕਿਆਂ ਨਾਲ 2022 ਨਹੀਂ ਜਿੱਤੀ ਜਾਣੀ। 2014 ਤੋਂ ਅਕਾਲੀ ਦਲ ਡਿਕਲਾਈਨ ਦੀ ਪੱਧਰ ਤੇ ਆ। ਮੈਂ ਇੱਕ ਕਾਲ ਵੀ ਲੈ ਲਵਾਂ ਸਰ, ਮੈਂ ਫਿਰ ਤੁਹਾਡੇ ਕੋਲੇ ਵਾਪਸ ਆ ਰਿਹਾ। ਹੈਲੋ, ਹਾਂਜੀ ਕੌਣ ਬੋਲ ਰਹੇ ਹੋ ਜੀ? ਹਾਂਜੀ ਮੈਂ ਪ੍ਰਲਾਦ ਸਿੰਘ ਬੋਲ ਰਿਹਾ ਕੈਨੇਡਾ ਤੋਂ। ਹਾਂਜੀ ਪ੍ਰਲਾਦ ਜੀ, ਕੈਨੇਡਾ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਜੀ? ਕੈਨੇਡਾ ਬਰੈਂਪਟਨ ਤੋਂ ਬੋਲ ਰਿਹਾ। ਬਰੈਂਪਟਨ ਤੋਂ, ਹਾਂਜੀ ਕੀ ਕਹਿਣਾ ਚਾਹੋਗੇ ਜੀ? ਗੱਲ ਕਰਾ ਰਿਹਾ ਜੀ। ਮੈਂ ਸੁਰਿੰਦਰ ਡੱਲਾ ਹੀ ਬੋਲ ਰਿਹਾ ਸਰ, ਹੁਕਮ ਕਰੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਵੀ ਟੀਵੀ ਤੇ ਦੇਖ ਰਿਹਾ ਤੁਹਾਨੂੰ। ਹਾਂਜੀ ਥੈਂਕ ਯੂ ਸਰ, ਥੈਂਕ ਯੂ। ਹਾਂਜੀ ਕੀ ਬਣਿਆ ਸਾਡੇ ਪ੍ਰਧਾਨ ਦਾ, ਕਾਂਗਰਸ ਦੇ ਪ੍ਰਧਾਨ ਦਾ ਗੁਰਦਾਸਪੁਰ ਤੋਂ? ਸੁਨੀਲ ਜਾਖੜ ਸਾਹਿਬ ਪਿੱਛੇ ਨੇ ਜੀ 27,000 ਵੋਟਾਂ ਤੋਂ। ਆਹ ਵਾਲੇ ਮੁੱਖ ਮੰਤਰੀ ਸੀਗੇ ਅਸਲੇ। ਬਿਲਕੁਲ ਹਜੇ ਪਿੱਛੇ ਨੇ ਜੀ। ਬਰੈਂਪਟਨ ਤੋਂ ਬੋਲ ਰਿਹਾ ਜੀ। ਜੀ ਹਜੇ ਪਿੱਛੇ ਨੇ ਜੀ। ਸਨੀ ਦਿਓਲ ਅੱਗੇ ਨੇ। 30,000 ਕੀ ਬਣਿਆ ਆਪਣਾ ਜਾਖੜ ਸਾਹਿਬ ਦਾ? ਸੌਰੀ ਜਾਖੜ ਸਾਹਿਬ 30,000 ਵੋਟਾਂ ਨਾਲ ਪਿੱਛੇ ਨੇ ਜੀ। ਤੁਸੀਂ ਟੈਲੀਵਿਜ਼ਨ ਦੀ ਆਵਾਜ਼ ਥੋੜੀ ਹੌਲੀ ਕਰੋ ਜੀ। ਸਾਡੇ ਟੈਲੀਵਿਜ਼ਨ ਚੱਲਦਾ ਹੀ ਭਾਈ, ਕੋਈ ਨਹੀਂ ਅਸਲੇ। ਇੱਕ ਮਿੰਟ ਸੌਰੀ। ਹਾਂਜੀ ਟੀਵੀ ਚੱਲ ਰਿਹਾ ਹੈ। ਆਈਪੈਡ ਦੇ ਕਰ ਰਹੇ ਇੱਕ ਮਿੰਟ ਜੀ। ਹਾਂਜੀ ਉਹ ਜਾਖੜ ਸਾਹਿਬ ਦਾ ਕੀ ਬਣਿਆ ਭਾਈ? ਜਾਖੜ ਸਾਹਿਬ 30,000 ਵੋਟਾਂ ਨਾਲ ਪਿੱਛੇ ਨੇ ਜੀ। ਇਹ ਤਾਂ ਮਾਰੇ ਮੁੱਖ ਮੰਤਰੀ ਬਣਨਾ ਹੀ ਪੰਜਾਬ ਦਾ ਕੈਪਟਨ ਸਾਹਿਬ ਕਹਿੰਦਾ ਹੀ। ਹੁਣ ਇਹ ਤੁਸੀਂ ਦੇਖੋ, ਹੁਣ ਇਹ ਲੋਕਾਂ ਦਾ ਫਤਵਾ ਜੀ, ਉੱਥੇ ਲੋਕ ਸਨੀ ਦਿਓਲ ਨੂੰ ਚਾਹ ਰਹੇ ਨੇ ਹਾਲ ਦੀ ਘੜੀ ਤਾਂ। ਮੈਂ ਕੈਪਟਨ ਸਾਹਿਬ ਨੂੰ ਮਾਰੇ ਚੀਫ ਮਿਨਿਸਟਰ ਬਣਾ ਲਓ ਕਹਿੰਦੇ ਸੀ ਜੀ। ਸਾਨੂੰ ਪਿੱਛੇ ਪਾ ਕੇ ਜੀ ਇਹਦਾ ਖਹਿਰੇ ਦਾ ਵੀ ਬੜਾ ਬਹਾਲ ਹੋਇਆ। ਖਹਿਰਾ ਸਾਹਿਬ ਨਾਲ ਵੀ ਖਹਿਰਾ ਸਾਹਿਬ ਵੀ ਕਾਫੀ ਪਿੱਛੇ ਰਹਿ ਗਏ ਜੀ। ਤੁਸੀਂ ਕੀ ਵੇਖਣਾ ਚਾਹੁੰਦੇ ਸੀ? ਆਮ ਆਦਮੀ ਆਵਾਜ਼ ਤਾਂ ਦਿੱਤੀ ਉਹਨਾਂ ਨੇ ਮਾਰੇ। ਆਵਾਜ਼ ਚੱਕੀ ਉਹਨਾਂ ਨੇ। ਖਹਿਰਾ ਔਰ ਆਮ ਆਦਮੀ ਪਾਰਟੀ ਦਾ ਵੱਖਰਾ ਹੋਣਾ ਨੁਕਸਾਨਦਾਇਕ ਰਿਹਾ। ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ। ਜਿਹੜਾ ਪਾਰਟੀ ਉਹਨਾਂ ਨੂੰ ਆਪੋਜੀਸ਼ਨ ਨੂੰ ਕੱਢਿਆ, ਉਹਨਾਂ ਪਾਰਟੀ ਸਾਰੀ ਖਰਾਬ ਹੋ ਗਈ ਹੈ ਜੀ। ਤੇ ਭਵਿੱਖ 'ਚ ਕੀ ਦੇਖਦੇ ਹੋ? ਗੱਠਜੋੜ ਦੁਬਾਰਾ ਹੋਣਾ ਚਾਹੀਦਾ, ਗਿਲੇ ਸ਼ਿਕਵੇ ਦੂਰ ਹੋਣ, ਜਾਂ ਐਦਾਂ ਹੀ ਕੱਲੇ ਚੱਲਣ? ਨਾ ਹੀ ਨਾ ਇਕੱਠੀ ਪਾਰਟੀ ਬਣੇ ਮਾਰੇ, ਫਿਰ ਬਣਨਾ ਪੰਜਾਬ ਦਾ। ਅਕਾਲੀਆਂ ਨੇ ਕਾਂਗਰਸ ਕੁਝ ਨਹੀਂ ਬਣ ਦੇਣਾ ਪੰਜਾਬ ਦਾ ਜੀ। ਚਲੋ ਬਹੁਤ ਧੰਨਵਾਦ ਸਰ, ਤੁਹਾਡੀ ਰਾਏ ਵੀ ਆ ਗਈ, ਤੁਹਾਡੀ ਗੱਲ ਤੇ ਚਰਚਾ ਕਰਦੇ ਹਾਂ ਜੀ ਹੁਣ। ਚਲੋ ਬਹੁਤ ਧੰਨਵਾਦ। ਦਰਸ਼ਨ ਸਿੰਘ ਜੀ, ਕੈਨੇਡਾ 'ਚ ਬੈਠੇ ਲੋਕ, ਹਾਲਾਂਕਿ ਉੱਥੇ ਮੇਰਾ ਖਿਆਲ ਹੈ 1:15 ਵਜੇ ਦਾ ਟਾਈਮ ਬਿਲਕੁਲ ਟੋਰਾਂਟੋ ਦਾ ਹੋ ਗਿਆ 2 ਘੰਟੇ ਅੱਗੇ। ਹਾਂਜੀ, ਸੋ ਕਾਫੀ ਜ਼ਿਆਦਾ ਸਮਾਂ ਜਿਹੜਾ ਰਾਤ ਦਾ ਹੋ ਗਿਆ, ਲੇਕਿਨ ਫਿਰ ਵੀ ਬਹੁਤ ਜ਼ਿਆਦਾ ਇੰਟਰਸਟ ਉੱਥੇ ਲੋਕਾਂ ਨੂੰ ਪੰਜਾਬ ਦੇ ਨਾਲ ਹੈ। ਕੀ ਰਿਹਾ ਕਾਰਨ? ਮੁੱਖ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਵੀ ਸਿਰਫ ਭਗਵੰਤ ਮਾਨ ਰਹਿ ਗਿਆ, ਬਾਕੀ ਸਾਰੀ ਜਗ੍ਹਾ ਤੇ ਪੀਡੀਏ ਵੀ ਕਾਫੀ ਪਿੱਛੇ ਹੈ। ਸਿਮਰ ਬੈਂਸ ਸਿਰਫ ਮੁਕਾਬਲੇ 'ਚ ਹੈ। ਕੀ ਲੱਗਦਾ ਆਮ ਆਦਮੀ ਪਾਰਟੀ ਔਰ ਗੱਠਜੋੜ ਦੀ ਆਪਸ 'ਚ ਵੋਟ ਵੰਡੀ ਗਈ? ਬਿਲਕੁਲ ਵੰਡੀ ਗਈ, ਕਿਉਂਕਿ ਵੋਟ ਬੈਂਕ ਤਾਂ ਤੁਹਾਡਾ ਉਹੀ ਸੀ ਜੋ ਚੇਂਜ ਚਾਹੁੰਦਾ ਸੀ ਵੋਟਰ।
ਪੋਲੀਟੀਕਲ ਪਾਰਟੀਆਂ ਤੋਂ, ਜੋ ਸਿਆਸੀ ਟ੍ਰੈਡੀਸ਼ਨਲ ਪਾਰਟੀਆਂ ਤੋਂ ਵੱਖਰਾ ਹੋਣਾ ਚਾਹੁੰਦਾ ਸੀ। ਜੀ। ਉਹ ਉਸੇ ਨੇ ਪੀਪੀਪੀ ਨੂੰ ਸਪੋਰਟ ਕੀਤੀ, ਉਸੇ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਤੇ ਉਹੀ ਹੁਣ ਪੀਡੀਏ ਨੂੰ ਸਪੋਰਟ ਕਰ ਰਿਹਾ ਸੀ। ਇਸ ਕਰਕੇ ਇਹ ਐਫਰਟ ਤਾਂ ਵੰਡੀ ਗਈ, ਪਰ ਇਹਦੇ ਤੇ ਵੱਡਾ ਬਲੇਮ ਜੋ ਹੈ ਜਾਂਦਾ, ਸਾਰੇ ਪੰਜਾਬੀ ਵੀ ਜਾਣਦੇ ਨੇ, ਉਹ ਦਿੱਲੀ ਦੀ ਲੀਡਰਸ਼ਿਪ ਨੂੰ ਜਾਂਦਾ ਹੈ। ਕਿਉਂਕਿ ਕਦੇ ਵੀ ਉਹਨਾਂ ਨੇ, ਜਦੋਂ ਇੱਥੋਂ ਦੇ ਸਾਰੇ ਐਮਐਲਏ ਵੀ ਗਏ ਸੀ ਕੇਜਰੀਵਾਲ ਨਾਲ ਮੀਟਿੰਗ ਕਰਨਾ ਚਾਹੁੰਦੇ ਸੀ, ਤੇ ਕੇਜਰੀਵਾਲ ਉਦੋਂ ਦਿੱਲੀ ਛੱਡ ਕੇ ਚਲੇ ਗਏ, ਮਨੀਸ਼ ਸਿਸੋਦੀਆ ਮੀਟਿੰਗ ਕਰਨ ਲੱਗੇ, ਵੀ ਕਿਤੇ ਵੀ ਉਹਨਾਂ ਨੇ ਸਮਝੌਤੇ ਵਾਲੀ ਗੱਲ ਜਾਂ ਉਸ ਰਾਹ ਤੇ ਪੈਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਅਖੀਰ ਜਦੋਂ ਉਹਨਾਂ ਨੂੰ ਰਿਅਲਾਈਜ਼ ਹੋਇਆ ਵੀ ਅਸੀਂ ਬਹੁਤ ਮਾੜੀ ਹਾਲਤ 'ਚ ਹਾਂ ਤੇ ਕੁਝ ਨਾ ਕੁਝ ਕਰਨਾ ਚਾਹੀਦਾ, ਤੇ ਫਿਰ ਉਹ ਕਾਂਗਰਸ ਦੀਆਂ ਮਿੰਨਤਾਂ ਕਰਨ ਲੱਗੇ, ਜਿਹਦੇ ਖਿਲਾਫ ਸਾਰੀ ਲੜਾਈ ਲੜ ਕੇ ਆਮ ਆਦਮੀ ਪਾਰਟੀ ਪੈਦਾ ਹੋਈ ਸੀ। ਔਰ ਉਸ ਚੀਜ਼ ਦਾ ਨੁਕਸਾਨ ਉਹਨਾਂ ਨੂੰ ਅੱਜ ਦਿੱਲੀ 'ਚ ਵੀ ਬੜਾ ਭਾਰੀ ਹੋ ਰਿਹਾ ਹੈ। ਬੇਸ਼ੱਕ ਮੈਂ ਆਉਣਾ ਸਰ ਵਾਪਸ ਇसी ਗੱਲ ਤੇ ਅੱਗੇ ਵਧਾਂਗੇ ਕਿ ਮੈਂ ਕਾਲ ਲੈ ਲਵਾਂ। ਹੈਲੋ ਹਾਂਜੀ ਹਾਂਜੀ ਸਰ, ਕੌਣ ਬੋਲ ਰਹੇ ਹੋ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਡੱਲਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਆਪਣੇ ਸਰ ਕੈਲਗਰੀ ਤੋਂ ਬੋਲਦਾ ਸੀ ਜੀ, ਗੁਰਜਿੰਦਰ। ਹਾਂਜੀ ਹਾਂਜੀ ਗੁਰਜਿੰਦਰ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਸਰ, ਆਪਣੇ ਇਧਰੋਂ ਜਲੰਧਰ ਤੋਂ ਸਰ ਪੁੱਛਣਾ ਸੀ ਜਲੰਧਰ ਤੋਂ ਵੀ ਜੀ ਹੁਣੀ ਉਹ ਅਡਵਾਲ ਸਾਹਿਬ 7000 ਵੋਟ ਦੇ ਪਿੱਛੇ ਚੱਲ ਰਹੇ ਨੇ। 7000 ਵੋਟ ਤੇ ਸੰਤੋਖ ਅਡਵਾਲ ਚੌਧਰੀ ਸਾਹਿਬ ਜਿੱਤ ਪਿੱਛੇ ਨੇ ਜੀ। ਸੰਤੋਖ ਚੌਧਰੀ ਅੱਗੇ ਨੇ ਉੱਥੇ। ਸਭ ਤੋਂ ਨੈਰੋ ਰਿਜ਼ਲਟ ਉਹੀ ਹੋਊਗਾ ਭਗਵੰਤ ਮਾਨ ਅੱਗੇ ਹੈ ਕਿ ਭਗਵੰਤ ਮਾਨ ਹੋਣੀ ਅੱਗੇ ਨੇ ਜੀ, 17000 ਵੋਟਾਂ ਤੋਂ ਅੱਗੇ ਨੇ ਜੀ ਭਗਵੰਤ ਮਾਨ। ਠੀਕ ਹੈ ਸਰ ਜੀ। ਥੈਂਕ ਯੂ ਥੈਂਕ ਯੂ। ਸੋ ਪੰਜਾਬ 'ਚ ਜਿਹੜੀਆਂ ਸਥਿਤੀਆਂ ਨੇ, ਦਰਸ਼ਨ ਸਿੰਘ ਜੀ, ਜਿਵੇਂ ਗੱਲ ਹੋ ਰਹੀ ਸੀ, ਹਾਂਜੀ। ਹੁਣ ਤੁਸੀਂ ਕੀ ਵੇਖਦੇ ਹੋ ਇਹਨਾਂ ਚੋਣਾਂ ਤੋਂ ਬਾਅਦ? ਕੀ ਕੋਈ ਘਰ ਵਾਪਸੀ ਦੀ, ਸਮਝੌਤੇ ਦੀ ਗੁੰਜਾਇਸ਼ ਬਣਦੀ ਹੈ ਸੁਖਪਾਲ ਖਹਿਰਾ ਦੀ, ਭਗਵੰਤ ਮਾਨ ਦੀ, ਜਾਂ ਬਾਕੀ ਲੀਡਰਾਂ ਦੀ ਜਿਹੜੇ ਆਮ ਆਦਮੀ ਪਾਰਟੀ ਤੋਂ ਵੱਖਰੇ ਹੋਏ ਨੇ? ਦੇਖੋ ਜੀ, ਬਣਦੀ ਤੇ ਬਹੁਤ ਹੈ ਪਰ ਹੋਏਗੀ ਨਹੀਂ, ਕਿਉਂਕਿ ਜੋ ਐਡਾਮੈਂਟ ਐਟੀਟਿਊਡ ਕੇਜਰੀਵਾਲ ਦਾ ਹੈ ਉਹ ਕਦੇ ਨਹੀਂ ਚੇਂਜ ਕਰੇਗਾ। ਜਿਹੜਾ ਬੰਦਾ ਝੰਡੇ 'ਚ ਫੋਟੋ ਵੀ ਆਪਦੀ ਲਾ ਕੇ ਰੱਖਣਾ ਚਾਹੁੰਦਾ ਹੈ, ਜਦੋਂ ਕਿ ਪਾਰਟੀਆਂ ਦੇ ਚਲੋ ਮੈਂ ਇੱਕ ਹੋਰ ਸਾਡੇ ਐਨਆਰਆਈ ਕਾਲਰ ਨੇ, ਮੈਂ ਉਹਨਾਂ ਨੂੰ ਵੀ ਨਾਲ ਲੈ ਲਵਾਂ। ਹੈਲੋ ਸਲਾਮ ਵਾਲੇਕੁਮ ਸਰ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਸਾਊਦੀਆ ਤੋਂ ਰਾਣਾ ਇਸ਼ਤਿਆਕ ਬੋਲ ਰਿਹਾ ਡੱਲਾ ਜੀ। ਹਰ ਸ਼ੋਅ ਤੁਹਾਡਾ ਮੈਂ ਦੇਖ ਰਿਹਾ ਲਾਈਵ ਵੀ ਤੇ ਦੂਸਰੇ ਵੀ ਜਿੰਨੇ ਚੜ੍ਹਦੇ ਹੋ ਜੀ, ਬਹੁਤ ਧੰਨਵਾਦ ਸਰ। ਤੇ ਹੈ ਮੈਂ ਪਾਕਿਸਤਾਨੀ ਜਾਂ ਪਰ ਸਪੋਰਟ ਮੈਂ ਕਾਂਗਰਸ ਦਾ ਸਪੋਰਟਰ ਹਾਂ। ਜੀ। ਇਨਸ਼ਾਅੱਲਾ ਕਾਂਗਰਸ ਜਿੱਤੇਗੀ, ਮੋਦੀ ਜਾਏਗਾ। ਜਿਵੇਂ ਜਾਣ ਦਾ ਹੱਕ ਹੁੰਦਾ ਹੈ ਤੇ ਤੁਹਾਡੇ ਵਿਚਾਰ ਬੜੇ ਸੋਹਣੇ ਲੱਗਦੇ ਆ, ਤੁਹਾਡੀ ਮਿੱਠੀ ਬੋਲੀ ਪੰਜਾਬੀ ਬੜੀ ਸੋਹਣੀ ਲੱਗਦੀ ਹੈ। ਚਲੋ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਸਿੱਧੂ ਵਾਸਤੇ ਵੀ ਸਾਡੀਆਂ ਨੇਕ ਦੁਆਵਾਂ ਨੇ। ਇਨਸ਼ਾਅੱਲਾ ਸੱਚਾ ਤੇ ਖਰਾ ਬੰਦਾ ਅੱਲਾਹ ਦੀ ਜ਼ਾਤ ਉਹਨੂੰ ਇੱਜ਼ਤ ਦੇਗੀ ਜੀ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਹਨੀ ਸਾਹਿਬ ਨੂੰ ਵੀ ਮੇਰਾ ਸਲਾਮ ਦੇ ਦਿਓ ਤੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਵੀ ਮੇਰਾ ਸਲਾਮ ਦਿਓ ਤੇ ਤੁਹਾਡੇ ਵਾਸਤੇ ਸਾਡੀਆਂ ਸ਼ੁਭ ਕਾਮਨਾ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਤੁਹਾਡੀ ਗੱਲ ਤੇ ਹੁਣ ਮੈਂ ਚਰਚਾ ਅੱਗੇ ਵਧਾਉਣਾ ਜੀ। ਮੇਰਾ ਜ਼ਿਲ੍ਹਾ ਜਿਹੜਾ ਹੈ ਨਾਰਵਾਲ ਹੈ, ਜਿੱਥੇ ਤੁਹਾਡਾ ਕਰਤਾਰ ਸਾਹਿਬ ਬਣ ਰਿਹਾ, ਮੈਂ ਉੱਥੇ ਦਾ ਬਾਬਾ ਗੁਰੂ ਨਾਨਕ ਦੇ ਸ਼ਹਿਰ ਦਾ ਰਹਿਣ ਵਾਲਾ ਜੀ। ਚਲੋ ਬੜੀ ਖੁਸ਼ੀ ਹੋਈ ਸਰ ਜਾਣ ਕੇ, ਕਾਫੀ ਜ਼ਿਆਦਾ ਉਧਰ ਪਤਾ ਲੱਗਿਆ ਡਿਵੈਲਪਮੈਂਟ ਹੋ ਰਹੀ ਹੈ ਤੁਹਾਡੇ ਵਾਲੇ ਪਾਸੇ ਵੀ। ਮੈਨੂੰ ਲੱਗਦਾ ਟੈਲੀਫੋਨ ਕਾਲ 'ਚ ਕੋਈ ਡਿਸਟਰਬੈਂਸ ਆਇਆ, ਮੈਂ ਮਾਫੀ ਚਾਹੂੰਗਾ, ਪਰ ਤੁਹਾਡੀ ਗੱਲ ਹੈ ਜਿਹੜੀ ਉਹ ਰੱਖੀ ਗਈ। ਸੋ ਨਾਲ ਨਾਲ ਸੁਨੇਹਾ ਵੀ ਦਿੱਤਾ ਇਹਨਾਂ ਨੇ ਕਿ ਬਾਬੇ ਨਾਨਕ ਦੇ ਸ਼ਹਿਰ ਦੇ ਨੇ। ਚਲੋ ਬੜਾ ਚੰਗਾ ਲੱਗਦਾ। ਸੋ ਸ਼ੁਭ ਕਾਮਨਾਵਾਂ ਸਿੱਧੂ ਨੂੰ ਵੀ ਹੈ। ਮੋਦੀ ਸਾਹਿਬ ਦੀ ਤਬਦੀਲੀ ਚਾਹੁੰਦੇ ਨੇ, ਕਾਂਗਰਸ ਦੇ ਸਮਰਥਕ ਨੇ, ਪਰ ਹਾਲ ਦੀ ਘੜੀ ਕਾਂਗਰਸ ਦੇਸ਼ 'ਚ ਅੱਗੇ ਚੱਲ ਰਹੀ ਹੈ, ਪਿੱਛੇ ਚੱਲ ਰਹੀ ਹੈ, ਪਰ ਪੰਜਾਬ 'ਚ ਜ਼ਰੂਰ ਕਾਂਗਰਸ ਅੱਗੇ ਹੈ। ਢਿੱਲੋਂ ਸਾਹਿਬ, ਮੈਂ ਦੋ ਸਵਾਲ ਮੂਲ ਰੂਪ ਦੇ ਵਿੱਚ ਕਰੂੰਗਾ, ਹਾਂ ਜਾਂ ਨਾ 'ਚ। ਭਗਵੰਤ ਮਾਨ ਤੇ ਸੁਖਪਾਲ ਖਹਿਰਾ ਦੀ ਦੋਸਤੀ ਪੈ ਸਕਦੀ ਮੁੜ ਕੇ, ਜਾਂ ਸੁਖਪਾਲ ਖਹਿਰਾ, ਕੇਜਰੀਵਾਲ ਤੇ ਭਗਵੰਤ ਮਾਨ ਦੀ ਦੋਸਤੀ ਦੁਬਾਰਾ ਪੈ ਸਕਦੀ ਹੈ, ਜਾਂ ਰਾਹ ਹੁਣ ਵੱਖਰੇ ਹੀ ਰਹਿਣਗੇ ਤੇ 2022 ਦੀ ਤਿਆਰੀ ਵੱਖਰੇ ਤੌਰ ਤੇ ਹੋਣੀ? ਨਹੀਂ ਜੀ, ਪੈ ਸਕਦੀ ਹੈ, ਕੋਈ ਇੰਪੋਸੀਬਲ ਵਾਲੀ ਕੋਈ ਗੱਲ ਨਹੀਂ, ਕਿਉਂਕਿ ਵਿਚਾਰਧਾਰਾ ਇੱਕ ਸੀ, ਉਹ ਪੈ ਸਕਦੀ ਹੈ। ਡਿਫਰੈਂਸਸ ਬਹਿ ਕੇ ਮੀਟਿੰਗ 'ਚ ਦੂਰ ਕੀਤੇ ਜਾ ਸਕਦੇ ਨੇ, ਪ੍ਰੋਵਾਈਡਡ ਜਿਹੜੇ ਦਿੱਲੀ ਦੀ ਲੀਡਰਸ਼ਿਪ ਹੈ ਉਹ ਰੋੜਾ ਨਾ ਬਣੇ ਇਸ ਮੀਟਿੰਗ 'ਚ, ਕਿਉਂਕਿ ਮੀਟਿੰਗਾਂ ਅੱਗੇ ਵੀ ਹੋਈਆਂ, ਪਰ ਉਹ ਰੋੜਾ ਨਾ ਬਣੇ। ਜੇ ਉਹ ਕਹਿਣ ਵੀ ਹਾਂ ਤੁਸੀਂ ਜੇ ਮੀਟਿੰਗ ਕਰਕੇ ਜੋ ਵੀ ਸਮਝੌਤਾ ਕਰਦੇ ਹੋ ਪੰਜਾਬ ਦੇ ਲੈਵਲ ਤੇ, ਪੰਜਾਬ ਦੀ ਇੱਕ ਇਕਾਈ ਦੇ ਤੌਰ ਤੇ, ਔਰ ਸਾਨੂੰ ਮਨਜ਼ੂਰ ਹੈ, ਤੇ ਸਮਝੌਤਾ ਹੋਣਾ ਕੋਈ ਵੱਡੀ ਗੱਲ ਨਹੀਂ। ਹੁਣ ਉਹ ਸਮਝੌਤੇ ਤਾਂ ਨਾ ਹੋ ਗਿਆ। ਇਸ ਵੇਲੇ ਮੈਂ 1 ਮਿੰਟ ਤੁਹਾਨੂੰ ਦਿੱਲੀ ਦੀ ਵੀ ਸਿਚੁਏਸ਼ਨ ਦੱਸਦਾ। 7 ਸੀਟਾਂ ਤੇ ਬੀਜੇਪੀ ਜਿੱਤ ਰਹੀ ਹੈ, 5 ਸੀਟਾਂ ਤੇ ਜੋ ਹੈ ਕਾਂਗਰਸ ਸੈਕੰਡ ਹੈ ਜੀ। ਆਮ ਆਦਮੀ ਪਾਰਟੀ ਜਿਹੜੀ ਬੜੇ ਬੜੇ ਦਾਅਵੇ ਕਰਦੇ 2 ਸੀਟਾਂ ਤੇ ਸਿਰਫ ਸੈਕੰਡ ਪੋਜੀਸ਼ਨ ਤੇ ਹੈ, ਔਰ ਉੱਥੇ ਲੀਡ ਵੀ 35 40 ਹਜ਼ਾਰ ਦੀ ਲੀਡ ਆਲਰੇਡੀ ਹੋ ਚੁੱਕੀ ਹੈ, ਯਾਨੀ ਰਿਜ਼ਲਟ ਆਲਮੋਸਟ ਡਿਸਾਈਡਡ ਨੇ। ਬਿਲਕੁਲ ਠੀਕ ਹੈ ਜੀ। ਇਹਦਾ ਭਾਵ ਕੀ ਨਿਕਲਦਾ ਹੈ? ਇਹਦਾ ਭਾਵ ਇਹ ਨਿਕਲਦਾ ਹੈ ਕਿ ਜੋ ਨੀਤੀਆਂ ਕੇਜਰੀਵਾਲ ਨੇ ਅਪਣਾਈਆਂ, ਵੀ ਜੋ ਪਾਰਟੀ 'ਚੋਂ ਜਾਂਦਾ ਉਹਨੂੰ ਕੱਢ ਦੇਣਾ ਹੈ,
और जो मैं और सिर्फ मैं, माई वे इज द हाईवे। ਚਲੋ ਮੈਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੀ ਤਾਜ਼ੇ ਆંકੜੇ ਨੇ ਜਿਹੜੇ 7000 ਵੋਟਾਂ ਨਾਲ ਅੱਗੇ ਨੇ। ਮੁਹੰਮਦ ਸਦੀਕ ਵੀ ਕਹਿੰਦੇ 12000 ਵੋਟਾਂ ਨਾਲ ਅੱਗੇ ਨੇ। ਸੋ ਲਗਾਤਾਰ ਵੱਖ-ਵੱਖ ਚੈਨਲਸ ਤੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਅਪਡੇਟਸ ਆ ਰਹੇ ਨੇ। ਸੁਖਬੀਰ ਬਾਦਲ ਦੀ ਲੀਡ ਵੀ 46000 ਪਾਰ ਕਰ ਗਈ। ਜਗਬੀਰ ਸਿੰਘ ਡਿੰਪਾ ਵੀ 39000 ਪਾਰ ਕਰ ਗਿਆ। ਸੋ ਹਰਸਿਮਰਤ ਬਾਦਲ 7000 ਤੋਂ ਅੱਗੇ ਚੱਲ ਰਹੀ ਹੈ। ਸੋ ਪ੍ਰਭਜੋਤ ਜੀ, ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਦਾ ਅੱਗੇ ਹੋਣਾ ਕੀ ਇਹ ਅਕਾਲੀ ਦਲ ਦੇ ਕਾਰਨ ਹੈ ਜਾਂ ਨਰਿੰਦਰ ਮੋਦੀ ਦੇ ਕਾਰਨ ਹੈ? ਦੇਖੋ ਜੀ, ਜੋ ਇਲੈਕਸ਼ਨ ਹੋ ਰਿਹਾ ਡੱਲਾ ਸਾਹਿਬ, ਇਹ ਇਲੈਕਸ਼ਨ ਦਾ ਪ੍ਰਧਾਨ ਮੰਤਰੀ ਨੂੰ ਚੁਣਨ ਵਾਸਤੇ ਹੋ ਰਿਹਾ ਜੀ। ਇਹ ਬਿਲਕੁਲ ਇਹ ਗੱਲ ਆ ਵੀ ਜਦੋਂ ਪ੍ਰਧਾਨ ਮੰਤਰੀ ਦੀ ਚੋਣ ਆ ਤਾਂ ਮੋਦੀ ਸਾਹਿਬ ਤਾਂ ਬਹੁਤ ਵੱਡੇ ਫੈਕਟਰ ਆ, ਜੀ। ਕਿਉਂਕਿ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਲੋਕਾਂ ਨੇ ਵੋਟਾਂ ਪਾਉਣੀਆਂ। ਜੀ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਹਰਸਿਮਰਤ ਕੌਰ ਬਾਦਲ ਜੀ ਦੀ ਗੱਲ ਕਰੀਏ ਜਾਂ ਸੁਖਬੀਰ ਜੀ ਦੀ ਗੱਲ ਕਰੀਏ, ਤਾਂ ਹਰਸਿਮਰਤ ਕੌਰ ਬਾਦਲ 2 ਵਾਰੀ ਉੱਥੇ ਲੋਕ ਸਭਾ ਚੁਣ ਕੇ ਗਏ ਤੇ 2 ਵਾਰੀ ਜੋ ਲੋਕ ਸਭਾ ਬਣਨ ਤੋਂ ਬਾਅਦ ਜੋ ਉਹਨਾਂ ਨੇ ਕੰਮ ਕੀਤੇ ਲੋਕਾਂ ਨੇ ਬਠਿੰਡੇ ਹਲਕੇ ਵਾਸਤੇ, ਨਾਲ ਲੱਗਦੇ ਹਲਕਿਆਂ ਵਾਸਤੇ, ਲੋਕਾਂ ਵਾਸਤੇ, ਜੋ ਲੋਕ ਉਹਨਾਂ ਨੂੰ ਵੋਟ ਪਾ ਰਹੇ ਆ, ਉਹਨਾਂ ਦੀ ਜਿੱਤ ਤੇ ਮੋਹਰ ਲਾ ਰਹੇ ਆ, ਉਹਨਾਂ ਦੇ ਕੀਤੇ ਹੋਏ ਕੰਮਾਂ ਕਰਕੇ ਲੱਗ ਰਹੇ ਆ ਜੀ। ਇਹ 'ਚ ਆਪਾਂ ਇਹ ਨਹੀਂ ਕਹਿੰਦੇ ਵੀ ਮੋਦੀ ਸਾਹਿਬ ਦਾ ਫੈਕਟਰ ਹੈ ਨਹੀਂ, ਮੋਦੀ ਸਾਹਿਬ ਦਾ ਫੈਕਟਰ ਤਾਂ ਹੈ ਹੀ ਹੈ, ਪਰ ਜਿਹੜਾ ਬੀਬਾ ਹਰਸਿਮਰਤ ਕੌਰ ਦਾ ਬਾਦਲ ਦਾ ਲੋਕਾਂ ਦੇ ਪ੍ਰਤੀ ਕੰਮ ਕਰਨ ਦਾ ਰਵੱਈਆ, ਲੋਕਾਂ ਦੇ ਪ੍ਰਤੀ ਪਿਆਰ ਆ ਜਾਂ ਜਜ਼ਬਾ ਕੰਮ ਕਰਨ ਦਾ, ਉਹ ਉਸ ਹੱਕ ਤੇ ਵੋਟਾਂ ਪਾ ਰਹੇ ਤੇ ਉਹ ਲੋਕ ਨਾਲ ਦੀ ਨਾਲ ਉਹ ਕਾਂਗਰਸੀਆਂ ਦੇ ਤੇ ਹੋਰ ਪਾਰਟੀਆਂ ਦੇ ਮੂੰਹ ਤੇ ਇੱਕ ਤਰ੍ਹਾਂ ਦੀ ਚਪੇੜ ਵੀ ਆ, ਜੋ ਸਾਰਾ ਕੁਝ ਛੱਡ ਕੇ ਉਧਰ ਨੂੰ ਹੋਏ ਸੀ। ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡੇ ਚੋਂ ਗੜ ਪਟਣਾ ਬਾਦਲਾਂ ਦਾ ਹਜੇ ਤਾਂ 7000 ਦੀ ਲੀਡ ਹੈ, ਬਾਕੀ ਵਧੂਗੀ ਜੀ। ਥੱਪੜ ਵਾਲੇ ਸ਼ਬਦ ਅਵੋਇਡ ਕਰਿਆ ਕਰੋ। ਰਾਜਨੀਤੀ 'ਚ ਚਪੇੜ ਬਹੁਤ ਖਤਰਨਾਕ ਚੀਜ਼ ਹੈ। ਬੀਜੇਪੀ ਦੇ ਇੱਕ ਲੀਡਰ ਨੇ ਵੀ ਚਪੇੜਾਂ ਮਾਰੀਆਂ ਸੀ ਤੇ ਉਹਦੀ ਟਿਕਟ ਕੱਟੀ ਗਈ। ਨਹੀਂ, ਇਹ ਆਵਾਜ਼ ਹੈ ਚਪੇੜ ਮਾਰੀ ਰਹੇ ਸਿਰ ਗੱਲ ਕਰ ਰਹੇ। ਇੱਕ ਹੈਰਾਨੀਜਨਕ ਗੱਲ ਦੱਸਦੇ ਹਾਂ ਜੀ, ਜਿਸ ਨੂੰ ਅਸੀਂ ਦਿੱਲੀ 'ਚ ਸਭ ਤੋਂ ਕਮਜ਼ੋਰ ਕੈਂਡੀਡੇਟ ਮੰਨਦੇ, ਹੰਸਰਾਜ ਹੰਸ ਜੀ, ਤਕਰੀਬਨ 58000 ਵੋਟਾਂ ਦੇ ਲੀਡ ਕਰ ਰਹੇ। ਹੰਸਰਾਜ ਹੰਸ ਵੀ 58000 ਵੋਟਾਂ ਤੇ ਲੀਡ ਕਰ ਰਹੇ। ਸੋ ਨਰਿੰਦਰ ਮੋਦੀ ਹੰਸਰਾਜ ਹੰਸ ਨੂੰ ਵੀ ਮਾਫਕ ਆ ਗਏ। ਸੋ ਪੰਜਾਬ 'ਚ ਨਹੀਂ ਜਿੱਤ ਸਕੇ ਸੀ, ਅਕਾਲੀ ਦਲ ਦੀ ਉਮੀਦਵਾਰ ਦੇ ਤੌਰ ਤੇ ਹੰਸਰਾਜ ਹੰਸ ਚੋਣ ਲੜੇ ਸੀ, ਪਰ ਮੈਨੂੰ ਲੱਗਦਾ ਹੈ ਸ਼ਾਇਦ ਪਾਰਲੀਮੈਂਟ ਤੋਂ ਨੇੜੇ ਹੀ ਨੇ ਇਸ ਵਕਤ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਯਾਨੀ ਲੱਗਦਾ ਸੀ ਵੀ ਉਹ ਦਿੱਲੀ 'ਚ ਨਾ ਤਾਂ ਉਹਨਾਂ ਨੂੰ ਮਸਲਿਆਂ ਦਾ ਪਤਾ ਸੀ, ਨਾ ਨੈਸ਼ਨਲ ਮਸਲਿਆਂ ਦਾ ਦਿੱਲੀ ਦੇ। ਇਹਦਾ ਮਤਲਬ ਇਹ ਮੰਨਿਆ ਜਾਵੇ ਕਿ ਦਿੱਲੀ ਦੇ ਲੋਕਾਂ ਨੇ ਨਰਿੰਦਰ ਮੋਦੀ ਨੂੰ ਵੋਟ ਪਾਈ। ਮੋਦੀ ਨੂੰ, ਕਿਉਂਕਿ ਈਵਨ ਪੰਜਾਬ 'ਚ ਵੀ, ਇੱਥੇ ਵੀ ਆਪਾਂ ਲੁਧਿਆਣੇ 'ਚ ਦੇਖੋ ਜੋ ਮਹੇਸ਼ਿੰਦਰ ਗਰੇਵਾਲ ਦੇ ਪੋਸਟ ਲਗੇ, ਮੋਦੀ ਨੂੰ ਲੈ ਕੇ ਆਓ, ਮੋਦੀ ਨੂੰ ਵੋਟ ਪਾਓ, ਤੇ ਮੋਦੀ ਦੇ ਹੀ ਪੋਸਟਰ ਸੀ। ਵੋਟ ਸਿਰਫ ਮੋਦੀ ਦੇ ਨਾਂ ਤੇ ਮੰਗੀ ਗਈ ਹੈ। ਔਰ ਮੋਦੀ ਦਾ ਜਿਹੜੇ ਲੋਕ ਮੋਦੀ ਲਹਿਰ ਹੋਣ ਦੇ ਬਾਵਜੂਦ ਵੀ ਅੱਗੇ ਨਹੀਂ ਵੱਧ ਸਕੇ, ਉੱਥੇ ਕੀ ਮੰਨਿਆ ਜਾਵੇ? ਉੱਥੇ ਫਿਰ ਇੰਡੀਵਿਜੂਅਲ ਜੋ ਪਰਸਨੈਲਿਟੀ ਹੈ ਜੀ, ਬਹੁਤ ਮਾੜਾ ਹੈ ਉਹਨਾਂ ਦਾ। ਉਹਨਾਂ ਦੇ ਅਗੇਂਸਟ ਲੋਕਲ ਫੈਕਟਰ ਬਹੁਤ ਜ਼ਿਆਦਾ ਅਗੇਂਸਟ ਨੇ। ਜਿਸ ਤਰ੍ਹਾਂ ਹੁਣ ਬਾਕੀ ਇੱਥੇ ਦੇਖ ਰਹੇ ਹੋ ਤੁਸੀਂ, ਕਿਸੇ ਕੰਸਟੀਟੂਐਂਸੀ ਤੇ ਬਹੁਤ ਜ਼ਿਆਦਾ ਮਾੜਾ ਹਾਲ ਹੋ ਰਿਹਾ ਅਕਾਲੀਆਂ ਦਾ, ਜਿਵੇਂ ਸੰਗਰੂਰ ਹੈ ਇੱਥੇ, ਯਾਨੀ ਕਿ ਉਹਨਾਂ ਦੇ ਪਰਸਨਲ ਅਗੇਂਸਟ ਜੋ ਲੋਕਲ ਫੈਕਟਰ ਨੇ ਕੰਮ ਕਰ ਰਹੇ। ਪਰ ਨੈਸ਼ਨਲ ਲੈਵਲ ਤੇ ਡੈਫੀਨੇਟਲੀ ਇੱਕ ਮੋਦੀ ਫੈਕਟਰ ਕੰਮ ਕੀਤਾ, ਚਾਹੇ ਉਹ ਕੈਂਡੀਡੇਟ ਵੀਕ ਸੀ। ਕਿਉਂਕਿ ਇਸ ਵਾਰ ਪਹਿਲੀ ਵਾਰ ਹੋਇਆ ਵੀ ਜਿੱਥੇ ਵੀ ਕਿਤੇ ਮੋਦੀ ਸਾਹਿਬ ਗਏ ਨੇ, ਰੈਲੀ ਕੀਤੇ ਨੇ, ਉਹਨਾਂ ਨੇ ਕੈਂਡੀਡੇਟ ਨਹੀਂ ਕਿਤੇ ਵੀ ਇੰਟਰੋਡਿਊਸ ਕੀਤਾ ਕਿ ਇਹ ਕੈਂਡੀडेट है, ਇਹਨੂੰ ਵੋਟ ਪਾਓ। ਉਹਨਾਂ ਨੇ ਕਹਾ मुझे वोट डालो, मोदी को वोट डालो, हम वोट डालो। तो मोदी फैक्टर वाकई ਇੱਕ ਕੰਮ ਕੀਤਾ ਹੈ ਔਰ ਉਸ ਦਾ ਬਿਲਕੁਲ ਕਲੀਅਰ ਐਡਵਾਂਟੇਜ ਉਹਨਾਂ ਨੂੰ ਮਿਲ ਰਿਹਾ ਹੈ ਜੀ। ਚਲੋ ਪੂਰੇ ਦੇਸ਼ ਦਾ ਇੱਕ ਵਾਰੀ ਰਿਵਿਊ ਕਰ ਲਈਏ। ਮੱਧ ਪ੍ਰਦੇਸ਼ 'ਚ ਬੀਜੇਪੀ 28 ਸੀਟਾਂ ਤੇ ਅੱਗੇ ਚੱਲ ਰਹੀ ਹੈ। ਸੋ ਇਹ ਮੱਧ ਪ੍ਰਦੇਸ਼ ਪੂਰੇ ਮੁਲਕ ਦੇ ਵਿੱਚ ਬਹੁਤ ਅਹਿਮ ਸੂਬਾ ਬੀਜੇਪੀ ਲਈ ਬਣਿਆ। ਰਾਜਸਥਾਨ ਦੇ ਵਿੱਚ ਵੀ ਹਾਲਾਂਕਿ ਹੁਣੇ ਸਰਕਾਰ ਬਣੀ ਸੀ ਬੀਜੇਪੀ ਦੀ, ਉੱਥੇ ਕਾਂਗਰਸ ਦੀ, ਪਰ ਉੱਥੇ ਐਨਡੀਏ 24 ਸੀਟਾਂ ਦੇ ਨਾਲ ਅੱਗੇ ਚੱਲ ਰਹੀ ਹੈ। ਔਰ ਅਸਾਮ ਦੇ ਵਿੱਚ ਵੀ ਐਨਡੀਏ 11 ਤੇ ਕਾਂਗਰਸ ਸਿਰਫ 1 ਸੀਟ ਤੇ ਅੱਗੇ ਚੱਲ ਰਹੀ ਹੈ। ਉੱਤਰ ਪ੍ਰਦੇਸ਼ 'ਚ ਜਿਹੜਾ ਬੀਜੇਪੀ ਦਾ ਗਠਬੰਧਨ ਹੈ ਉਹ ਲਗਭਗ 60 ਸੀਟਾਂ ਤੇ ਅੱਗੇ ਹੋ ਗਿਆ ਤੇ 2 ਸੀਟਾਂ ਤੇ ਉੱਥੇ ਕਾਂਗਰਸ ਅੱਗੇ ਚੱਲ ਰਹੀ ਹੈ। ਔਰ ਪੰਜਾਬ 'ਚ ਕਾਂਗਰਸ ਅੱਗੇ 8 ਸੀਟਾਂ ਤੇ, ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ 2 ਸੀਟਾਂ ਤੇ ਅੱਗੇ ਕਰ ਰਿਹਾ, ਆਮ ਆਦਮੀ ਪਾਰਟੀ 1 ਸੀਟ ਤੇ। ਸੋ ਪੰਜਾਬ 'ਚ 2 ਸੀਟਾਂ ਭਾਜਪਾ ਅੱਗੇ ਚੱਲ ਰਹੀ ਹੈ, ਸੋਮ ਪ੍ਰਕਾਸ਼ ਔਰ ਸਨੀ ਦਿਓਲ, ਔਰ ਵੱਡੀ ਲੀਡ ਹੈ ਸਨੀ ਦਿਓਲ ਦੀ ਵੀ। ਔਰ ਬਠਿੰਡੇ 'ਚ ਲੀਡ ਥੋੜੀ ਜਿਹੀ ਘੱਟ ਹੈ ਹਰਸਿਮਰਤ ਬਾਦਲ ਦੀ, ਪਰ ਸੁਖਬੀਰ ਬਾਦਲ ਦੀ ਜਿਹੜੀ ਲੀਡ ਹੈ ਉਹ ਕਾਫੀ ਜ਼ਿਆਦਾ ਹੋ ਗਈ, ਉਹ 45,000 ਦੇ ਆਸ-ਪਾਸ ਹੋ ਗਈ। ਔਰ ਭਾਜਪਾ ਵੱਲੋਂ ਹਾਲਾਂਕਿ ਦੇਸ਼ ਦੇ ਵਿੱਚ ਖੁਸ਼ੀਆਂ ਵੀ ਮਨਾਈਆਂ ਜਾ ਰਹੀਆਂ ਨੇ, ਪਰ ਕਾਂਗਰਸ ਦੇ ਲਈ ਅੱਜ ਫਿਰ ਇੱਕ ਵਾਰੀ ਨਿਰਾਸ਼ਾ ਹੱਥ ਲੱਗੀ ਹੈ। ਔਰ ਕਾਂਗਰਸ ਨੂੰ ਮੁੜ ਕੇ ਵਿਚਾਰ ਕਰਨਾ ਪਏਗਾ ਕਿ ਕਿਹੜੇ-ਕਿਹੜੇ ਕਾਰਨ ਰਹੇ ਜਿਨ੍ਹਾਂ ਕਰਕੇ ਕਾਂਗਰਸ ਹੈ ਜਿਹੜੀ ਮੁਲਕ ਦੇ ਵਿੱਚ ਸਿਮਟਦੀ ਜਾ ਰਹੀ ਹੈ। ਸੋ ਇਸ ਸੈਸ਼ਨ ਦੇ ਵਿੱਚ ਅਸੀਂ 10 ਮਿੰਟ ਹੋਰ ਲਾਈਵ ਰਵਾਂਗੇ। ਸਨੀ ਕੈਨ ਜੀ, ਤੁਸੀਂ ਸਾਰੇ ਨੌਜਵਾਨ ਆਗੂ ਹੋ ਕਾਂਗਰਸ ਦੇ, ਉਤਸ਼ਾਹ ਬੜਾ ਸੀ ਤੁਹਾਨੂੰ ਸਾਰਿਆਂ ਨੂੰ, ਰਾਹੁਲ ਗਾਂਧੀ ਤੇ ਵੀ ਭਰੋਸਾ ਸੀ, ਰਾਹੁਲ ਗਾਂਧੀ ਨੇ ਚੋਣ ਘੋਸ਼ਣਾ ਪੱਤਰ ਵੀ ਚੰਗਾ ਬਣਾਇਆ ਸੀ। ਕੀ ਰਾਹੁਲ ਗਾਂਧੀ ਭਾਸ਼ਣ ਕਲਾ ਵਿਕਸਿਤ ਨਹੀਂ ਕਰ ਸਕੇ, ਲੋਕਾਂ ਨੂੰ ਕਨਵਿੰਸ ਨਹੀਂ ਕਰ ਸਕੇ, ਤੇ ਮੋਦੀ ਦੀ ਭਾਸ਼ਣ ਕਲਾ ਚੰਗੀ ਹੈ ਤੇ ਮੋਦੀ ਨੇ ਕਾਂਗਰਸ ਤੇ ਸਾਰੇ ਵਿਰੋਧੀ ਧਿਰਾਂ ਦੇ ਜਿਹੜੇ ਵੀ ਸਵਾਲ ਚੱਕੇ ਸੀ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਨਾਲ ਵਰਤਿਆ? ਇਹ ਕਾਰਨ ਰਹੇ
ਜਾਂ ਨਰਿੰਦਰ ਮੋਦੀ ਨੇ ਵਿਕਾਸ ਹੀ ਇੰਨਾ ਕਰਤਾ ਕਿ ਲੋਕਾਂ ਨੇ ਵਿਕਾਸ ਕਰਕੇ ਵੋਟ ਪਾਤੀ? ਦੇਖੋ ਜੀ, ਰਾਹੁਲ ਗਾਂਧੀ ਜੀ ਦੇ ਭਾਸ਼ਣ ਕਲਾ ਦੀ ਗੱਲ ਕੀਤੀ ਹੈ, ਉਹਨਾਂ ਦੀ ਭਾਸ਼ਣ ਕਲਾ ਬਹੁਤ ਵਧੀਆ। ਅੱਗੇ ਨਾਲੋਂ ਤੁਸੀਂ ਪਹਿਲਾਂ ਪਿਛਲੇ 5 ਸਾਲ ਤੇ ਹੁਣ ਦੇ 5 ਸਾਲ ਤੁਸੀਂ ਦੇਖੋ ਨਾ ਬਹੁਤ ਫਰਕ ਪਿਆ ਜੀ। ਔਰ ਉਹਨਾਂ ਨੇ ਔਰ ਪ੍ਰਿयंका ਗਾਂਧੀ ਜੀ ਨੇ ਬਹੁਤ ਸਾਰੀਆਂ ਸੀਟਾਂ ਦੇ ਆਪ ਰਾਹੁਲ ਗਾਂਧੀ ਜੀ ਨੇ, ਪ੍ਰਿयंका ਜੀ ਨੇ ਬਹੁਤ ਕੰਮ ਕੀਤਾ ਉਹਨਾਂ ਨੇ ਵੀ ਕਾਂਗਰਸ ਦੀ ਵੇਵ ਨੂੰ ਵਧਾਉਣ ਲਈ। ਬਟ ਮੈਂ ਸਮਝਦਾ ਵੀ ਜਿਹੜੀ ਆ ਥੋੜੇ ਦਿਨ ਪਹਿਲਾਂ ਕਾਲਰ ਦਾ ਫੋਨ ਆਇਆ ਸੀਗਾ ਵੀ ਉਹਨਾਂ ਨੇ ਮੀਡੀਆ ਦੀ ਗੱਲ ਕੀਤੀ ਸੀ, ਮੀਡੀਆ ਨੇ ਬੜਾ ਇੱਕ ਅਹਿਮ ਰੋਲ ਬੀਜੇਪੀ ਦੇ ਹੱਕ ਦੇ ਵਿੱਚ ਅਦਾ ਕੀਤਾ, ਆਪਾਂ ਉਹਨੂੰ ਠਠਾ ਨਹੀਂ ਸਕਦੇ ਜੀ। ਕਿਉਂਕਿ ਜਿਹੜੇ ਚਲੋ ਇਹ ਸਬਕ ਵੀ ਹੈ, ਇਹ ਸਬਕ ਵੀ ਹੈ ਕਿ ਤੁਹਾਡੀ ਸਰਕਾਰ ਪੰਜਾਬ 'ਚ ਵੀ ਹੈ। ਸੋ ਪੰਜਾਬ 'ਚ ਕਾਂਗਰਸ ਦਾ ਰਾਜ ਹੈ ਤੇ ਤੁਸੀਂ ਵੀ ਮੀਡੀਆ ਨੂੰ ਬੜੇ ਨਿਰਪੱਖਤਾ ਦੇ ਨਾਲ ਇੱਥੇ ਹੈਂਡਲ ਕਰੋ। ਪੰਜਾਬ 'ਚ ਵੀ ਮੀਡੀਆ ਵਾਲਿਆਂ ਦੀ ਇਤਰਾਜ਼ ਰਹਿੰਦਾ ਇੱਥੇ ਤਾਂ ਮੀਡੀਆ ਨਿਰਪੱਖ ਹੈ ਜੀ। ਜੀ। ਤੁਸੀਂ ਹੁਣ ਬੈਠੇ ਤੁਸੀਂ ਸਾਰੇ ਹਰ ਬੰਦੇ ਦੀ ਗੱਲ ਕਰਦੇ ਹੋ। ਨਹੀਂ, ਚਲੋ ਅਸੀਂ ਤਾਂ ਸਾਰਿਆਂ ਦੇ ਰਾਜ 'ਚ ਹੀ, ਮੈਂ ਤਾਂ ਸਾਰਿਆਂ ਦੇ ਰਾਜ 'ਚ ਹੀ ਨਿਰਪੱਖ ਰਹਿਣਾ। ਉਹੀ ਚੀਜ਼ ਆਪਾਂ ਸੈਂਟਰ ਦੇ ਮੀਡੀਆ ਤੇ ਜੀ। ਦੇਖੀਏ ਤਾਂ ਤੁਸੀਂ ਇੱਕ ਚੈਨਲ ਨੂੰ ਛੱਡ ਕੇ ਸਾਰੇ ਚੈਨਲ ਹੀ ਉਹ ਮੋਦੀ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਮੋਦੀ ਨਾਮ ਜਪਦੇ ਆ ਤੇ ਉਹਨਾਂ ਦੇ ਜੋ ਮੋਦੀ ਸਾਹਿਬ ਉਹਨਾਂ ਨੂੰ ਚਿੱਠੀ ਭੇਜ ਦਿੰਦੇ ਆ ਉਹ ਚੀਜ਼ ਉਹ ਬੋਲਣ ਲੱਗ ਜਾਂਦੇ ਆ। ਇਹ ਡੈਮੋਕ੍ਰੇਸੀ ਦਾ ਕਤਲ ਹੈ। ਪਰ ਤੁਸੀਂ ਕਿਉਂ ਨਹੀਂ ਵਰਤ ਸਕੇ ਮੀਡੀਆ ਨੂੰ? ਨਰਿੰਦਰ ਮੋਦੀ ਮੀਡੀਆ ਨੂੰ ਵਰਤ ਗਿਆ। ਪਾਰਟੀ ਦਾ ਨਾਮ ਉਹ ਰੁਪਈਆ ਉਹ ਗਰੀਬ ਪਾਰਟੀ ਹੈ। ਮੋਦੀ ਸਾਹਿਬ ਤਾਂ ਹੁਣ ਇਹ ਪੂੰਜੀਪਤੀ ਦੀ ਪਾਰਟੀ ਹੈ। ਅੰਬਾਨੀ ਅਡਾਨੀ ਵਰਗੇ ਇਹਨਾਂ ਨੂੰ ਫਾਈਨਾਂਸ ਕਰ ਰਹੇ 800 ਕਰੋੜ ਤੱਕ ਦੇ ਇਹਨਾਂ ਚਲੋ ਤੁਸੀਂ ਨਿੱਜੀ ਟਿੱਪਣੀਆਂ ਚਲੇ ਜਾਂਦੇ ਹੋ। ਅੰਬਾਨੀ ਅਡਾਨੀ ਇਹ ਤਾਂ ਹੁਣ ਰੱਬ ਹੀ ਜਾਣਦਾ ਕਿ ਕਿਹਨੂੰ ਫਾਈਨਾਂਸ ਕਰ ਰਹੇ ਨੇ। ਪਰ ਜੇ ਕਾਂਗਰਸ ਐਡੀ ਵੱਡੀ ਪਾਰਟੀ ਹੈ ਤੇ ਜ਼ਰੂਰ ਪੈਸੇ ਦਾ ਸਦਉਪਯੋਗ ਕਾਂਗਰਸ ਨੂੰ ਕਰਨਾ ਚਾਹੀਦਾ ਹੈ। ਸੋ ਕਾਂਗਰਸ ਨੂੰ ਪੈਸੇ ਦਾ ਸਦਉਪਯੋਗ ਕਰਨ ਦੀ ਜਾਂਚ ਵੀ ਆਣੀ ਚਾਹੀਦੀ ਹੈ, ਫਿਰ ਹੀ ਮੈਨੂੰ ਲੱਗਦਾ ਗੱਲ ਬਣਨੀ ਹੈ। ਸਿਰਫ ਅਡਾਨੀ ਅੰਬਾਨੀ ਦਾ ਨਾਂ ਲੈ ਕੇ ਮੈਨੂੰ ਲੱਗਦਾ ਕਾਂਗਰਸ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਸੋ ਥੋੜਾ ਜਿਹਾ ਗਰੇਜ਼ ਕਰਕੇ ਗਲਤੀਆਂ ਤੋਂ ਵੀ ਸਿੱਖਣ ਦੀ ਲੋੜ ਹੈ, ਕਿਉਂਕਿ ਬਹੁਤ ਜ਼ਿਆਦਾ ਹੁੰਜਾ ਕਾਂਗਰਸ ਦਾ ਫਿਰ ਗਿਆ। ਸੱਚ ਦੱਸਾਂ ਤੇ ਢਿੱਲੋਂ ਸਾਹਿਬ, ਇੰਨਾ ਮੈਨੂੰ ਆਸ ਨਹੀਂ ਸੀ ਕਿ ਕਾਂਗਰਸ ਦਾ ਐਡਾ ਹੁੰਜਾ ਫਿਰ ਜਾਏਗਾ। ਸੋ ਜਿਸ ਤਰੀਕੇ ਨਾਲ ਇਸ ਵਕਤ ਕਾਂਗਰਸ ਦੀ ਸਥਿਤੀ ਮੁਲਕ ਦੇ ਵਿੱਚ ਨਜ਼ਰ ਆ ਰਹੀ ਹੈ, ਸੋ ਅਸੀਂ ਨਿਰਪੱਖ ਪੱਤਰਕਾਰ ਵੀ ਜਿਹੜੀ ਧਾਰਨਾ ਬਣਾ ਕੇ ਬੈਠੇ ਆ ਉਹਦੇ ਨਾਲੋਂ ਵੀ ਕਾਂਗਰਸ ਹੇਠਾਂ ਚਲੀ ਗਈ ਤੇ ਇਹਦਾ ਮਤਲਬ ਹੈ ਕਿ ਸ਼ੌਂਕ ਦਾ ਇਲਾਜ ਕਰਨਾ ਬੜਾ ਜ਼ਰੂਰੀ ਹੈ ਕਾਂਗਰਸ ਲਈ। ਤੇ ਇੱਕ ਕਾਲਰ ਜ਼ਰੂਰ ਮੈਂ ਇੱਕ ਨਾਲ ਲਵਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਪਟਿਆਲੇ ਦਾ ਰਿਜ਼ਲਟ ਬਿਲਕੁਲ ਤੁਹਾਨੂੰ ਪਟਿਆਲੇ ਦਾ ਰਿਜ਼ਲਟ ਵੀ ਦੇ ਰਹੇ ਹਾਂ ਜੀ। ਦਰਸ਼ਨ ਢਿੱਲੋਂ ਸਾਹਿਬ ਹੁਣੀ ਪਟਿਆਲਾ ਅਪਡੇਟ ਕਰ ਰਹੇ ਨੇ। ਬੀਬੀ ਪ੍ਰਨੀਤ ਕੌਰ ਪਟਿਆਲੇ ਤੋਂ ਅੱਗੇ ਚੱਲ ਰਹੇ ਨੇ ਜੀ। ਕਿੰਨੀਆਂ ਵੋਟਾਂ ਨਾਲ ਚੱਲ ਰਹੇ ਨੇ ਇਹ ਤੁਹਾਨੂੰ ਮੈਂ ਜ਼ਰੂਰ ਦੱਸਦਾ। ਅੱਗੇ 38000 ਵੋਟ 38000 ਵੋਟ ਤੋਂ ਬੀਬੀ ਪ੍ਰਨੀਤ ਕੌਰ ਅੱਗੇ ਨੇ ਜੀ ਇਸ ਵੇਲੇ। ਸੈਕਿੰਡ ਨੰਬਰ ਰਖੜਾ ਜੀ, ਸੈਕਿੰਡ ਨੰਬਰ ਤੇ ਰਖੜਾ ਸਾਹਿਬ ਨੇ ਜੀ ਉੱਥੇ। ਥੈਂਕ ਯੂ। ਦਰਸ਼ਨ ਢਿੱਲੋਂ ਸਾਹਿਬ, ਗਾਂਧੀ ਸਾਹਿਬ ਦੇ ਤੀਸਰੇ ਨੰਬਰ ਤੇ ਰਹਿਣ ਦਾ ਕਾਰਨ ਕੀ ਹੈ ਹਾਲੇ ਤੱਕ? ਦੇਖੋ ਜੀ, ਬਿਲਕੁਲ ਹੈਰਾਨੀ ਹੈ। ਕੰਮ ਵੀ ਬਹੁਤ ਕੀਤੇ ਨੇ, ਪਰਸਨੈਲਿਟੀ ਵੀ ਚੰਗੀ ਨੇ ਔਰ ਜੋ ਇੱਕ ਉਹਨਾਂ ਨੇ ਫੰਡਸ ਦੀ ਯੂਟਿਲਾਈਜੇਸ਼ਨ ਤੀਜੇ ਚੌਥੇ ਨੰਬਰ ਤੇ ਆਲ ਇੰਡੀਆ 'ਚ ਹੈ, ਬਹੁਤ ਵਧੀਆ ਕੀਤੀ ਹੈ। ਪਰ ਕਿਤੇ ਨਾ ਕਿਤੇ ਜੇ ਪਾਰਟੀ ਨਾਲ ਨਹੀਂ ਹੁੰਦੀ ਕੈਂਡੀਡੇਟ ਦੇ, ਚੰਗਾ ਕੈਂਡੀਡੇਟ ਵੀ ਹੋਵੇ, ਉਹ ਪਾਰਟੀ ਬੇਸਡ ਸਿਸਟਮ ਹੈ, ਪਾਰਟੀ ਕੇਡਰ ਦੀ ਜਿਹੜੀ ਵੋਟ ਹੈ ਨਾ ਉਹ ਨਹੀਂ ਪੈਂਦੀ ਕਿਉਂਕਿ ਇਹ ਸਿਰਫ ਆਪਦੇ ਬੇਸ ਤੇ ਲੜ ਰਹੇ ਨੇ। ਡਾਕਟਰ ਗਾਂਧੀ ਦੇ ਨਾਲ ਨਾ ਤੇ ਕੋਈ ਬਾਹਰੋਂ ਹੈ ਨਾ ਕੋਈ ਸਟਾਰ ਪ੍ਰਚਾਰਕ ਹੈ, ਉਹ ਆਪਦੇ ਆਪ 'ਚ ਇੰਡੀਵਿਜੂਅਲੀ ਲੜ ਰਹੇ ਨੇ ਔਰ ਵਧੀਆ ਸੋਹਣੀ ਫਾਈਟ ਦੇ ਰਹੇ ਨੇ। ਨਹੀਂ ਹੈ ਵੀ ਬਿਲਕੁਲ ਪੋਲ 'ਚੋਂ ਬਾਹਰ ਨੇ, ਪਰ ਜੋ ਪਾਰਟੀ ਕੇਡਰ ਦੀ ਵੋਟ ਜੋ ਹੁੰਦੀ ਹੈ ਵੀ ਕਈ ਬੰਦੇ ਹੁਣ ਪਾਰਟੀ ਨਾਲ ਹੀ ਰੁੱਝੇ ਹੁੰਦੇ ਨੇ ਵੀ ਨਹੀਂ ਜੀ ਅਸੀਂ ਤੇ ਇਹਨਾਂ ਦੇ ਸਪੋਰਟਰ ਆ, ਉਧਰ ਹੀ ਪਾਉਣੀ ਆ। ਉਹ ਫੈਕਟਰ ਬਿਲਕੁਲ ਇੱਕ ਗਾਂਧੀ ਸਾਹਿਬ ਦਾ ਮਿਸਿੰਗ ਹੈ ਔਰ ਉਹ ਵੋਟ ਨਹੀਂ ਪੈ ਰਹੀ, ਇਸ ਕਰਕੇ ਗਾਂਧੀ ਸਾਹਿਬ ਸ਼ਾਇਦ ਇਹ ਸੀਟ ਨਹੀਂ ਜਿੱਤ ਪਾਉਣਗੇ। ਜੀ ਤਾਲੀਵਾਲ ਸਾਹਿਬ, ਅੱਜ ਦਾ ਸ਼ੋਅ ਖਤਮ ਕਰਨ ਲਈ 5-6 ਮਿੰਟ ਰਹਿ ਗਏ ਨੇ ਇਸ ਸੈਸ਼ਨ 'ਚ। ਇਸ ਤੋਂ ਬਾਅਦ ਅਸੀਂ ਅਗਲੇ ਸੈਸ਼ਨ 'ਚ ਮਿਲਾਂਗੇ। ਮੈਂ ਕਲੋਜ਼ਿੰਗ ਰਿਮਾਰਕਸ ਜ਼ਰੂਰ ਲੈ ਲਵਾਂ। ਤੁਹਾਡੀ ਨਜ਼ਰ 'ਚ ਪੰਜਾਬ 'ਚ ਅਕਾਲੀ ਦਲ ਕਿੱਥੇ ਕਿ ਜਾ ਕੇ ਖੜਾ ਹੋਊਗਾ? ਅਸੀਂ 3 ਵਜੇ ਦੇ ਸੈਸ਼ਨ 'ਚ ਫਿਰ ਦੁਬਾਰਾ ਆਵਾਂਗੇ। ਦੇਖੋ ਜੀ, ਜਿਹੜੇ ਹੁਣ ਤੱਕ ਦੇ ਰੁਝਾਨ ਆ 4 ਸੀਟਾਂ ਦੇ ਆ ਰਹੇ ਆ ਜੀ, 2 ਬੀਜੇਪੀ 2 ਅਕਾਲੀ ਦਲ। ਪਰ ਅਖੀਰ ਤੱਕ ਚਲੋ ਜਿੰਨੀਆਂ ਵੀ ਸੀਟਾਂ ਹੁਣ 4 ਆ ਰਹੀਆਂ, 5 ਆ ਰਹੀਆਂ, 6 ਆ ਰਹੀਆਂ, ਆਪਾਂ ਨੂੰ ਕਲੀਅਰ ਹੋ ਜਾਊਗਾ। ਪਰ ਮੈਂ ਗੱਲ ਤੇ ਤਾਂ 100% ਕਹਿ ਰਿਹਾ ਵੀ ਜਿਹੜਾ ਆਪਾਂ ਪਰਸੈਂਟੇਜ ਆਫ ਵੋਟ ਦੇਖਾਂਗੇ, ਅਕਾਲੀ ਦਲ ਬੀਜੇਪੀ ਬਹੁਤ ਵਧੀਆ ਫਾਈਟ ਦੇਗਾ ਤੇ ਦੂਜੇ ਨੰਬਰ ਤੇ ਅਕਾਲੀ ਦਲ ਬੀਜੇਪੀ ਹੀ ਰਹੇਗਾ। ਭਾਵੇਂ ਸਰਕਾਰ ਜਿਹਦੀ ਮਰਜ਼ੀ ਹੋਵੇ, ਸਨਮਾਨਜਨਕ ਸਥਿਤੀ ਹੋਏਗੀ ਤੇ ਜਿਹੜਾ ਪਰਸੈਂਟੇਜ ਆਫ ਵੋਟ ਆ ਉਹ ਵੋਟ ਦੇ ਨਾਲ ਆਪਾਂ 2022 ਚ ਸਰਕਾਰ ਬਣਾਵਾਂਗੇ। ਤੇ ਦੂਜੀ ਗੱਲ ਜਿਹੜੀ ਮੈਂ ਕਾਂਗਰਸ ਵਾਲੇ ਵੀਰ ਨੂੰ ਜ਼ਰੂਰੀ ਗੱਲ ਕਹਿਣਾ ਚਾਹੂੰਗਾ ਵੀ ਪੰਜਾਬ ਦੇ ਵਿੱਚ ਹੁਣ 2-3 ਘੰਟੇ ਤੱਕ ਜਦੋਂ ਰਿਜ਼ਲਟ ਕਲੀਅਰ ਹੋ ਗਿਆ ਤਾਂ ਕਾਂਗਰਸ ਜਿਹੜੇ ਵੱਡੇ ਲੀਡਰ ਨੇ, ਜਿਹੜੇ 2-3 ਦਿਨਾਂ ਤੋਂ ਪਿਛਲੇ EVM ਤੇ ਸਵਾਲ ਉਠਾ ਰਹੇ ਸੀ, ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰਨੀ ਹੈ ਵੀ EVM ਗਲਤ ਹੋ ਗਿਆ। ਤੇ ਪੰਜਾਬ 'ਚ ਜੇ ਸੀਟਾਂ ਇਹਨਾਂ ਨੂੰ ਆ ਜਾਂਦੀਆਂ ਨੇ ਤੇ ਉਹਨਾਂ ਰਾਏ ਜ਼ਰੂਰ ਕਰ ਲੈਣ ਕੈਪਟਨ ਸਾਹਿਬ ਨਾਲ ਵੀ ਪੰਜਾਬ ਵਾਲੇ EVM 'ਚ ਫਰਕ ਸੀਗਾ ਜਾਂ ਆਲ ਓਵਰ ਇੰਡੀਆ ਦੇ EVM 'ਚ ਫਰਕ ਸੀਗਾ। ਨਹੀਂ, ਦੇਖੋ EVM ਦੀ ਸਿਕਿਉਰਿਟੀ ਇੱਕ ਅਲੱਗ ਇਸ਼ੂ ਹੈ। EVM ਦੀ ਇਹਨਾਂ ਨੇ ਕਰਨਾ ਨਹੀਂ, ਇਹਨਾਂ ਨੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ EVM ਤੇ ਸਵਾਲ ਉਠਾਉਣੇ ਆ। ਬਿਲਕੁਲ ਠੀਕ ਹੈ। ਇਲੈਕਸ਼ਨ ਕਮਿਸ਼ਨ ਦੀ ਭੂਮਿਕਾ ਤੇ ਵਿਰੋਧੀ ਪਾਰਟੀਆਂ ਦਾ ਹੱਕ ਹੈ ਕਿਉਂਕਿ ਇਹ ਲੋਕਤੰਤਰ ਹੈ, ਇਹ ਤਾਨਾਸ਼ਾਹੀ ਵਾਲਾ ਮੁਲਕ ਨਹੀਂ ਹੈ। ਸੋ ਕਿਤੇ ਵੀ ਕੋਈ ਸਵਾਲ ਖੜਾ ਹੁੰਦਾ ਹੈ ਤੇ ਉਹ ਕਰਨਾ ਬਣਦਾ ਹੈ। ਸੋ ਵਿਰੋਧੀ ਧਿਰਾਂ ਨੂੰ ਜ਼ਰੂਰ ਮੈਨੂੰ ਲੱਗਦਾ ਕਿ ਆਪਣੀ ਭੂਮਿਕਾ ਤਾਂ ਅਦਾ ਕਰਨੀ ਪਏਗੀ। ਸੋ EVM ਦੇ ਉੱਤੇ
ਅਗਰ ਵਿਰੋਧੀ ਧਿਰਾਂ ਨੂੰ ਲੱਗਦਾ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਸੱਤਾ ਧਿਰ ਨੇ ਵੀ ਈਵੀਐਮ ਨਾਲ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਕੰਪਲੇਂਟਸ ਨੇ ਉਹ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਭੇਜੀਆਂ ਨੇ ਥਾਂ ਤੋਂ। ਸੋ ਠੀਕ ਹੈ ਕਿ ਵਿਰੋਧੀ ਧਿਰ ਦੀ ਗੱਲ ਆ ਜਿਹੜੀ ਉਹ ਜ਼ਿਆਦਾ ਸੁਰੱਖਿਆ ਬਣ ਰਹੀ ਹੈ ਸਾਡੇ ਮੁਲਕ ਦੇ ਵਿੱਚ। ਚਲੋ ਸਨੀ ਕੈਨ ਜੀ, ਛੋਟੀ ਜਿਹੀ ਟਿੱਪਣੀ ਅਖੀਰ 'ਚ, ਪੰਜਾਬ 'ਚ ਕਾਂਗਰਸ ਕਿੱਥੇ ਤੱਕ ਨਿਬੜੂ? ਘਟਦੇ ਤਾਂ ਨਹੀਂ? ਨਹੀਂ ਘਟਦੇ, 13 ਤੋਂ 11 ਲੋਕਾਂ ਨੂੰ ਹੁਣ ਚਿੰਤਾ ਇਹੀ ਹੈ ਵੀ ਤੁਸੀਂ ਘਟਿਓ ਨਾ। 11 ਵਾਲਾ ਤਾਂ ਨਿਕਲ ਜਾਓ, ਮੰਨ ਜਾਓ। ਘਟਦੇ, ਦੇਖੋ 13 ਪਹਿਲਾਂ ਸਾਡਾ ਮਿਸ਼ਨ 13 ਸੀਗਾ, ਅਸੀਂ ਫਰੰਟ ਲਾਈਨ ਤੇ ਹੋ ਕੇ ਲੜ ਰਹੇ ਹਾਂ। ਬਟ ਜੇ ਦੇਖਿਆ ਜਾਵੇ ਅਕਾਲੀ ਦਲ ਦਾ ਜਿਹੜਾ ਵਕਾਰ ਆ 2 ਸੀਟਾਂ ਤੇ ਲੱਗਿਆ ਬਠਿੰਡੇ ਤੇ ਫਿਰੋਜ਼ਪੁਰ ਦੇ ਵਿੱਚ, ਔਰ ਉੱਥੋਂ ਮੈਂ ਸਮਝਦਾ ਵੀ ਵੱਡੀ ਲੀਡ ਮਿਲ ਰਹੀ ਹੈ ਉਹਨਾਂ ਨੂੰ। ਪਰ ਵਕਾਰ ਵਾਲੀਆਂ ਸੀਟਾਂ ਅਕਾਲੀ ਕਾਂਗਰਸੀ ਇਕੱਠੇ ਜਿੱਤ ਗਏ। ਬੀਬੀ ਹਰਸਿਮਰਤ ਬਾਦਲ ਵੀ ਜਿੱਤ ਰਹੀ, ਸੁਖਬੀਰ ਬਾਦਲ ਵੀ ਜਿੱਤ ਰਿਹਾ ਤੇ ਬੀਬੀ ਪ੍ਰਨੀਤ ਕੌਰ ਵੀ ਜਿੱਤ ਰਹੀ। ਬੀਬੀ ਪ੍ਰਨੀਤ ਕੌਰ ਦੀ ਜਾਖੜ ਰਹਿ ਗਏ, ਜਾਖੜ ਪਿੱਛੇ ਰਹਿ ਗਏ ਵਿਚਾਰੇ। ਬਹੁਤ ਵੱਡੀ ਹੈ ਪ੍ਰਨੀਤ ਕੌਰ ਜੀ ਦੀ। ਉਧਰ ਬਠਿੰਡੇ ਦੇ ਵਿੱਚ ਲੀਡ ਘੱਟ ਹੈ, ਫਿਰੋਜ਼ਪੁਰ ਦੇ ਵਿੱਚ ਲੀਡ ਜ਼ਿਆਦਾ ਹੈ। ਸੋ ਇਹ ਤੇ ਸੁਨੀਲ ਜਾਖੜ ਸਾਹਿਬ ਜੇ ਸਨੀ ਦਿਓਲ ਤੋਂ ਹਾਰ ਗਏ ਤੇ ਫਿਰ ਸੀਐਮ ਸਾਹਿਬ ਤਾਂ ਕਹਿੰਦੇ ਸੀ ਇੱਕ ਦਿਨ ਮੁੱਖ ਮੰਤਰੀ ਬਣਨਗੇ, ਤਾਂ ਹੀ ਜੀ ਪ੍ਰਧਾਨ ਰਹਿ ਜਾਣਗੇ ਸੁਨੀਲ ਜਾਖੜ ਸਾਹਿਬ। ਐਮਪੀ ਇਲੈਕਸ਼ਨ ਅੱਗੇ ਵਿਧਾਨ ਸਭਾ ਵੀ ਹੈਗੀ ਹੈ, ਵਿਧਾਨ ਸਭਾ ਤਾਂ ਹੀ ਹਰਾ ਰਹੇ ਨੇ ਜੀ ਉਹਨਾਂ ਨੂੰ। ਚਲੋ ਬਣ ਸਕਦੇ ਆ ਚਲੋ ਵੱਡੀ ਇੱਕ ਇੱਕ ਗੁਰਮ ਸਾਹਿਬ, ਤੁਸੀਂ ਸੁਨੀਲ ਜਾਖੜ ਦਾ ਸਿਆਸੀ ਭਵਿੱਖ ਕਿਵੇਂ ਦੇਖੋਗੇ ਜੇ ਸਨੀ ਦਿਓਲ ਤੋਂ ਉਹ ਹਾਰ ਗਏ? ਪਰ ਮੈਂ ਇੱਕ ਇੰਟਰਨੈਸ਼ਨਲ ਕਾਲ ਲੈ ਲਾਂ, ਆਖਰੀ ਸੈਸ਼ਨ ਦੀ ਇਹ ਆਖਰੀ ਕਾਲ ਹੈ ਜੀ। ਇਸ ਤੋਂ ਬਾਅਦ ਅਸੀਂ ਹੁਣ ਤੋਂ 4 ਘੰਟੇ ਬਾਅਦ ਸਾਡਾ ਨਵਾਂ ਸੈਸ਼ਨ ਹੋਏਗਾ। ਹਾਂਜੀ ਸਰ, ਕੌਣ ਬੋਲ ਰਹੇ ਹੋ ਜੀ? ਹੈਲੋ ਜੀ, ਮੈਂ ਧਰਮਪਾਲ ਬੋਲਦਾ ਗਰੀਸ ਜੀ। ਕਿਹੜੀ ਜਗ੍ਹਾ ਤੋਂ ਜੀ? ਗਰੀਸ ਤੋਂ ਬੋਲਦੇ ਜੀ, ਗਰੀਸ ਤੋਂ ਜੀ। ਹਾਂਜੀ ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ? ਸਰ ਜਲੰਧਰ ਦੀ ਕੀ ਪੋਜੀਸ਼ਨ ਹੈ ਜੀ? ਜਲੰਧਰ 'ਚ ਸੰਤੋਖ ਚੌਧਰੀ ਸਾਹਿਬ ਅੱਗੇ ਚੱਲ ਰਹੇ ਨੇ ਜੀ। ਅੱਛਾ ਜੀ, ਤੇ ਸਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸਾਨੂੰ ਤੁਹਾਡੀ ਬਹੁਤ ਵਧੀਆ ਮੰਨ ਲਓ ਪਸੰਦ ਆ ਰਿਹਾ ਪ੍ਰੋਗਰਾਮ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਹੁਣ ਅਸੀਂ 4 ਘੰਟੇ ਬਾਅਦ ਦੁਬਾਰਾ ਲਾਈਵ ਹੋਵਾਂਗੇ ਜੀ। 3 ਘੰਟੇ ਲਈ ਅਸੀਂ ਬ੍ਰੇਕ ਰੱਖਾਂਗੇ ਸਰ। ਮਹਾਰਾਜ ਅਸੀਂ ਜਾਗਦੇ ਹਾਂ, ਦੇਣੀ ਹੈ ਜੀ, ਇੱਥੇ ਅੱਜ 8:30 ਵਜੇ ਸਵੇਰ ਦੇ ਜੀ। ਅੱਛਾ, ਹਜੇ ਸਵੇਰ ਦੇ 8:30 ਹੋਏ ਆ। ਚਲੋ 3 ਵਜੇ ਅਸੀਂ ਵਾਪਸ ਜੁੜਦੇ ਹਾਂ ਜੀ। ਜੀ ਜੀ ਜੀ, ਮਿਹਰਬਾਨੀ ਜੀ। ਬਹੁਤ ਧੰਨਵਾਦ, ਬਹੁਤ ਧੰਨਵਾਦ ਜੀ। ਸੋ ਗ੍ਰੀਸ ਦੇ ਵਿੱਚ ਸਵੇਰ ਦੇ 8:30 ਹੋਏ ਨੇ, ਪਰ ਕੈਨੇਡਾ ਤੇ ਨਿਊਯਾਰਕ ਅਮਰੀਕਾ ਦਾ ਬਹੁਤ ਵੱਡਾ ਹਿੱਸਾ ਜਿਹੜਾ ਮੈਨੂੰ ਲੱਗਦਾ ਹੈ ਸੌਣ ਦੀ ਤਿਆਰੀ ਕਰ ਰਿਹਾ ਹੋਣਾ, ਕਿਉਂਕਿ ਦੁਬਾਰਾ ਜਦੋਂ ਉਹ ਉੱਠਣਗੇ ਉਸ ਵੇਲੇ ਨੂੰ ਅਸੀਂ ਬਿਲਕੁਲ ਲੇਟੈਸਟ ਅਪਡੇਟਸ ਦੇ ਨਾਲ ਹਾਜ਼ਰ ਹੋਵਾਂਗੇ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਗੁਰਮ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਵੇਰ ਤੋਂ ਸਾਡੇ ਨਾਲ ਗੁਰਮ ਸਾਹਿਬ ਵੀ ਜੁੜੇ ਹੋਏ ਨੇ। ਸਨੀ ਕੈਨ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ। ਦਰਸ਼ਨ ਸਿੰਘ ਢਿੱਲੋਂ ਸਾਹਿਬ ਵੀ ਸਾਡੇ ਨਾਲ ਸੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪ੍ਰਭਜੋਤ ਸਿੰਘ ਧਾਲੀਵਾਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਹੁਣ ਤੋਂ ਠੀਕ 4 ਘੰਟੇ ਬਾਅਦ ਅਸੀਂ ਫਿਰ ਅਗਲੇ ਸੈਸ਼ਨ ਦੇ ਵਿੱਚ ਲਾਈਵ ਹੋਵਾਂਗੇ। ਫਿਲਹਾਲ ਅਸੀਂ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ।